ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਖਾਲਸਾ ਫਤਿਹ। ਵਾਹਿਗੁਰੂ ਜੀ ਕੀ ਫਤਿਹ। ਮੇਰਾ ਨਾਮ ਜੀ ਡਾਕਟਰ ਕਿਰਪਾਲ ਸਿੰਘ ਤੇ ਸਭ ਤੋਂ ਪਹਿਲਾਂ ਧੰਨਵਾਦ ਵੌਇਸ ਆਫ ਮਾਨਤਾ ਟੀਵੀ ਨਿਊਜ਼ ਤੇ ਮੇਘਰਾਜ ਸਿੰਘ ਉਹਨਾਂ ਦਾ ਫॉर ਦਿਸ opportunity for us to discuss very important principle ਕਿ ਸਾਡਾ ਮੀਰੀ ਪੀਰੀ ਦਾ ਸਿਧਾਂਤ ਕਦੋਂ ਸ਼ੁਰੂ ਹੋਇਆ ਤੇ ਇਹਦੇ ਕੀ ਇੰਪਲੀਕੇਸ਼ਨਸ ਨੇ। ਤੇ ਇਹ ਜਿਹੜੇ ਮਤਲਬ ਸਾਰੇ ਜਿਹੜੇ ਸਰੋਤੇ ਨੇ ਉਹਨਾਂ ਨੂੰ ਸਾਨੂੰ ਪਹਿਲਾਂ ਗੁਰੂ ਫਤਿਹ ਪ੍ਰਵਾਨ ਹੋਵੇ। ਸਲਾਮ, ਰਾਮ ਰਾਮ, ਨਮਸਕਾਰ, ਜੋ ਵੀ ਤੁਹਾਡਾ ਪਿਛੋਕੜ ਹੋਵੇ ਪ੍ਰਵਾਨ ਕਰਨਾ। ਪਲੀਜ਼ ਆਲਸੋ ਰਿਮੈਂਬਰ ਕਿ this is your program. Subscribe to it if you haven't done it already and also help financially wherever you can. It will be highly appreciated. So now with me is Principal Dharam Singh Honi. But I will introduce the subject as I understand it. You know, although we call it Miri Piri da Siddhant, but actually it should be, in my opinion, called Piri Piri da Siddhant. The reason why, because Sikh movement is a theopolitical movement. It is not politico-theological movement. So theopolitical ਦਾ ਪਹਿਲਾ ਧਰਮ, ਉਸ ਤੋਂ ਬਾਅਦ ਜਿਹੜਾ ਹੈਗਾ ਸਿਆਸਤ। ਧਰਮ ਤੋਂ ਸੇਧ ਲੈ ਕੇ ਫਿਰ ਸਿਆਸਤ ਹੋਵੇ, ਨਾ ਕਿ ਸਿਆਸਤ ਤੋਂ ਸੇਧ ਲਈ ਜਾਵੇ ਧਰਮ ਦੇ ਲਈ। ਸੋ ਓਵਰ ਦਾ ਈਅਰਸ ਬੜੀਆਂ ਮੰਨ ਲਓ ਜਿਹੜੀਆਂ ਨੇ ਪ੍ਰੋਬਲਮਸ ਕ੍ਰੀਏਟ ਹੋ ਗਈਆਂ ਨੇ। ਸਾਡੀ ਸੋਚਣੀ ਜਿਹੜੀ ਬਣ ਗਈ ਹੈ ਮੀਰੀ ਤੇ ਪੀਰੀ ਦੀ ਬਜਾਏ ਪੀਰੀ ਤੇ ਮੀਰੀ ਦੀ ਹੋਣ ਦੇ। ਮਿਸਾਲ ਦੇ ਤੌਰ ਤੇ when we look at ਗੁਰੂ ਨਾਨਕ ਸਾਹਿਬ's birth, ਭਾਈ ਗੁਰਦਾਸ ਜੀ ਫਰਮਾਉਂਦੇ ਨੇ ਕਿ ਸੁਣੀ ਪੁਕਾਰ ਦਤਾਰ ਪ੍ਰਭ ਗੁਰੂ ਨਾਨਕ ਜਗ ਮਾਹੇ ਬਿਠਾਇਆ। Why was Guru Nanak sent? Because there are a lot of bad things happening. There was so much darkness, confusion and problems in the society. And pollution was so much, intellectual, physical, you name it. And Guru Nanak Sahib's presence helps us to pull out of this nonsense so that the real light of our Creator, Akal Purkh Vaheguru, could shine through us and in our society around us. So actually the ਪੀਰੀ ਮੇਰੀ ਜਿਹੜੀ ਹੈ ਉਹ ਗੁਰੂ ਨਾਨਕ ਸਾਹਿਬ ਨੇ ਸ਼ੁਰੂ ਕੀਤੀ ਹੈ। ਜਦੋਂ ਦੇਖੋ ਉਹ ਕਹਿੰਦੇ ਨੇ he challenged the Babur when Babur came, Babur Bani ਦੇ ਵਿੱਚ we read. And then we look at ਮਹਾਰਾਜ ਦੇ ਸ਼ਲੋਕ ਜਿਹੜਾ ਹੈ, ਜੇ ਤਾਂ ਪ੍ਰੇਮ ਖੇਲਣ ਕਾ ਚਾਹੋ ਸਿਰ ਤਾਂ ਤਲੀ ਗਲੀ ਮੁਰਿਆਓ, ਇਹ ਮਾਰਗ ਪੈਰ ਥਰੀਜੈ ਸਿਰ ਦੀਜੈ ਕਾਣ ਨ ਕੀਜੈ। ਇਹ ਕੱਲਾ ਮੁਕਤੀ ਦਾ ਰਸਤਾ ਹੀ ਨਹੀਂ ਸੀਗਾ, ਇਹ ਮੁਕਤੀ ਪਲੱਸ ਦਾ ਰਸਤਾ ਸੀਗਾ ਗੁਰੂ ਨਾਨਕ ਸਾਹਿਬ ਦਾ। ਕਿ ਜਿਹੜੀ ਸਾਡਾ choice of religion ਹੈ, where we want to worship, is God given right. It's not given by the state. It is not given by any group of people within our society. It is the God given right. ਤੇ ਉਹ God ਜਿਹਨੂੰ ਮਹਾਰਾਜ ਨੇ ਕਿਹਾ ਇੱਕ ਓਂਕਾਰ ਸਤਨਾਮ ਦੇ ਨਾਲ ਯਾਦ ਕੀਤਾ, because that is the reality. ਬਾਕੀ ਜਿਹੜੀਆਂ ਸਾਰੀਆਂ ਚੀਜ਼ਾਂ ਨੇ ਉਹ ਟ੍ਰਾਂਜ਼ਿਟਰੀ ਨੇ, ਟੈਂਪਰੇਰੀ। ਉਹਦੀਆਂ ਗਾਂ ਕੁਆਲਿਟੀ ਸਾਨੂੰ ਦੱਸੀਆਂ ਫਿਰ, ਕਰਤਾ ਪੁਰਖ, ਨਿਰਭਉ ਨਿਰਵੈਰ, ਕਾਲ ਮੂਰਤ ਅਜੂਨੀ, ਸਹਿਬੰਗ ਗੁਰਪ੍ਰਸਾਦ। ਫਿਰ ਸਾਨੂੰ ਹੁਕਮ ਦਿੱਤਾ ਮਹਾਰਾਜ ਨੇ ਵੀ ਭਾਈ ਪਤਾ ਕਿਹਨੂੰ ਜਪਣਾ, ਕਿਸੇ ਦੇਵੀ ਦੇਵਤੇ ਨੂੰ ਨਹੀਂ, ਕਿਸੇ ਹੋਰ ਪਾਸੇ ਨੂੰ ਨਹੀਂ, ਸਿਰਫ ਉਸ ਨੂੰ ਜਪਣਾ ਜਿਹੜਾ ਆਦਿ ਸੱਚ ਹੈ, ਜੁਗਾਦ ਸੱਚ ਹੈ, ਹੈ ਵੀ ਸੱਚ, ਨਾਨਕ ਹੋਸੀ ਵੀ ਸੱਚ। ਸੋ ਸੱਚ ਦਾ ਪੁਜਾਰੀ ਸਾਨੂੰ ਬਣਾਇਆ ਮਹਾਰਾਜ ਨੇ, ਇੱਕ ਅਕਾਲ ਪੁਰਖ ਦਾ ਪੁਜਾਰੀ। ਇਹ ਇੱਕ ਬੜੀ ਵੱਡੀ ਜਿਹੜੀ ਸੀਗੀ, ਇਟ ਵਾਜ਼ ਅ ਰੈਵੋਲੂਸ਼ਨਰੀ ਆਈਡੀਆ ਐਕਚੁਅਲੀ। ਨਹੀਂ ਤੇ ਕੀ ਸੀ ਸੁਣੀ ਸੁਣਾਈ ਗੱਲ, ਜੋ ਉਧਰੋਂ ਬਾਹਮਣਾ ਨੇ ਕਹਿਤਾ ਜਾਂ ਕਾਜ਼ੀਆਂ ਮਲਾਣਿਆਂ ਨੇ ਕਹਿਤਾ, ਲੋਕ ਉਹਦੇ ਕਰੀ ਜਾਂਦੇ ਸੀ ਵੀ ਇਹ ਸੱਚ ਹੈ। ਨਹੀਂ, ਜਿਹੜਾ ਅਸਲ ਦੇ ਵਿੱਚ ਮਹਾਰਾਜ ਨੇ ਕਿਹਾ ਬਈ ਇਹ ਸਾਰੇ ਜਿਹੜੇ ਨੇ ਸਣੇ ਯੋਗੀਆਂ ਦੇ, ਇਹ ਤਾਂ ਉਜਾੜਾ ਪੈਦਾ ਕਰਨ ਵਾਲੇ ਨੇ, ਇਹਨਾਂ ਤੋਂ ਬਚ ਕੇ ਰਹਿਣ ਦੀ ਲੋੜ ਹੈ। ਜਿਹੜੇ ਬੰਦੇ ਆਪ ਆਪਣੇ ਜੀਵਨ ਦੇ ਵਿੱਚ ਨਾਮ ਜਪਦੇ, ਕਿਰਤ ਕਰਕੇ ਵੰਡ ਕੇ ਛਕਦੇ ਨਹੀਂ, ਦੂਜਿਆਂ ਦੀ ਕਿਰਤੀ ਕਰਾਈ ਕਮਾਈ ਦੇ ਉੱਤੇ ਆਪਣਾ ਹੱਕ ਜਮਾਉਂਦੇ ਨੇ, ਆ ਕੇ ਭਿੱਖਿਆ ਮੰਗ ਕੇ ਗੁਜ਼ਾਰਾ ਕਰਦੇ ਨੇ, ਉਹ ਤੁਹਾਨੂੰ ਕੀ ਮੁਕਤੀ ਦੇ ਸਕਦੇ ਨੇ? ਤੁਹਾਡਾ ਭਲਾ ਕਿਵੇਂ ਕਰ ਸਕਦੇ ਨੇ?
It was a revolutionary idea. Of course, over the period of time ਇਹਦੀ ਵਿਰੋਧਤਾ ਵੀ ਬੜੀ ਹੋਈ, ਪਰ ਫਿਰ ਵੀ ਮਹਾਰਾਜ ਨੇ ਲੈ ਗੁਰੂ ਅੰਗਦ ਦੇਵ ਜੀ, ਗੁਰੂ ਅਮਰਦਾਸ ਜੀ, ਗੁਰੂ ਰਾਮਦਾਸ ਜੀ, ਗੁਰੂ ਅਰਜਨ ਪਾਤਸ਼ਾਹ ਨੇ ਸਹਿਨਸ਼ੀਲਤਾ ਦੇ ਤਰੀਕੇ ਦੇ ਨਾਲ, ਅਹਿੰਸਾ ਦੇ ਤਰੀਕੇ ਨਾਲ ਇਹਨਾਂ ਖਿਆਲਾਂ ਦਾ ਪ੍ਰਚਾਰ ਕੀਤਾ। ਤੇ ਇਸੇ ਲਈ ਉਹਨਾਂ ਨੇ ਗੁਰੂ ਗ੍ਰੰਥ ਸਾਹਿਬ ਦੀ ਬੇਜ਼ਬਾਨੀ, ਦਰਬਾਰ ਸਾਹਿਬ ਦਾ ਕਰਾਇਆ, ਮਤਲਬ ਬੜੀ ਮਤਲਬ ਦਰਬਾਰ ਸਾਹਿਬ ਦੀ ਨਹੀਂ ਰੱਖੀ, ਉਹ ਵੀ ਤੇ ਸਾਈਂ ਮੀਆਂ ਮੀਰ ਕਬਰ ਵੱਲੋਂ, ਤੇ ਨਾਲ ਉਸਨੂੰ ਕਿਹਾ ਹਰਮੰਦਰ। ਆਫਟਰ ਵਾਟ ਡਜ਼ ਹਰਮੰਦਰ ਮੀਨਸ? ਹਰ ਮਨ ਅੰਦਰ, ਜਿਹੜਾ ਹਰ ਹੈ ਬਾਹਰ ਨਹੀਂ ਹੈ, ਉਹ ਹਰ ਸਾਡੇ ਮਨ ਦੇ ਅੰਦਰ ਹੀ ਹੈ। ਅੰਦਰ ਨਾਲ ਜੁੜ ਕੇ ਅਸੀਂ ਹਰ ਨੂੰ ਪ੍ਰਾਪਤ ਕਰਨਾ, ਨਾ ਕਿ ਕਰਮ ਕਾਂਡਾਂ ਦੇ ਵਿੱਚ ਪੈ ਕੇ ਕਰਨਾ। ਇਹ ਆਦਤਾਂ ਜਿਹੜੀਆਂ ਸਾਡੀਆਂ ਪੈ ਗਈਆਂ ਨੇ ਕਿ ਵੀ ਨਗਰ ਕੀਰਤਨ ਕਰਾਈ ਜਾਓ, ਤੁਸੀਂ ਆਪਣੇ ਪਾਠ ਤੇ ਪਾਠ ਕਰੀ ਜਾਓ ਜੀ, ਅਖੰਡ ਪਾਠਾਂ ਦੀਆਂ ਲੜੀਆਂ ਲਗਾਈ ਜਾਓ, ਇਹ ਸਾਰੀਆਂ ਚੀਜ਼ਾਂ ਬਾਹਮਣਵਾਦ ਨੇ। ਇਹ ਬਾਹਮਣਵਾਦ ਸਾਡੇ ਵਿੱਚ ਘਰ ਕਰ ਗਿਆ, ਤੇ ਉਹਦਾ ਨਤੀਜਾ ਕੀ ਹੋਇਆ ਕਿ ਅਸੀਂ ਸਰਬੱਤ ਦੇ ਭਲੇ ਤੋਂ ਦੂਰ ਹੋ ਗਏ, ਜਿਹਦੇ ਵਿੱਚ ਸਾਰਾ ਬਰੋਬਰਤਾ ਦਾ ਉਪਦੇਸ਼ ਸੀ ਮਹਾਰਾਜ ਨੇ ਦਿੱਤਾ। ਆਈ ਪੰਥੀ ਸਗਲ ਜਮਾਤੀ ਮਨ ਜੀਤੈ ਜਗਜੀਤ। ਤੇ ਸਾਨੂੰ ਹੁਣ ਲੋੜ ਹੈ ਇਹਨਾਂ ਗੱਲਾਂ ਤੇ ਵਿਚਾਰਨ ਕਰਨ ਦੀ। ਜੋ ਗੁਰੂ ਨਾਨਕ ਸਾਹਿਬ ਦਾ ਮੈਸੇਜ ਜਿਹੜਾ ਉਹਨਾਂ ਨੇ, ਭਾਈ ਗੁਰਦਾਸ ਜੀ ਕਹਿੰਦੇ ਸੁਣੀ ਪੁਕਾਰ ਦਤਾਰ ਪ੍ਰਭ ਗੁਰੂ ਨਾਨਕ ਜਗ ਮਾਹੇ ਪਠਾਇਆ, ਉਸ ਨੂੰ ਅਸੀਂ ਕਿਵੇਂ ਸਮਝੀਏ, ਵਿਚਾਰੀਏ ਤੇ ਅਮਲ ਵਿੱਚ ਲੈ ਕੇ ਆਈਏ। ਦੇਖੋ, ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਤੋਂ ਬਾਅਦ ਮਹਾਰਾਜ ਇੱਕ ਪਾਸੇ ਚੈਲੰਜ ਸੀਗਾ, ਜਦੋਂ ਗੁਰੂ ਹਰਗੋਬਿੰਦ ਸਾਹਿਬ ਨੇ ਗੁਰੂ ਗੱਦੀ ਮਿਲੀ, ਚੁੱਪ ਚਪੀਤੇ ਉਸੇ ਤਰ੍ਹਾਂ ਕੰਟੀਨਿਊ ਰੱਖਦੇ, ਜਾਂ ਆਪਣੇ ਜਿਹੜੇ ਵਿਚਾਰ ਸੀ ਗੁਰੂ ਨਾਨਕ ਸਾਹਿਬ ਦੇ, ਉਹਨਾਂ ਨੂੰ ਹੋਰ ਅਗਾਂਹ ਲੋਕਾਂ ਨਾਲ ਸ਼ੇਅਰ ਕਰਦੇ, ਤਾਂ ਕਿ ਅਸੀਂ ਵੱਧ ਚੜ ਕੇ ਸਰਬੱਤ ਦੇ ਭਲੇ ਵਿੱਚ ਜੁੜ ਸਕੀਏ। ਪਰ ਮਹਾਰਾਜ ਨੇ ਕੀ ਕੀਤਾ, ਜਿਵੇਂ ਇਤਿਹਾਸ ਚ ਸਾਨੂੰ ਦੱਸਿਆ ਜਾਂਦਾ, ਮੇਰੀ ਪੀਰੀ ਦੀਆਂ ਕੁਰਬਾਨਾਂ ਪੈਣੀਆਂ, ਤੇ ਨਾਲੇ ਕਲਗੀ ਲਗਾਈ, ਤੇ ਨਾਲੇ ਉਹਨਾਂ ਨੇ ਕਿਹਾ ਵੀ ਅਸੀਂ ਨਾ ਕਿਸੇ ਤੋਂ ਭੈ ਕਰਨਾ ਤੇ ਨਾ ਕਿਸੇ ਨੂੰ ਭੈ ਦੇਣਾ, ਪਰ ਆਪਣਾ ਜਿਹੜਾ ਜ਼ਿੰਦਗੀ ਆ ਉਹ ਅਸੀਂ ਪੂਰੇ ਚੰਗੇ ਤਰੀਕੇ ਨਾਲ ਲਿਵ ਕਰਨੀ ਹੈ। ਸੋ ਮਚ ਸੋ ਕਿ ਜਦੋਂ ਮਹਾਰਾਜ ਗਏ ਇੱਥੇ ਸ੍ਰੀਨਗਰ ਦਾ ਇਲਾਕਾ, ਗੜ੍ਹ ਸ੍ਰੀਨਗਰ, ਗੜ੍ਹਵਾਲ ਦੇ ਪਾਸੇ, ਉਹਨਾਂ ਦੀ ਭੇਂਟ ਹੁੰਦੀ ਹੈ ਸਮਰੱਥ ਰਾਮਦਾਸ ਦੇ ਨਾਲ। ਉਹ ਨੇ ਬੜਾ ਸੁਣਿਆ ਸੀ ਗੁਰੂ ਨਾਨਕ ਸਾਹਿਬ ਦਾ, ਤੇ ਮਿਲਣ ਦੇ ਲਈ ਆਇਆ। ਤੇ ਗੁਰੂ ਨਾਨਕ ਸਾਹਿਬ, ਗੁਰੂ ਹਰਗੋਬਿੰਦ ਸਾਹਿਬ ਦਾ ਲਿਬਾਸ ਤੇ ਉਹਨਾਂ ਦੀ ਰਹਿਤ ਬਹਿਤ ਦੇਖ ਕੇ ਬੜਾ ਹੈਰਾਨ ਹੋਇਆ। ਪੁੱਛਦਾ ਵੀ ਗੁਰੂ ਨਾਨਕ ਤਾਂ ਤਿਆਗੀ ਸੀਗੇ, ਫਕੀਰ ਸੀ, ਤੁਸੀਂ ਕੀ ਕਰ ਲਿਆ ਉਹਨਾਂ ਦੇ ਰਾਹ ਨੂੰ? ਮਹਾਰਾਜ ਨੇ ਜਵਾਬ ਦਿੱਤਾ ਕਿ ਵੀ ਫਕੀਰ ਜੀ, ਜਿਹੜੀ ਔਰਤ ਈਮਾਨ ਹੈ, ਦੌਲਤ ਗੁਜ਼ਰਾਨ ਹੈ, ਪੁੱਤਰ ਨਿਸ਼ਾਨ ਹੈ, ਫਕੀਰ ਨਾ ਹਿੰਦੂ ਨਾ ਮੁਸਲਮਾਨ ਹੈ। ਹੋ ਸਕਦਾ ਮੈਂ ਪੂਰੇ ਕਰੈਕਟ ਲਫ਼ਜ਼ ਨਾ ਵਰਤ ਸਕਾਂ, ਮੈਂ ਇੰਨਾ ਜ਼ਿਆਦਾ ਮੇਰਾ ਗਿਆਨ ਨਹੀਂ ਇਹਨਾਂ ਚੀਜ਼ਾਂ ਦੇ ਵਿੱਚ। ਭਾਵ ਸਿਰਫ ਤੁਹਾਡੇ ਇਹ ਪੇਸ਼ ਕਰਨ ਦੇ ਲਈ ਕਰ ਰਿਹਾ ਮੈਂ ਕਿ ਵੀ ਸਿੱਖੀ ਦੇ ਵਿੱਚ ਗੁਰੂ ਨਾਨਕ ਸਾਹਿਬ ਤੋਂ ਲੈ ਕੇ ਹੀ ਇਹ ਜਿਹੜਾ ਪੀਰੀ ਮੇਰੀ ਦਾ ਸਿਧਾਂਤ ਸ਼ੁਰੂ ਹੋਇਆ, ਤੇ ਉਸ ਦੀ ਪ੍ਰਫੁੱਲਤਾ ਲਈ ਇਹ ਜਿਹੜਾ ਸੀਗਾ ਗਾਂ ਛੇਵੇਂ ਪਾਤਸ਼ਾਹ ਨੇ ਹੋਰ ਇੰਤਜ਼ਾਮ ਕੀਤੇ। ਤਾਈਓ ਭਾਈ ਗੁਰਦਾਸ ਜੀ ਉਹਨੂੰ ਕਹਿੰਦੇ ਨੇ ਪੰਜ ਪਿਆਲੇ ਪੰਜ ਪੀਰ ਦੇ ਸ਼ਬਦ ਦੇ ਵਿੱਚ ਵਿਸਤਾਰ ਕਰਦੇ ਨੇ ਕਿ ਵੀ ਕੀ ਸੀ ਗੁਰੂ ਸਾਹਿਬ ਦਾ ਮਿਸ਼ਨ। ਸੋ ਦਿਸ ਇਜ਼ ਮਾਈ ਇੰਟਰੋਡਕਸ਼ਨ। ਪਰ ਮੈਂ ਆਈ ਵਿਲ ਆਸਕ more learned people, Gyani Dharm Singh ji, to give us more idea what Piri Miri the Siddhant hai, te how it all matters as far as ਅੱਜ-ਕੱਲ ਦੀ ਸਾਡੀ ਜਦੋਜਹਿਦ concerned ਹੈ। ਗਿਆਨੀ ਜੀ। ਮੇਰੇ ਸਾਰੇ ਸਰੋਤਿਆਂ ਨੂੰ, ਦਰਸ਼ਕਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਡਾਕਟਰ ਸਾਹਿਬ ਜੀ ਨੇ ਥੋੜੇ ਜਿਹੇ ਸ਼ਬਦਾਂ 'ਚ ਬਹੁਤ ਕੁਝ ਕਲੀਅਰ ਕਰ ਦਿੱਤਾ, ਸਾਰੇ ਪੱਖਾਂ ਤੇ ਗੱਲ ਕਰਕੇ। ਤੇ ਇਹ ਗੱਲ ਉਹਨਾਂ ਨੇ ਬਿਲਕੁਲ ਸਹੀ ਕਹੀ ਆ ਕਿ ਜੋ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੇ ਮਾਰਗ ਚਲਾਇਆ ਸੀਗਾ, ਉਹ ਸਾਰੇ ਦੇ ਸਾਰੇ ਜਿਹੜੇ ਮੁੱਢਲੇ ਸਿਧਾਂਤ ਉਹਨਾਂ ਨੇ ਸੰਪੂਰਨ ਕੀਤੇ। ਬਾਕੀ ਗੁਰੂ ਸਾਹਿਬਾਨ ਜੀ ਨੇ ਤੇ ਉਸੇ ਦਾ ਹੀ ਪ੍ਰਚਾਰ ਕੀਤਾ। ਤੇ ਇਹ ਵੱਖਰੀ ਗੱਲ ਆ, ਸਮੇਂ ਸਮੇਂ ਦੇ ਅਨੁਸਾਰ
ਜਿਵੇਂ ਜਿਵੇਂ ਮੌਕਾ ਬਣਦਾ ਗਿਆ ਉਹ ਗੁਣ ਜਿਹੜੇ ਗੁਰੂ ਸਾਹਿਬ ਜੀ ਨੇ ਜਿਹੜੇ ਸਿਧਾਂਤ ਸੀਗੇ ਦਿੱਤੇ ਉਹ ਪ੍ਰਗਟ ਹੁੰਦੇ ਰਹੇ। ਜਿਵੇਂ ਜ਼ਿਕਰ ਕੀਤਾ ਗਿਆ ਕਿ ਬਾਬਰ ਨੂੰ ਜਾਬਰ ਕਹਿਣਾ, ਤੇ ਇਸੇ ਤਰ੍ਹਾਂ ਗੁਰੂ ਅੰਗਦ ਦੇਵ ਜੀ ਮਹਾਰਾਜ ਜੀ ਦਾ ਹਮਾਯੂੰ ਦੇ ਕਿਰਪਾਨ ਲੈ ਕੇ ਸਿਰ ਤੇ ਖਲੋ ਜਾਣ ਦੇ ਵੇਲੇ ਉਹਨੂੰ ਤਾੜਨਾ ਕਰਨੀ ਪਿਆ, ਮਰਦਾਂ ਦੀ ਕਿਰਪਾਨ ਜਿਹੜੀ ਤਲਵਾਰ ਆ ਇਹ ਮੈਦਾਨੇ ਜੰਗ 'ਚ ਸੋਭਦੀ ਆ, ਉੱਥੋਂ ਤੂੰ ਕਾਇਰ ਬਣ ਕੇ ਭੱਜ ਆਇਆ ਤੇ ਇੱਥੇ ਫਕੀਰਾਂ ਤੇ ਚੁੱਕੀ ਫਿਰਦਾ। ਸਾਹਿਬ ਸ੍ਰੀ ਗੁਰੂ ਅਮਰਦਾਸ ਜੀ ਦਾ ਅਕਬਰ ਦੇ ਨਾਲ ਇਹ ਗੱਲ ਕਰਨੀ ਵੀ ਸੰਗਤ ਦੇ ਵਿੱਚ ਜਿਹੜੀਆਂ ਬੀਬੀਆਂ ਨੇ ਉਹ ਪਰਦਾ ਕਰਕੇ ਨਹੀਂ ਆ ਸਕਦੀਆਂ ਤੇ ਉਹਦੀਆਂ ਰਾਣੀਆਂ ਨੂੰ ਬੁਰਕੇ ਹਟਾ ਕੇ ਪੰਗਤ ਦੇ ਵਿੱਚ ਬੈਠ ਕੇ ਲੰਗਰ ਛਕਣਾ ਪਿਆ, ਗੁਰੂ ਕੇ ਚਰਨਾਂ 'ਚ ਆਉਣਾ ਪਿਆ ਸੀ। ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਦੀ ਸ਼ਹਾਦਤ ਹੀ ਜਿਹੜੀ ਆ ਉਹ ਇੱਕ ਹਿਸਾਬ ਨਾਲ ਬਗਾਵਤ ਸੀ ਕਿ ਜੋ ਉਹ ਚਾਹੁੰਦੇ ਸੀ ਉਹ ਨਹੀਂ ਕੀਤਾ ਤੇ ਸ਼ਾਂਤੀ ਦੇ ਸੋਮੇ ਹੁੰਦਿਆਂ ਵੀ। ਪਰ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਨੇ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਬਚਪਨ ਦੇ ਵਿੱਚ ਹੀ ਸ਼ਸਤਰ ਵਿੱਦਿਆ, ਘੋੜ ਸਵਾਰੀ, ਤੀਰ ਅੰਦਾਜ਼ੀ ਸਾਰਾ ਕੁਝ ਜਿਹੜੀ ਇਹ ਜੰਗੀ ਕਰਤੱਵ ਸੀਗੇ ਸਿਖਾ ਦਿੱਤੇ ਸੀ, ਕਿਉਂਕਿ ਗੁਰੂ ਹਰਗੋਬਿੰਦ ਸਾਹਿਬ ਜੀ 10 ਸਾਲ ਤੇ 10 ਕੁ ਮਹੀਨੇ ਦੀ ਉਮਰ ਕੁਝ ਦਿਨ ਸੀਗੇ ਉੱਪਰ ਜਦੋਂ ਉਹਨਾਂ ਨੂੰ ਗੁਰਤਾ ਗੱਦੀ ਬਖਸ਼ਿਸ਼ ਹੋਈ ਆ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਵੱਲੋਂ। ਤੇ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਨੇ ਗੁਰਤਾ ਗੱਦੀ ਤੇ ਬੈਠਦਿਆਂ ਹੀ ਜਿਹੜੇ ਪੁਰਾਤਨ ਚੱਲੇ ਆ ਰਿਹਾ ਸਿਸਟਮ ਸੀਗਾ ਸੇਲੀ ਟੋਪੀ ਦਾ ਉਹਦੀ ਥਾਂ ਤੇ ਕਲਗੀ ਜਿਗਾ ਸੀਸ ਤੇ ਸਜਾਈ ਤੇ ਬਾਬਾ ਬੁੱਢਾ ਜੀ ਨੂੰ ਕਹਿ ਕੇ 2 ਕਿਰਪਾਨਾਂ, ਇੱਕ ਮੀਰੀ ਦੀ ਇੱਕ ਪੀਰੀ ਦੀ ਧਾਰਨ ਕੀਤੀਆਂ ਤੇ ਗੁਰਤਾ ਗੱਦੀ ਤੇ ਬੈਠਣ ਤੋਂ 2 ਸਾਲ ਬਾਅਦ ਹੀ ਅਕਾਲ ਤਖਤ ਸਾਹਿਬ ਜੀ ਦੀ ਸਿਰਜਣਾ ਕੀਤੀ ਤੇ ਆਪ ਸੱਚੇ ਪਾਤਸ਼ਾਹ ਦੀ ਉਪਾਧੀ ਧਾਰਨ ਕਰਕੇ ਤੇ ਜ਼ੁਲਮ ਨੂੰ ਇੱਕ ਹਿਸਾਬ ਨਾਲ ਵੰਗਾਰ ਸੀ। ਸਾਰੇ ਸਿੱਖਾਂ ਨੂੰ ਵੀ ਹੁਕਮ ਕਰ ਦਿੱਤਾ ਕਿ ਅੱਜ ਤੋਂ ਸਿੱਖ ਜਿਹੜੇ ਉਹ ਸ਼ਸਤਰਧਾਰੀ ਹੋਣ, ਸ਼ਸਤਰ ਵਿਦਿਆ ਸਿੱਖਣ, ਘੋੜ ਸਵਾਰੀ ਸਿੱਖਣ ਤੇ ਜਿਹੜੀ ਮੇਰੀ ਪਿਆਰੀ ਭੇਟਾ ਅੱਜ ਤੋਂ ਸੋਹਣਾ ਘੋੜਾ ਵਧੀਆ ਜਵਾਨੀ ਜਿਹੜੀ ਆ ਇਹ ਹੋਏਗੀ। ਤੇ ਇਹ ਗੁਰੂ ਸਾਹਿਬ ਜੀ ਨੇ ਉਹ ਗੁਰੂ ਨਾਨਕ ਦੇਵ ਜੀ ਦੇ ਪਾਏ ਹੋਏ ਪੂਰਨਿਆਂ ਨੂੰ ਹੀ ਪ੍ਰਗਟ ਕੀਤਾ ਸੀਗਾ। ਗਿਆਨੀ ਜੀ ਇੱਕ ਮਿੰਟ, ਆਪਣੇ ਨਾਲ ਯੰਗ ਮੈਨ ਗੁਰਪ੍ਰੀਤ ਸਿੰਘ ਜੁਆਇਨ ਕਰ ਰਿਹਾ ਇੰਡੀਆ ਤੋਂ, ਲੁਧਿਆਣੇ ਤੋਂ, ਤੇ ਆਈ ਵਾਂਟ ਟੂ ਵੈਲਕਮ ਯੂ ਗੁਰਪ੍ਰੀਤ ਸਿੰਘ। ਕੈਨ ਯੂ ਹੀਅਰ ਮੀ? ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ ਜੀ। ਆਵਾਜ਼ ਸੁਣ ਰਹੀ ਹੈ ਮੈਨੂੰ ਤੁਹਾਡੀ ਮੇਰੀ? ਹਾਂਜੀ ਸਰ ਜੀ ਜ਼ਰੂਰ ਸੁਣ ਰਹੀ ਆ ਰਹੀ ਹੈ ਜੀ ਤੁਹਾਡੀ। ਸਤਿਕਾਰਯੋਗ ਭਾਈ ਸਾਹਿਬ ਜੀ ਦੀ ਵੀ ਆ ਰਹੀ ਹੈ ਜੀ। ਹਾਂਜੀ, ਗਿਆਨੀ ਧਰਮ ਸਿੰਘ ਆਪਣੇ ਨਾਲ ਆ, ਗਿਆਨੀ ਧਰਮ ਸਿੰਘ ਕੰਟੀਨਿਊ ਰੱਖਣਗੇ, ਉਸ ਤੋਂ ਬਾਅਦ ਤੁਹਾਡੀ ਵਾਰੀ ਆਊਗੀ ਜੀ। ਹਾਂਜੀ ਚਲੋ ਗਿਆਨੀ ਜੀ। ਹਾਂਜੀ ਤਾਂ ਉਹ ਇਹ ਜਿਹੜਾ ਇੱਕ ਤੇ ਗੱਲ ਬੜੀ ਸਪਸ਼ਟ ਆ ਕਿ ਜਿਹੜਾ ਮੀਰੀ ਤੇ ਪੀਰੀ ਗੁਰੂ ਸਾਹਿਬ ਜੀ ਨੇ ਕਿੰਨੀਆਂ ਹੀ ਗੱਲਾਂ ਇਕੱਠੀਆਂ ਕਰ ਦਿੱਤੀਆਂ। ਮੀਰੀ, ਪੀਰੀ, ਰਾਜ, ਜੋਗ, ਸੰਤ, ਸਿਪਾਹੀ, ਮਾਲਾ, ਕਿਰਪਾਨ, ਇਹਨਾਂ ਸਾਰਿਆਂ ਨੂੰ ਇਕੱਠਿਆਂ ਕਰ ਦਿੱਤਾ। ਪਰ ਇਹਨਾਂ ਦੀ ਜੁਗਤ ਜਿਹੜੀ ਆ ਉਹ ਬੜੀ ਸ਼ਾਨਦਾਰ, ਸਿਪਾਹੀ ਬਾਅਦ ਚ ਆ, ਪਹਿਲੇ ਸੰਤ ਆ ਤੇ ਇਸੇ ਤਰ੍ਹਾਂ ਹੀ ਮੀਰੀ ਤੇ ਪੀਰੀ ਜਿਹੜੀ ਆ ਗੁਰੂ ਸਾਹਿਬ ਨੇ ਸਾਨੂੰ ਪਰਮੇਸ਼ਰ ਦੇ ਨਾਮ ਦਾ ਸਿਧਾਂਤ, ਸ਼ੁਭ ਗੁਣਾਂ ਦੇ ਧਾਰਨੀ ਹੋਣ ਦਾ, ਉੱਚਾ ਸੁੱਚਾ ਆਚਰਣ ਦਾ ਤੇ ਉਹਦੇ ਨਾਲ ਮਜ਼ਲੂਮਾਂ ਦੇ ਹੱਕ ਵਿੱਚ ਖਲੋਣਾ, ਜ਼ੁਲਮ ਦੇ ਵਿਰੁੱਧ ਖਲੋਣਾ, ਇਹ ਸਿਧਾਂਤ ਸਾਨੂੰ ਸਤਿਗੁਰੂ ਸਾਹਿਬ ਜੀ ਨੇ ਬਖਸ਼ਿਸ਼ ਕੀਤੇ। ਤੇ ਇਹ ਜਿਹੜਾ ਹੈਗਾ ਸੰਕਲਪ ਜੇ ਅਸੀਂ ਦੇਖੀਏ ਤੇ ਕੁਦਰਤ ਦੇ ਨਿਯਮਾਂ ਦੇ ਅਨੁਸਾਰ ਹੀ ਆ ਕਿ ਅਸੀਂ ਜਾਨਵਰਾਂ ਨੂੰ ਵੀ ਦੇਖਦੇ ਹਾਂ, ਜਦੋਂ ਕਿਸੇ ਨੂੰ ਜ਼ਿਆਦਾ ਤੰਗ ਕੀਤਾ ਜਾਏ ਤਾਂ ਉਹ ਅੱਗੋਂ ਬੋਲਦਾ ਆ। ਮੈਂ ਸ਼ੇਖ ਸ਼ਾਦੀ ਦੀ ਪੁਸਤਕ ਜਿਹੜੀ ਉਹਦੇ ਚ ਪੜ੍ਹ ਰਿਹਾ ਸੀ, ਉਹ ਕਹਿੰਦਾ ਆ ਜਿਹੜਾ ਦਸਮ ਪਾਤਸ਼ਾਹ ਜੀ ਦੇ ਬਚਨ ਆ, ਚੂੰਕਾਰ ਆਜ ਹਮਾ ਹੀਲ ਤੇ ਦਰ ਗੁਜਸਤ ਹਲਾਲ ਅਸਤ ਬੁਰਦਨ ਬਾ ਸ਼ਮਸ਼ੀਰ ਦਸਤ। ਤੇ ਉਹ ਉੱਥੇ ਕਿਉਂਕਿ 12ਵੀਂ ਸਦੀ ਦੇ ਵਿੱਚ ਹੋਇਆ ਸ਼ੇਖ ਸ਼ਾਦੀ, ਤੇ ਉਹ ਇਸ ਗੱਲ ਦੀ ਗੱਲ ਕਰ ਰਿਹਾ, ਕਹਿੰਦਾ ਕਿ ਜਦੋਂ ਸਾਰੇ ਹੀਲੇ ਖਤਮ ਹੋ ਜਾਣ ਤੇ ਫਿਰ ਜਿਹੜਾ ਸ਼ਸਤਰ ਚੁੱਕ ਕੇ ਤੇ ਜ਼ੁਲਮ ਦੇ ਵਿਰੁੱਧ ਖਲੋਣਾ ਜਿਹੜਾ ਈਮਾਨ ਬਣ ਜਾਂਦਾ। ਉਹ ਉਦਾਹਰਨ ਦਿੰਦਾ, ਕਹਿੰਦਾ ਕਿ ਤੂੰ ਨਹੀਂ ਜਾਣਦਾ ਕਿ ਸਤਾਈ ਹੋਈ ਕੁੱਕੜੀ ਜਿਹੜੀ ਆ ਇੱਲ ਦੇ ਮਗਰ ਭੱਜਦੀ ਆ ਜਦੋਂ ਉਹਦੇ ਬੱਚਿਆਂ ਨੂੰ ਉਹ ਚੁੱਕਣ ਪਵੇ,
ਤੇ ਇਸ ਤਰ੍ਹਾਂ ਦੀਆਂ ਉਹਨੇ ਕਿੰਨੀਆਂ ਉਦਾਹਰਨਾਂ ਦਿੱਤੀਆਂ। ਤੇ ਗੁਰੂ ਸਾਹਿਬ ਜੀ ਦਾ ਇਹ ਸਿਧਾਂਤ ਸੀਗਾ, ਕਿਉਂਕਿ ਇੱਥੇ ਦੁਨੀਆ ਦੇ ਵਿੱਚ ਜਿਹੜੇ ਜ਼ਾਲਮ ਕਿਸਮ ਦੇ ਲੋਕ ਆ, ਜਿਹੜੇ ਠੱਗ ਲੁਟੇਰੇ, ਜਿਨ੍ਹਾਂ ਦੇ ਅੰਦਰ ਇਨਸਾਨੀਅਤ ਨਹੀਂ ਹੁੰਦੀ, ਉਹ ਮਜ਼ਲੂਮਾਂ ਤੇ ਗਰੀਬਾਂ ਤੇ ਨਿਮਾਣਿਆਂ ਨਤਾਣਿਆਂ ਤੇ ਜ਼ੁਲਮ ਕਰਦੇ ਨੇ। ਉਹਨਾਂ ਦੇ ਵਿਰੁੱਧ ਆਵਾਜ਼ ਉਠਾਉਣੀ ਬਹੁਤ ਵੱਡਾ ਧਰਮ ਬਣ ਜਾਂਦਾ। ਥੈਂਕ ਯੂ ਗਿਆਨੀ ਜੀ। ਆਪਾਂ ਆਈ ਵਾਂਟ ਟੂ ਵੈਲਕਮ ਗਿਆਨੀ ਬਿਆਨ ਸਿੰਘ ਹੁਣੀ ਵੀ ਆਏ ਨੇ। ਸੋ ਗਿਆਨੀ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਨਾਲ ਸਾਡੇ ਗੁਰਪ੍ਰੀਤ ਸਿੰਘ ਹੈ। ਇਹਨਾਂ ਨੂੰ ਮੈਂ ਅਰਜ਼ ਕਰਾਂਗਾ ਕਿ ਵੀ ਤੁਸੀਂ ਆਪਣੇ, ਅਸੀਂ ਮੀਰੀ ਪੀਰੀ ਦੀ ਗੱਲ ਕਰ ਰਹੇ ਹਾਂ ਕਿ ਵੀ ਅੱਜ ਕੱਲ੍ਹ ਮੀਰੀ ਪੀਰੀ ਕਿਵੇਂ ਸ਼ੁਰੂ ਹੋਈ ਤੇ ਕਿਸ ਤਰ੍ਹਾਂ ਅੱਜ ਕੱਲ੍ਹ ਕਿਸ ਤਰ੍ਹਾਂ ਚੱਲ ਰਿਹਾ ਕੰਮ, ਜਿਹੜੀ ਐਕਚੁਅਲੀ ਮੁੱਢ ਦੇ ਵਿੱਚ ਮੇਰੀ ਬਣੀ। ਤੇ ਉਹ ਜਿਹੜਾ ਸਾਡਾ ਸੰਤਗਿਰੀ ਦਾ ਜਿਹੜਾ ਸਿਧਾਂਤ ਹੈ ਉਹ ਅੱਜ ਕੱਲ੍ਹ ਖਤਮ ਹੋ ਰਿਹਾ ਤੇ ਜ਼ਿਆਦਾ ਜਿਹੜਾ ਹੈਗਾ ਅਸੀਂ ਲੜਾਈ ਪੜਾਈ ਦੀਆਂ ਗੱਲਾਂ ਦੇ ਵਿੱਚ ਲੱਗੇ ਪਏ ਆ, ਗੰਦਲੀ ਗੰਦੀ ਸਿਆਸਤ ਦੇ ਵਿੱਚ ਪੈ ਗਏ ਆ। ਪਰ ਜਿਹੜੀ ਸਾਨੂੰ ਸੇਧ ਮਹਾਰਾਜ ਨੇ ਦਿੱਤੀ ਸੀ, ਜਿਹਦੀ ਬਾਬਤ ਗੁਰੂ ਭਾਈ ਗੁਰਦਾਸ ਜੀ ਨੇ ਕਿਹਾ ਸੀ, ਸੁਣੀ ਦਤਾਰ ਪ੍ਰਭ ਸੁਣੀ ਪੁਕਾਰ ਮੈਂ ਪਠਾਇਆ, ਹੈ ਜੀ। ਤੇ ਗੁਰਪ੍ਰੀਤ ਸਿੰਘ, ਤੁਹਾਡਾ ਕੀ ਖਿਆਲ ਹੈ ਪੀਰੀ ਮੀਰੀ ਦੇ ਸਿਧਾਂਤ ਬਾਬਤ? ਹਾਂਜੀ, ਸਾਰੇ ਜਿੰਨੇ ਵੀ ਸਤਿਕਾਰਯੋਗ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਮੀਰੀ ਪੀਰੀ ਦੇ ਸੰਬੰਧ ਵਿੱਚ ਜਿੰਨੇ ਵੀ ਸਤਿਕਾਰਯੋਗ ਵੀਰ ਗੱਲਬਾਤ ਕਰ ਰਹੇ ਨੇ, ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਿਲਕੁਲ ਤੁਸੀਂ ਆਖਿਆ ਜੀ, ਜਦੋਂ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਘਰ ਦੀ ਗੱਲ ਤੁਰਦੀ ਹੈ, ਸਿਧਾਂਤਾਂ ਦੀ ਗੱਲ ਤੁਰਦੀ ਹੈ, ਜਿੱਥੇ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਸਾਨੂੰ ਰੱਬੀ ਗੁਣਾਂ ਦਾ ਸਿਧਾਂਤ ਬਖਸ਼ਿਆ, ਜਿੱਥੇ ਉਹਨਾਂ ਨੇ ਕਿਹਾ ਤੁਹਾਡੇ ਕੋਲੇ ਜੀਵਨ ਇੰਨਾ ਸੋਹਣਾ ਹੋਣਾ ਚਾਹੀਦਾ ਕਿ ਤੁਹਾਡੇ ਵਿੱਚ ਤੇ ਪਰਮੇਸ਼ਰ ਦੇ ਵਿੱਚ ਕੋਈ ਫਰਕ ਨਹੀਂ ਹੋਣਾ ਚਾਹੀਦਾ। ਗੁਰਬਾਣੀ ਦਾ ਜੋ ਵਿਸ਼ਾ ਹੈ ਉਹ ਮਨ ਦੇ ਨਾਲ ਹੈ ਤੇ ਮਨ ਨੂੰ ਗੁਰਬਾਣੀ ਸਮਝਾਉਂਦੀ ਹੈ, ਮਨ ਤੂੰ ਜੋਤ ਸਰੂਪ ਹੈ ਆਪਣਾ ਮੂਲ ਪਛਾਣ। ਜਿੱਥੇ ਮਨ ਨੂੰ ਸਟਰੋਂਗ ਕਰਨਾ, ਮਨ ਨੂੰ ਰੱਬੀ ਗੁਣਾਂ ਦੇ ਨਾਲ ਜੋੜਨਾ, ਗੁਰੂ ਸਾਹਿਬ ਕਹਿੰਦੇ ਤੇਰੇ ਸਰੀਰ ਨੂੰ, ਜਿੱਥੇ ਮਨ ਨੂੰ ਵਿਕਾਰਾਂ ਤੋਂ ਬਚਾਉਣਾ, ਤੇਰੇ ਸਰੀਰ ਨੂੰ ਬਾਹਰਲੇ ਦੁਸ਼ਮਣਾਂ ਤੋਂ ਵੀ ਬਚਾਉਣ ਦੀ ਜ਼ਰੂਰਤ ਹੈ। ਉੱਥੇ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ 6ਵੇਂ ਜਾਮੇ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਜਦੋਂ ਗੁਰਤਾ ਗੱਦੀ ਤੇ ਬਿਰਾਜਮਾਨ ਹੁੰਦੇ ਨੇ, ਪੰਜ ਪਿਆਲੇ ਪੰਜ ਪੀਰ ਛਠਮ ਪੀਰ ਬੈਠਾ ਗੁਰ ਭਾਰੀ, ਅਰਜਨ ਕਾਇਆ ਪਲਟ ਕੇ ਮੂਰਤ ਹਰਗੋਬਿੰਦ ਸਵਾਰੀ। ਜਦੋਂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਬੈਠਦੇ ਨੇ ਤਾਂ ਉਹ ਦੋ ਸ਼ਸਤਰ ਧਾਰਨ ਕਰਦੇ ਨੇ, ਇੱਕ ਮੀਰੀ ਦਾ, ਇੱਕ ਪੀਰੀ ਦਾ। ਦੋ ਸ਼ਸਤਰ ਦਾ ਮਤਲਬ ਇਹ ਹੈ ਵੀ ਇੱਕ ਇੱਧਰ ਨੂੰ ਕਿਰਪਾਨ ਪਾ ਲੈਣੀ ਜਾਂ ਇੱਕ ਖੱਬੇ ਪਾਸੇ ਨੂੰ ਕਿਰਪਾਨ ਪਾ ਲੈਣੀ, ਦੂਜੀ ਸੱਜੇ ਪਾਸੇ ਨੂੰ ਨਹੀਂ। ਮਤਲਬ ਕਿਰਪਾਨ ਇੱਕੋ ਹੀ ਪਾਈ ਸੀ, ਖੰਡਾ ਇੱਕ ਗਿਆਨ ਦਾ ਸੀ, ਇੱਕ ਖੰਡਾ ਗਲ ਦੇ ਵਿੱਚ ਪਾਇਆ ਹੋਇਆ ਸੀ ਉਹਨਾਂ ਨੇ। ਉਹ ਇੱਕ ਖੰਡਾ ਗਿਆਨ ਦਾ ਸੀ ਜਿਹੜਾ ਸਾਡੇ ਅੰਦਰਲੇ ਵਿਸ਼ੇ ਵਿਕਾਰਾਂ ਨੂੰ, ਅੰਦਰਲੇ ਔਗਣ ਮਾਰਦਾ ਸੀ। ਦੂਜਾ ਜਿਹੜਾ ਖੰਡਾ ਪਾਇਆ ਸੀ, ਦੂਜੀ ਜਿਹੜੀ ਕਿਰਪਾਨ ਪਾਈ ਸੀ, ਉਹ ਜਿਹੜੇ ਬਾਹਰਲੇ ਜ਼ੁਲਮ ਕਰ ਰਹੇ ਸੀ, ਦੁਸ਼ਟ ਸੀ, ਜਿਹੜੇ ਇਨਸਾਨੀਅਤ ਨੂੰ ਭੁੱਲ ਚੁੱਕੇ ਸੀ, ਉਹਨਾਂ ਦੇ ਖਿਲਾਫ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਜਦੋਂ ਅਰਜਨ ਕਾਇਆ ਪਲਟ ਕੇ, ਮਤਲਬ ਜਦੋਂ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਤੋਂ ਬਾਅਦ ਆਪ ਜੀ ਗੁਰਤਾ ਗੱਦੀ ਤੇ ਬਿਰਾਜਮਾਨ ਹੁੰਦੇ ਨੇ, ਤਾਂ ਆਪ ਜੀ ਇਹ ਸ਼ਸਤਰ ਧਾਰਨ ਕਰਕੇ ਬੈਠਦੇ ਨੇ। ਜਦੋਂ ਦੇਖਿਆ ਗੁਰੂ ਸਾਹਿਬ ਜੀ ਨੇ ਕਿ ਜ਼ੁਲਮਾਂ ਦੀ ਅੱਤ ਹੋ ਗਈ, ਵੇਖੋ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਦੀ ਸ਼ਹੀਦੀ ਪਿੱਛੇ ਲੰਘ ਕੇ ਗਈ, ਆਪਾਂ ਨੂੰ ਸਾਰਿਆਂ ਨੂੰ ਪਤਾ। ਪਰ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਦੀ ਸ਼ਹੀਦੀ ਦੇ ਬਹੁਤ ਸਾਰੇ ਕਾਰਨ ਨੇ, ਅਸੀਂ ਇਕੱਲੇ ਚੰਦੂ ਨਾਲ ਜੋੜ ਕੇ ਦੱਸੀ ਜਾ ਰਹੇ ਹਾਂ। ਅਸੀਂ ਸੇਖ ਸਰਵਰੀਆਂ ਨੂੰ ਨਹੀਂ ਲੈਂਦੇ ਵੀ ਜਦੋਂ ਗੁਰੂ ਅਰਜਨ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਸ਼ਹੀਦੀ ਆਉਂਦੀ ਹੈ ਤਾਂ ਬਹੁਤ ਵੱਡੇ ਵੱਡੇ ਕਾਰਨ ਨੇ। ਸਭ ਤੋਂ ਵੱਡਾ ਕਾਰਨ ਇਹ ਵੀ ਹੈ ਕਿ ਜਦੋਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਸਾਡੇ ਵਰਗੇ ਗਰੀਬ ਲੋਕਾਂ ਨੂੰ, ਲੁਤਾੜਿਆਂ ਲੋਕਾਂ ਨੂੰ ਦੇ ਦਿੱਤਾ, ਜਿਨ੍ਹਾਂ ਨੂੰ ਪੜ੍ਹਨ ਦਾ ਅਧਿਕਾਰ ਨਹੀਂ ਸੀ, ਜਿਨ੍ਹਾਂ ਨੂੰ ਬੋਲਣ ਦਾ ਅਧਿਕਾਰ ਨਹੀਂ ਸੀ, ਜਿਨ੍ਹਾਂ ਨੂੰ ਦੇਖਣ ਦਾ ਅਧਿਕਾਰ ਨਹੀਂ ਸੀ, ਉਹਨਾਂ ਨੂੰ ਇੱਕ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਲੜ ਲਾ ਦਿੱਤਾ, ਜਿਹੜੇ ਬੋਲ ਵੀ ਸਕਦੇ ਨੇ, ਪੜ੍ਹ ਵੀ ਸਕਦੇ ਨੇ, ਵੇਖ ਵੀ ਸਕਦੇ ਨੇ। ਇਸ ਕਰਕੇ ਵੀ ਇਹ ਜਿਹੜੇ ਗਰੀਬ ਲੋਕ ਨੇ, ਜਿਹੜੇ ਇਹ ਦੱਬੇ ਕੁਚਲੇ ਲੋਕ ਨੇ, ਸਦੀਆਂ ਤੋਂ ਲਤਾੜੇ ਲੋਕ ਨੇ, ਇਹਨਾਂ ਨੂੰ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਨੇ ਐਡਾ ਵੱਡਾ ਰੁਤਬਾ ਦੇ ਦਿੱਤਾ, ਭਾਈ ਦਾ ਰੁਤਬਾ ਦੇ ਦਿੱਤਾ। ਇਹਨਾਂ ਨੂੰ ਗੁਰ ਭਾਈ ਬਣਾ ਲਿਆ, ਆਪਣੇ ਨਾਲ ਬਰਾਬਰ ਬਿਠਾਉਣ ਲੱਗ ਗਏ, ਜਿਨ੍ਹਾਂ ਨੂੰ ਅਸੀਂ ਸ਼ੂਦਰ ਕਹਿ ਕੇ ਦੁਰਕਾਰਿਆ। ਜਦੋਂ ਗੁਰੂ ਅਰਜਨ ਸਾਹਿਬ ਮਹਾਰਾਜ ਦੀ ਸ਼ਹੀਦੀ ਹੁੰਦੀ ਹੈ, ਇਹਦਾ ਸਭ ਤੋਂ ਵੱਡਾ ਕਾਰਨ ਇਹੀ ਹੈ ਕਿ ਜਿਹੜੇ ਸਾਡੇ ਲੋਕ ਸਦੀਆਂ ਤੋਂ ਲਤਾੜੇ ਹੋਏ ਸੀ, ਸਦੀਆਂ ਤੋਂ ਦੁਰਕਾਰੇ ਹੋਏ ਸੀ, ਨੇ ਛਾਤੀ ਨਾਲ ਲਾਏ
ਤੇ ਪਰ ਮਨੂਵਾਦ ਬ੍ਰਾਹਮਣਵਾਦ ਜਾਂ ਜਿਹੜਾ ਇਹ ਸਾਨੂੰ ਗਲ ਨਾਲ ਨਹੀਂ ਲਾਉਣਾ ਚਾਹੁੰਦਾ ਸੀ, ਉਹਨੇ ਲੋਕਾਂ ਨੂੰ ਭੜਕਾਇਆ, ਉਹਨੇ ਉਸ ਸਮੇਂ ਦੇ ਜ਼ੁਲਮੀ ਰਾਜਿਆਂ ਨੂੰ ਭੜਕਾਇਆ ਤੇ ਉਹਨੇ ਗੁਰੂ ਅਰਜਨ ਸਾਹਿਬ ਮਹਾਰਾਜ ਦੀ ਸ਼ਹੀਦੀ ਕਰਵਾਈ। ਸ਼ਹੀਦੀ ਕਰਵਾਉਣ ਤੋਂ ਬਾਅਦ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਸੋਚਿਆ ਕਿ ਹੁਣ ਏਦਾਂ ਗੱਲ ਨਹੀਂ ਬਣਨੀ, ਵੀ ਭਗਤੀ ਦੇ ਨਾਲ ਸ਼ਕਤੀ ਵੀ ਚਾਹੀਦੀ ਆ। ਜੇ ਸੂਰਜ ਬਹੁਤਾ ਗਰਮ ਹੋ ਜਾਵੇ ਤਾਂ ਸੂਰਜ ਕੋਲੇ ਕੋਈ ਨਹੀਂ ਜਾਏਗਾ, ਜੇ ਚੰਦਰਮਾ ਜਿੰਨਾ ਕੋਈ ਠੰਡਾ ਹੋ ਜਾਵੇ ਤਾਂ ਚੰਦਰਮਾ ਦੀ ਲੋਕ ਮਿੱਟੀ ਪੱਟ ਲੈਂਦੇ ਨੇ। ਮਹਾਰਾਜ ਕਹਿੰਦੇ ਇੰਨੇ ਆਪਣੇ ਆਪ ਦੇ ਵਿੱਚ ਕੌਨਫੀਡੈਂਸ ਭਰੋ, ਤੁਸੀਂ ਨਾ ਚੰਦਰਮਾ ਬਣੋ ਨਾ ਸੂਰਜ ਬਣੋ, ਤੁਸੀਂ ਉਹ ਤਾਰੇ ਬਣ ਕੇ ਇੱਕ ਧਰੂ ਤਾਰੇ ਦੇ ਵਾਂਗ ਚਮਕੋ, ਨਾ ਕੋਈ ਤੁਹਾਡੀ ਮਿੱਟੀ ਪੱਟ ਸਕੇ ਤੇ ਨਾ ਤੁਹਾਡੇ ਕੋਲ ਪਹੁੰਚ ਕਰ ਸਕੇ। ਇੱਥੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਸਾਡੇ ਉੱਤੇ ਜਿਹੜੀ ਬਖਸ਼ਿਸ਼ ਕੀਤੀ ਹੈ, ਕਿਰਪਾ ਕੀਤੀ ਹੈ, ਉਹ ਮੀਰੀ ਤੇ ਪੀਰੀ ਦੀ ਕੀਤੀ ਹੈ। ਸੰਤ ਤੇ ਸਿਪਾਹੀ ਬਣਾਇਆ, ਨਾ ਅਸੀਂ ਇਕੱਲੇ ਸੰਤ ਬਣਨਾ ਤੇ ਨਾ ਅਸੀਂ ਇਕੱਲੇ ਸਿਪਾਹੀ ਬਣਨਾ। ਜਦੋਂ ਅਸੀਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਨੂੰ ਪੜ੍ਹਦੇ ਹਾਂ, ਆਪਦੇ ਜੀਵਨ ਦੇ ਵਿੱਚ ਧਾਰਨ ਕਰਦੇ ਹਾਂ, ਅਸੀਂ ਸੰਤ ਹਾਂ, ਇਹਦੇ ਵਿੱਚ ਕੋਈ ਸ਼ੱਕ ਨਹੀਂ। ਪਰ ਅਸੀਂ ਸੰਤ ਸ਼ਬਦ ਆਪਦੇ ਨਾਮ ਅੱਗੇ ਲਾ ਨਹੀਂ ਸਕਦੇ, ਕਿਉਂਕਿ ਸੰਤ ਇੱਕ ਗੁਣਾਂ ਦਾ ਨਾਮ ਹੈ। ਗੁਰਬਾਣੀ ਦੇ ਜੋ ਗੁਣ ਨੇ, ਸਤਿਗੁਰਾਂ ਨੇ ਜੋ ਗੁਰਬਾਣੀ ਬਖਸ਼ਿਸ਼ ਕੀਤੀ ਹੈ, ਉਹ ਗੁਣ ਜੇ ਸਾਡੇ ਜੀਵਨ ਦੇ ਵਿੱਚ ਨੇ, ਜਿੰਨਾ ਤੱਕ ਰਹਿਣਗੇ, ਭਾਵੇਂ 1 ਸਕਿੰਟ 1 ਮਿੰਟ 1 ਘੰਟਾ 10 ਦਿਨ 20 ਦਿਨ ਪੂਰੀ ਜ਼ਿੰਦਗੀ ਰਹਿਣ, ਅਸੀਂ ਸੰਤ ਆ। ਪਰ ਜਦੋਂ ਉਹ ਬਿਰਤੀ ਤੋਂ ਡਿੱਗ ਜਾਵਾਂਗੇ, ਉਹ ਗੁਣਾਂ ਨੂੰ ਛੱਡ ਦੇਵਾਂਗੇ, ਉਦੋਂ ਅਸੀਂ ਸੰਤ ਦੇ ਪਦ ਤੋਂ ਡਿੱਗ ਜਾਵਾਂਗੇ। ਇਸ ਕਰਕੇ ਅਸੀਂ ਆਪਣੇ ਨਾਮ ਨਾਲ ਸੰਤ ਨਹੀਂ ਲਾ ਸਕਦੇ। ਸਤਿਗੁਰ ਕੀ ਬਾਣੀ ਸਤ ਸਰੂਪ ਹੈ, ਗੁਰਬਾਣੀ ਬਣੀਏ, ਇਹਦੇ ਵਿੱਚ ਕੋਈ ਸ਼ੱਕ ਨਹੀਂ। ਗੁਰਬਾਣੀ ਤਾਂ ਸਾਨੂੰ ਆਪਣੇ ਵਰਗਾ ਬਣਾ ਲਈ ਹੈ। ਗੁਰੂ ਨਾਨਕ ਆਪਣੇ ਵਰਗਾ ਬਣਾ ਰਹੇ ਨੇ, ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਆਪਣੇ ਵਰਗਾ ਬਣਾ ਰਹੇ ਨੇ। ਗੁਰੂ ਸਾਹਿਬ ਕਹਿੰਦੇ ਜਿੱਥੇ ਸਰੀਰਕ ਤੌਰ ਤੇ ਮੇਰੇ ਵਰਗੇ ਬਣੇ ਹੋ, ਅੰਦਰੋਂ ਮੇਰੇ ਵਰਗੇ ਬਣੇ ਹੋ, ਅੱਜ ਤੁਹਾਨੂੰ ਸਰੀਰਕ ਤੌਰ ਤੇ ਬਣਾਈਏ। ਤੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਜੇ ਆਪ ਦਸਤਾਰ ਸਜਾਈ ਸਾਨੂੰ ਹੁਕਮ ਕੀਤਾ, ਆਪ ਕਲਗੀ ਲਈ ਸਾਨੂੰ ਹੁਕਮ ਕੀਤਾ, ਆਪ ਘੋੜੇ ਰੱਖੇ ਸਾਨੂੰ ਹੁਕਮ ਕੀਤਾ। ਜਿਹੜੇ ਸਦੀਆਂ ਤੋਂ ਗੁਲਾਮ ਬਣਾ ਕੇ ਰੱਖੇ ਗਏ ਲੋਕ ਸੀ ਨਾ, ਅੱਜ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਉਹਨਾਂ ਦੇ ਵਿੱਚ ਉਹ ਤਾਕਤ ਭਰੀ, ਉਹ ਸਪਿਰਿਟ ਭਰੀ। ਉਹ ਜਿਨ੍ਹਾਂ ਨੂੰ ਸ਼ੂਦਰ ਕਹਿ ਕੇ ਦਰਕਾਰਿਆ ਸੀ ਨਾ, ਜਿਨ੍ਹਾਂ ਨੂੰ ਦਲਿਤ ਕਹਿ ਕੇ ਦਰਕਾਰਿਆ ਸੀ, ਜਿਹਦੇ ਵਿੱਚ ਬਹੁਤਾਤ ਦੇ ਵਿੱਚ 97% ਸਾਡੇ ਲੋਕ ਆ ਜਾਂਦੇ ਨੇ, ਸਿਰਫ ਤੇ ਸਿਰਫ ਜਾਂ ਉਹ ਜ਼ੁਲਮੀ ਰਾਜੇ ਜਿਨ੍ਹਾਂ ਨੂੰ ਅਸੀਂ ਮੁਗਲ ਕਹਿ ਦਿੰਦੇ ਆ, ਜਿਨ੍ਹਾਂ ਦੀ ਇਹਨਾਂ ਨੇ ਬ੍ਰਾਹਮਣਵਾਦ ਨੇ ਮੁਖਬਰੀ ਕੀਤੀ ਆ, ਜਿਨ੍ਹਾਂ ਨੇ ਇਹਨਾਂ ਦੇ ਜਾ ਕੇ ਪੈਰ ਫੜਿਆ, ਜਾਂ ਉਹ ਰਾਜਾ ਸੀ ਜਾਂ ਬ੍ਰਾਹਮਣ ਰਾਜਾ ਸੀ। ਕਿਉਂਕਿ ਅੱਜ ਤਾਂ ਰਾਜਨੀਤਿਕ ਤੌਰ ਤੇ ਲੋਕਤੰਤਰ ਹੈ, ਉਸ ਸਮੇਂ ਜੋ ਰਾਜਨੀਤਿਕ ਤੌਰ ਤੇ ਉਸ ਸਮੇਂ ਬ੍ਰਾਹਮਣ ਸੀ, ਜੋ ਬ੍ਰਾਹਮਣ ਨੇ ਕਾਨੂੰਨ ਗੱਲ ਕਹਿ ਦਿੱਤੀ, ਉਹ ਕਾਨੂੰਨ। ਹਾਂਜੀ, ਥੈਂਕ ਯੂ ਗੁਰਪ੍ਰੀਤ ਸਿੰਘ। ਅੱਜ ਕੱਲ੍ਹ ਵੀ ਬ੍ਰਾਹਮਣ ਬਹੁਤ ਮਕਦਾਰ ਦੇ ਵਿੱਚ ਜਿਹੜੇ ਸਾਡੀ ਸਿਆਸਤ ਤੇ ਵੀ ਆਏ ਹੋਏ ਨੇ, ਸਾਡੇ ਰਾਜ ਭਾਗ ਦੇ ਵਿੱਚ ਵੀ ਉਹ ਬੜਾ ਆਏ ਹੋਏ ਨੇ ਕਿਸੇ ਨਾ ਕਿਸੇ ਰੂਪ ਦੇ ਵਿੱਚ। ਇਸੇ ਕਰਕੇ ਸਾਡਾ ਜਿਹੜਾ ਲੋਕਤੰਤਰ ਹੈ ਉਹ ਵੀ ਖਤਰੇ ਦੇ ਵਿੱਚ ਹੀ ਹੈ, ਕਿਉਂਕਿ ਜਿਹੜੇ ਗਰੀਬ ਹੀ ਹੋ ਰਿਹਾ, ਅਮੀਰ ਹੋ ਰਿਹਾ, ਤੇ ਬਰਾਬਰਤਾ ਦਾ ਜਿਹੜਾ ਮਸਲਾ ਚ ਉਹ ਬੇਸ਼ੱਕ ਸਾਡੇ ਅੰਬੇਦਕਰ ਸਾਹਿਬ ਦੇ ਗਏ ਨੇ ਸੰਵਿਧਾਨ ਦੇ ਵਿੱਚ, ਪਰ ਉਸ ਨੂੰ ਪ੍ਰੈਕਟੀਕਲ ਰੂਪ 'ਚ ਨਹੀਂ ਲਿਆਇਆ ਜਾ ਸਕਿਆ, ਕਿਉਂਕਿ ਉਹਨਾਂ ਨੂੰ ਉਹਨਾਂ ਦੇ ਜਿਹੜਾ ਹੱਕ ਜਮਾਈ ਬੈਠੇ ਨੇ ਇਹ ਬ੍ਰਾਹਮਣਵਾਦ ਦੇ ਲੋਕ ਨੇ। ਤੇ ਹਾਂਜੀ ਗਿਆਨੀ ਬਿਆਨ ਸਿੰਘ ਜੀ, ਤੁਸੀਂ ਆਪਣੇ ਵਿਚਾਰ ਪੇਸ਼ ਕਰੋ ਪੀਰੀ ਮੇਰੀ ਦੇ ਵਿੱਚ ਕਿਸ ਤਰ੍ਹਾਂ ਇਹ ਰੈਲੇਵੈਂਟ ਹੈ ਹੁਣ ਸਾਡੇ ਅੱਜ ਕੱਲ੍ਹ ਦੇ ਜੀਵਨ ਦੇ ਵਿੱਚ। ਹਾਂਜੀ, ਪਹਿਲੋਂ ਪਿਆਰ ਔਰ ਅਦਬ ਨਾਲ ਜਿਹੜੇ ਜਿੰਨੇ ਵੀ ਸਾਡੇ ਵੀਰ ਇਸ ਪ੍ਰੋਗਰਾਮ ਦੇ ਵਿੱਚ ਹਾਜ਼ਰ ਹੋਏ ਨੇ, ਤੁਸੀਂ ਗਿਆਨੀ ਧਰਮ ਸਿੰਘ ਜੀ, ਗਿਆਨੀ ਗੁਰਪ੍ਰੀਤ ਸਿੰਘ ਜੀ ਔਰ ਡਾਕਟਰ ਕਿਰਪਾਲ ਸਿੰਘ ਜੀ, ਤੁਸੀਂ ਬਹੁਤ ਅੱਛਾ ਵਿਸ਼ਾ ਚੁਣ ਕੇ ਲਿਆਉਂਦੇ ਹੋ। ਤੁਹਾਡੇ ਇਸ ਵਿਸ਼ੇ ਦੇ ਨਾਲ ਬਹੁਤ ਲੋਕਾਂ ਦਾ ਆਵਾਜ਼ ਆਉਣੀ ਬੰਦ ਹੋ ਗਈ, ਬਹੁਤ ਸਾਰੇ ਵੀਰਾਂ ਦਾ ਭਲਾ ਹੋਣਾ ਹੈ। ਦੇਖੋ ਆ ਗਈ ਆਵਾਜ਼ ਨਹੀਂ ਆ ਰਹੀ? ਨਹੀਂ, ਆਵਾਜ਼ ਨਹੀਂ ਆ ਰਹੀ, ਮੇਰੇ ਕੋਲ ਆ ਰਹੀ, ਤਸਵੀਰ ਵੀ ਨਹੀਂ ਆ ਰਹੀ। ਅੱਛਾ, ਮੇਰੇ ਕੋਲ ਠੀਕ ਚੱਲ ਰਿਹਾ। ਗੁਰਪ੍ਰੀਤ ਸਿੰਘ ਜੀ ਮੈਨੂੰ ਆ ਰਹੀ ਹੈ, ਠੀਕ ਹੈ। ਤੇ ਇਸ ਵਿਸ਼ੇ ਨੂੰ ਕੋਸ਼ਿਸ਼ ਕਰੋ। ਹਾਂਜੀ, ਮੈਂ ਆਵਾਜ਼ ਆ ਰਹੀ ਹੈ ਆਪ ਜੀ ਕੋਲੇ? ਮੈਨੂੰ ਤਾਂ ਆ ਰਹੀ ਹੈ, ਮੈਨੂੰ ਆ ਰਹੀ ਹੈ। ਫਿਰ ਧਰਮ ਸਿੰਘ ਜੀ ਤੁਸੀਂ ਦੁਬਾਰਾ ਆਉਣ ਦੀ ਕੋਸ਼ਿਸ਼ ਕਰੋ। ਹਾਂ, ਅੱਛਾ, ਠੀਕ ਹੈ। ਹਾਂਜੀ, ਤੇ ਇਸ ਦੇ ਵਿੱਚ ਜਿਹੜਾ ਅਸੀਂ ਅੱਜ ਵਿਸ਼ਾ ਚੁਣਿਆ ਹੈ ਮੇਰੀ ਤੇ ਪੀਰੀ ਦਾ। ਹਾਂਜੀ, ਚਾਹੇ ਵੀਰ ਜੀ ਹੁਣਾਂ ਨੇ, ਗੁਰਪ੍ਰੀਤ ਸਿੰਘ ਜੀ ਹੁਣਾਂ ਨੇ ਗੱਲਬਾਤ ਕੀਤੀ ਹੈ, ਪਰ ਉਹਦੇ ਨਾਲ ਥੋੜ੍ਹਾ ਜਿਹਾ ਮੈਂ ਇਸ ਨੂੰ ਅਗੇਤਰ ਵੱਲ ਲਿਜਾਣ ਦੀ ਇੱਛਾ ਰੱਖਦਾ ਹਾਂ, ਤਾਂ ਕਿ ਗੱਲ ਸਾਡੇ ਸਾਰਿਆਂ ਦੇ ਸਰੋਤੇ ਸੁਣਨ ਵਾਲਿਆਂ ਨੂੰ, ਅੱਜ ਸਾਡੀ ਇਸ ਜਿਹੜੀ ਬੈਠਕ ਵਿੱਚ ਬੈਠੇ ਆ, ਇਹਦਾ ਲਾਭ ਹੋ ਸਕੇ। ਉਹਨਾਂ ਦੇ ਕੋਲੇ ਕੁਛ ਇਸ ਤਰ੍ਹਾਂ ਦਾ ਖਜ਼ਾਨਾ ਜਾਵੇ ਜਿਹੜਾ ਖਜ਼ਾਨਾ ਉਹਨਾਂ ਨੂੰ ਲੋੜ ਹੈ, ਜ਼ਰੂਰਤ ਹੈ।
ਮਨੁੱਖੀ ਜੀਵਨ ਦੇ ਵਿੱਚ ਜਿਹੜਾ ਕਾਰਜ ਅਸੀਂ ਆਪ ਕਰਦੇ ਹਾਂ ਉਹ ਤਾਂ ਕਾਰਜ ਨੂੰ ਅਸੀਂ ਸਮਝਦੇ ਹਾਂ ਵੀ ਇਹ ਕਾਰਜ ਸਾਡਾ ਸੰਪੂਰਨ ਹੈ, ਵਧੀਆ ਵਾ, ਇਹਦੇ ਵਿੱਚ ਕੋਈ ਘਾਟ ਨਹੀਂ। ਜਿਹੜਾ ਉਹੀ ਕਾਰਜ ਕੋਈ ਦੂਸਰਾ ਕਰੇ ਤੇ ਸਾਡੇ ਅੰਦਰੋਂ ਇੱਕ ਇਸ ਤਰ੍ਹਾਂ ਦੀ ਗੱਲਬਾਤ ਬਣ ਜਾਂਦੀ, ਅਸੀਂ ਕਹਿੰਦੇ ਵੀ ਇਹ ਕੰਮ ਦੂਸਰਾ ਕਿਵੇਂ ਕਰ ਗਿਆ ਤੇ ਕਿਵੇਂ ਕਰ ਰਿਹਾ, ਨਹੀਂ ਕਰਨਾ ਚਾਹੀਦਾ, ਮੇਰਾ ਕੀਤਾ ਹੀ ਹੋਣਾ ਚਾਹੀਦਾ। ਇਹ ਸਾਡੇ ਅੰਦਰੋਂ ਪਹਿਲੀ ਇਹ ਘਾਟ ਹੈ। ਇਸ ਘਾਟ ਨੂੰ ਅਸੀਂ ਅੱਜ ਗੁਰਬਾਣੀ ਤੇ ਗੁਰਮਤਿ ਦੇ ਵਿਧੀ ਰੋਸ਼ਨੀ ਮੁਤਾਬਕ ਅਸੀਂ ਜੀਵਨ ਨੂੰ ਢਾਲਣਾ ਹੈ। ਇਹਦੇ ਵਿੱਚ ਮੈਂ ਆਪ ਜੀ ਦੇ ਕੋਲੇ ਆ ਰਿਹਾ, ਮੀਰੀ ਤੇ ਪੀਰੀ। ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਦਾ ਤਕਰੀਬਨ 19 ਜੂਨ ਔਰ ਤਕਰੀਬਨ 19 ਜੂਨ ਤੇ 1575 ਦਾ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਪ੍ਰਕਾਸ਼ ਹੈ। ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਦੇ ਇਹ ਮੀਰੀ ਤੇ ਪੀਰੀ ਦੇ ਸਬਜੈਕਟ ਨੂੰ ਜਦੋਂ ਅਸੀਂ ਬਹੁਤ ਧਿਆਨ ਨਾਲ ਵੇਖਦੇ ਹਾਂ, ਉਸ ਸਮੇਂ ਦੇ ਉੱਪਰ ਉਸ ਨੂੰ ਬੜੇ ਵਿਸਥਾਰ ਨਾਲ ਪ੍ਰਿੰਸੀਪਲ ਸਤਵੀਰ ਸਿੰਘ ਜੀ ਨੇ ਵੀ ਅੰਕਿਤ ਕੀਤਾ ਹੈ ਤੇ ਮੈਂ ਰਾਤੀ 3-4 ਵਿਦਵਾਨਾਂ ਨੂੰ ਹੋਰ ਵੀ ਵੇਖਣ ਦਾ ਯਤਨ ਕੀਤਾ। ਉਸ ਸਮੇਂ ਤੇ ਇੱਕ ਗੱਲ ਕਹੀ ਜਾਂਦੀ ਆ ਬਾਰ-ਬਾਰ ਗ੍ਰੰਥਾਂ ਕਿਤਾਬਾਂ ਦੇ ਵਿੱਚ, ਬਈ ਸੇਲੀ ਟੋਪੀ ਤੇ ਮਾਲਾ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਇਹ ਉਤਾਰ ਦਿੱਤੀ। ਸੇਲੀ ਟੋਪੀ ਤੇ ਮਾਲਾ ਇਹ ਉਤਾਰ ਕੇ ਤੇ ਫਿਰ ਉਹਨਾਂ ਨੇ ਸੀਸ ਤੇ ਕਲਗੀ ਲਾਈ ਤੇ ਇਹ ਸਾਰੀ ਪੋਸ਼ਾਕ ਬਾਦਸ਼ਾਹ, ਸ਼ਹਿਨਸ਼ਾਹ, ਪਾਤਸ਼ਾਹ ਵਾਲੀ ਪਾਈ ਆ। ਇੱਥੇ ਸਾਡੇ ਸੁਣਨ ਵਾਲੇ ਸਰੋਤਿਆਂ ਨੂੰ ਮੈਂ ਇਹ ਗੱਲ ਉਹਨਾਂ ਦੀ ਸੁਰਤੀ 'ਚ ਬਿਠਾਉਣ ਦੀ ਇੱਛਾ ਰੱਖਦਾ ਹਾਂ ਕਿ ਗੁਰੂ ਨਾਨਕ ਸਾਹਿਬ ਜੀ ਨੇ ਕੋਈ ਸੇਲੀ ਟੋਪੀ ਨਹੀਂ ਪਾਈ, ਨਾ ਹੀ ਕੋਈ ਮਾਲਾ ਰੱਖੀ ਹੈ। ਜਿਹੜੇ ਲੋਕ ਟੋਪੀ ਦੇ ਆਸ਼ਿਕ ਸਨ, ਜਿਹੜੇ ਲੋਕ ਟੋਪੀ ਨੂੰ ਚੰਗਾ ਸਮਝਦੇ ਸਨ, ਉਹ ਟੋਪੀ ਦੀ ਪ੍ਰਤੀਕ ਪੀਰਾਂ ਤੇ ਫਕੀਰਾਂ ਦੇ ਨਾਲ ਕਰਦੇ ਸਨ। ਉਹਨਾਂ ਨੂੰ ਪੀਰਾਂ ਫਕੀਰਾਂ ਨੂੰ ਗੌਰਮੈਂਟ ਵੱਲੋਂ ਇੱਕ ਜਿਹੜੇ ਮੁਸਲਮਾਨ ਲੋਕ ਹੁੰਦੇ ਸੀ ਉਹਨਾਂ ਨੂੰ ਹਰੇ ਰੰਗ ਦਾ ਕੁੱਲਾ ਮਿਲਦਾ ਹੁੰਦਾ ਸੀ ਤੇ ਜਿਹੜੇ ਹਿੰਦੂ ਹੁੰਦੇ ਸੀ ਉਹਨਾਂ ਨੂੰ ਪੀਲੇ ਰੰਗ ਦਾ, ਭਗਵੇਂ ਰੰਗ ਦਾ ਕੁੱਲਾ ਮਿਲਦਾ ਸੀ। ਪਤਾ ਲੱਗਦਾ ਸੀ ਉਸੇ ਨੂੰ ਅੱਗੇ ਜਾ ਕੇ ਟੋਪੀ ਬਣਾਉਂਦੇ ਆ, ਕੁੱਲੇ ਤੋਂ ਟੋਪੀ ਬਣਾਉਂਦੇ ਆ। ਗੁਰੂ ਨਾਨਕ ਸਾਹਿਬ ਜੀ ਮਹਾਰਾਜ ਨੇ ਇਸ ਤਰ੍ਹਾਂ ਦੀ ਕੋਈ ਸੇਲੀ ਟੋਪੀ ਨਹੀਂ ਪਹਿਨੀ, ਨਾ ਕੋਈ ਮਾਲਾ ਪਾਈ ਹੈ ਇਸ ਤਰ੍ਹਾਂ ਦੀ, ਕਿਉਂਕਿ ਉਹ ਤਾਂ ਮਾਲਾ ਦੇ ਆਪ ਹਰ ਜਗ੍ਹਾ ਦੇ ਉੱਪਰ ਗੁਰਬਾਣੀ, ਗੁਰੂ ਗ੍ਰੰਥ ਸਾਹਿਬ ਜੀ ਦਾ ਸਿਧਾਂਤ ਸਾਰੇ ਗਲੀ ਜਿੰਨਾ ਜਪ ਮਾਲੀਆਂ ਲੋਟੇ ਹੱਥ ਨਵਾਗ, ਇਹ ਸਾਨੂੰ ਸਾਰੀ, ਮੈਂ ਗੁਰਬਾਣੀ ਦੇ ਜ਼ਿਆਦਾ ਉਦਾਹਰਣ ਨਹੀਂ ਦੇਣੇ, ਮੈਂ ਤੱਤ ਤੇ ਲਿਆਉਣਾ। ਇਹ ਸਾਰੀਆਂ ਚੀਜ਼ਾਂ ਉਸ ਸਮੇਂ ਦੇ ਉੱਪਰ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਕੋਲੇ ਪਹਿਲੋਂ ਹੀ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਦੇ ਸਿਧਾਂਤ, ਕੋਈ ਸਿਧਾਂਤ ਨਹੀਂ ਬਦਲਿਆ, ਕੋਈ ਵਿਚਾਰ ਨਹੀਂ ਬਦਲੀ, ਕੋਈ ਉਸ ਸਮੇਂ ਦੇ ਉੱਪਰ ਇਹ ਨਹੀਂ ਹੋਇਆ ਵੀ ਇਹ ਰਾਣ ਵਿੱਚ ਜੂਝਣ ਵਾਸਤੇ, ਜਿੱਤਣ ਵਾਸਤੇ, ਜਾਂ ਕੋਈ ਜ਼ਮੀਨ ਹਥਿਆਉਣ ਵਾਸਤੇ, ਜਾਂ ਬਾਦਸ਼ਾਹੀ ਕਾਮਯਾਬ ਕਰਨ ਵਾਸਤੇ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਮੀਰੀ ਪੀਰੀ ਦਾ ਸਮਾਂ ਬਣਿਆ। ਨਹੀਂ, ਨਾ ਕਿਸੇ ਰਾਜ ਦੀ, ਨਾ ਠਾਠ ਦੀ, ਨਾ ਪਾਠ ਦੀ, ਕੋਈ ਉਹਨਾਂ ਦੇ ਮਨ ਵਿੱਚ ਇਸ ਤਰ੍ਹਾਂ ਦਾ ਖਿਆਲ ਨਹੀਂ ਸੀ। ਪਰ ਉਸ ਸਮੇਂ ਦੇ ਉੱਪਰ ਸ਼ਸਤਰਾਂ ਦੀ ਜਿਹੜੀ ਜ਼ਰੂਰਤ ਪਈ, ਸ਼ਸਤਰਾਂ ਨੂੰ ਧਾਰਨ ਹੋਣ ਦਾ ਸਮਾਂ ਬਣਿਆ, ਉਹ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਦੇ ਸਮੇਂ ਦੇ ਸ਼ਹੀਦ ਦੇ ਉੱਪਰ ਸਾਰੇ ਹੀ ਸਿੱਖਾਂ ਦੇ ਕਲੇਜੇ ਦੇ ਉੱਪਰ ਇੱਕ ਬਹੁਤ ਗਹਿਰਾ ਘਾਉ ਹੋ ਗਿਆ ਸੀ। ਗੁਰੂ ਅਰਜਨ ਸਾਹਿਬ ਜੀ ਦੀ ਸ਼ਹੀਦੀ ਦਾ ਸਿੱਖਾਂ ਦੇ ਕਲੇਜੇ ਦੇ ਉੱਪਰ ਗਹਿਰਾ ਘਾਉ ਹੋ ਗਿਆ ਤੇ ਉਹ ਘਾਉ ਦੇ ਵਿੱਚੋਂ ਇਹ ਮੀਰੀ ਔਰ ਪੀਰੀ ਦਾ ਸਿਧਾਂਤ ਨਿਕਲਿਆ, ਜਿਹਦੇ ਵਿੱਚ ਇੱਥੇ ਵੀ ਬਚਨ ਨੂੰ ਯਾਦ ਰੱਖਣਾ। ਕਈ ਲੋਕ ਕਹਿੰਦੇ ਜੀ ਰਾਜਨੀਤੀ ਅਲੱਗ ਰੱਖੋ, ਧਰਮ ਅਲੱਗ ਕਰੋ। ਨਹੀਂ, ਰਾਜਨੀਤੀ ਤੇ ਧਰਮ ਦੋਨੇ ਇਕੱਠੇ ਚੱਲਦੇ ਨੇ। ਮੀਰੀ ਤੇ ਪੀਰੀ ਦੋਨੇ ਧਰਮ ਇਕੱਠੇ ਚਲਾਉਣੇ ਨੇ, ਰਾਜਨੀਤੀ ਵੀ ਧਰਮ ਵੀ। ਜਿਹੜੇ ਲੋਕ ਧਰਮ ਦੇ ਆਧਾਰ ਤੇ ਰਾਜਨੀਤੀ ਕਰਦੇ ਆ ਉਹਨਾਂ ਦੀ ਰਾਜਨੀਤੀ ਸਫਲ ਹੁੰਦੀ ਹੈ। ਜਿਹੜੇ ਲੋਕ ਇਕੱਲੀ ਰਾਜਨੀਤੀ ਕਰ ਲੈਂਦੇ ਨੇ, ਧਰਮ ਨੂੰ ਨਹੀਂ ਨਾਲ ਚਲਾਉਂਦੇ, ਉਹ ਲੋਕਾਂ ਦੀ ਰਾਜਨੀਤੀ ਹੀ ਲੋਕਾਂ ਦਾ ਨਾਸ਼ ਦਾ, ਵਿਨਾਸ਼ ਦਾ ਕਾਰਨ ਬਣ ਜਾਂਦੀ ਹੈ। ਇਸ ਵਾਸਤੇ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਨੇ ਉਸ ਸਮੇਂ ਦੇ ਉੱਪਰ ਬਹੁਤ ਹੀ ਸ਼ਰਧਾ, ਸਤਿਕਾਰ, ਅਦਬ ਨਾਲ ਸੰਗਤ ਦੇ ਵਿੱਚ ਇੱਕ ਨਵੀਂ ਕ੍ਰਾਂਤੀ ਪਾਈ ਹੈ। ਉਸ ਸਮੇਂ ਦੇ ਉੱਪਰ ਚਾਹੇ ਸਾਡਾ ਇਤਿਹਾਸ ਸਾਨੂੰ ਬਾਰ-ਬਾਰ ਦੱਸਦਾ ਹੈ ਕਿ ਗੁਰੂ ਸਾਹਿਬ ਜੀ ਨੇ ਆਖਿਆ, ਸੋਹਣਾ ਸ਼ਸਤਰ ਨੌਜਵਾਨੀਆਂ ਮੈਨੂੰ ਭੇਟਾ ਕਰੋ। ਹੁਣ ਸਾਨੂੰ ਹੋਰ ਵਸਤੂਆਂ, ਹੋਰ ਭੇਟਾਵਾਂ ਦੀ ਲੋੜ ਨਹੀਂ ਹੈ। ਪਰ ਉਹਦੇ ਵਿੱਚ ਵੀ ਸਿਧਾਂਤ ਨੂੰ ਮੈਂ ਪ੍ਰਿੰਸੀਪਲ ਗੰਗਾ ਸਿੰਘ ਜੀ ਦਾ ਇੱਕ ਖਿਆਲ ਦੇਣ ਦੀ ਇੱਛਾ ਰੱਖਦਾ। ਦੋਨੇ ਹੀ ਚੀਜ਼ਾਂ ਦੀ ਲੋੜ ਸੀ। ਜਿਵੇਂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਬਚਨ ਅਸੀਂ ਪੜ੍ਹਦੇ ਹਾਂ, ਦੇਗ ਤੇਗ ਫਤਿਹ।
ਦੇਗ ਜੇ ਲੰਗਰ ਚੱਲੇਗਾ ਤਾਂ ਹੀ ਤੇਗ ਚੱਲੇਗੀ, ਜੇ ਦੇਗ ਨਹੀਂ ਚੱਲਦੀ ਤਾਂ ਤੇਗ ਵੀ ਨਹੀਂ ਚੱਲ ਸਕਦੀ। ਜਿਹਨੂੰ ਗੁਰਬਾਣੀ ਕਹਿੰਦੀ ਹੈ ਭੁੱਖੇ ਭਗਤ ਨਾ ਕੀਜੈ। ਇਹ ਦੋਨੇ ਸਿਧਾਂਤ ਉਸ ਸਮੇਂ ਉੱਪਰ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਨੇ ਇਹ ਕਾਮਯਾਬ ਕੀਤੇ, ਮੀਰੀ ਔਰ ਪੀਰੀ। ਇੱਥੇ ਵੀ ਵਚਨ ਕੁਝ ਇਤਿਹਾਸਕਾਰਾਂ ਨੇ ਆਪਣੇ ਵੱਲੋਂ ਇਸ ਤਰ੍ਹਾਂ ਦੇ ਲਿਖ ਦਿੱਤੇ ਕਿ ਬਾਬਾ ਜਿਹੜੇ ਸੀਗੇ ਬਾਬਾ ਬੁੱਢਾ ਸਾਹਿਬ ਜੀ, ਉਹਨਾਂ ਨੇ ਤੇਗ ਇੱਕ ਪੁੱਠੀ ਪਵਾਤੀ, ਦੂਜੀ ਸਿੱਧੀ। ਇਹ ਵੀ ਨਹੀਂ, ਨਾ ਪੁੱਠੀ ਪਵਾਈ ਗਈ, ਨਾ ਇਸ ਤਰ੍ਹਾਂ ਦਾ ਹੋਇਆ। ਇੱਕ ਗੱਲ ਹੋਰ ਆਮ ਤੌਰ ਦੇ ਉੱਪਰ ਜਰਾ ਮੈਂ ਤੁਹਾਨੂੰ ਇੰਟਰਪਟ ਕਰਦਾ ਇੱਥੇ ਕਿ ਉਹ ਤਾਂ ਗੱਲ ਤੁਹਾਡੀ ਠੀਕ ਹੈ, ਜਿਹੜੀ ਹਿਸਟਰੀ ਦਾ ਤੁਸੀਂ ਵਿਚਾਰ ਕਰ ਰਹੇ ਆ। ਮੇਰਾ ਸਵਾਲ ਇਹ ਆ ਇਸ ਪ੍ਰੋਗਰਾਮ ਦੇ ਲਈ ਕਿ ਬਈ ਅੱਜ ਕੱਲ ਇਹ ਜਿਹੜਾ ਸਾਡਾ ਪੀਰੀ ਮੇਰੀ ਦਾ ਪ੍ਰਿੰਸੀਪਲ ਹੈ, ਇਹਦਾ ਕੀ ਰੈਲੇਵੈਂਸ ਅੱਜ ਕੱਲ ਦੀ ਜ਼ਿੰਦਗੀ ਦੇ ਵਿੱਚ? ਇੱਥੇ ਆ ਰਿਹਾ ਜੀ, ਮੈਂ ਇੱਥੇ ਆ ਰਿਹਾ, ਇੱਥੇ ਪਹੁੰਚ ਰਿਹਾ ਜੀ, ਮੈਂ ਆ ਰਿਹਾ ਜੀ, ਉੱਥੇ ਆ ਰਿਹਾ। ਤੇ ਇਹ ਸਾਨੂੰ ਸਤਿਗੁਰੂ ਜੀ ਨੇ ਹਾਂਜੀ, ਸਤਿਗੁਰੂ ਜੀ ਨੇ ਸਾਨੂੰ ਜਿਹੜਾ ਇਹ ਜੀਵਨ ਦਾ ਇੱਕ ਮਹਾਨ ਫਲਸਫਾ ਦਿੱਤਾ ਸੀ। ਅੱਜ ਦੇ ਸਮੇਂ ਵਿੱਚ ਸਾਨੂੰ ਜਿਹੜੇ ਸ਼ਸਤਰਾਂ ਦੀ ਉਦੋਂ ਗੱਲ ਹੋਈ ਸੀ, ਉਹ ਸ਼ਸਤਰ ਸੁਰੱਖਿਆ ਦੇ ਰੂਪ ਵਿੱਚ ਅੱਜ ਵੀ ਲੋੜ ਹਨ। ਐਸਾ ਨਹੀਂ ਕਿ ਅੱਜ ਸਾਨੂੰ ਲੋੜ ਨਹੀਂ ਹਨ। ਜਿੱਥੇ ਵੀ ਹੁਣ ਪਿਛਲਾ ਜਿਹੜਾ ਅਸੀਂ ਦਹਾਕੇ ਦੇ ਵਿੱਚ ਲੰਘ ਕੇ ਗਿਆ ਸਾਰਾ ਦਿਵਸ ਵੇਖਿਆ ਵਾ, ਉਹਦੇ ਵਿੱਚ ਜਿਨ੍ਹਾਂ ਨੂੰ 84 ਦੇ ਵਿੱਚ ਜਿਸ ਪਰਿਵਾਰਾਂ ਦੇ ਕੋਲੇ ਕੋਈ ਅਸਲਾ ਸੀ, ਸ਼ਸਤਰ ਸੀ, ਉਹ ਪਰਿਵਾਰ ਦਿੱਲੀ ਦੰਗਿਆਂ 'ਚ, ਹੋਰ ਭਲੇਈ ਦੰਗਿਆਂ 'ਚ ਉਹਨਾਂ ਦਾ ਬਚਾਅ ਹੋਇਆ। ਜਿਨ੍ਹਾਂ ਕੋਲੇ ਸ਼ਸਤਰ ਨਹੀਂ ਸੀ, ਉਹ ਪਰਿਵਾਰ ਮਾਰੇ ਗਏ। ਸ਼ਸਤਰ ਦੀ ਉਦੋਂ ਵੀ ਲੋੜ ਸੀ, ਸ਼ਸਤਰ ਦੀ ਅੱਜ ਵੀ ਲੋੜ ਹੈ ਆਪਣੀ ਸੁਰੱਖਿਆ ਦੇ ਮੁਤਾਬਕ। ਪਰ ਅੱਜ ਨਾਲ ਇੱਕ ਤੀਸਰਾ ਸ਼ਸਤਰ ਜਿਹਨੂੰ ਮੈਂ ਹੁਣੇ ਹੀ ਤੁਹਾਡੇ ਧਿਆਨ 'ਚ ਲਿਆਉਣਾ ਚਾਹੁੰਦਾ ਵਾਂ, ਉਹ ਹੈ ਵਿਦਿਆ ਦਾ। ਤੇ ਇੱਕ ਗੱਲ ਇਹ, ਤੇ ਦੂਸਰੀ ਗੱਲ ਦੀ ਗੱਲ ਦੇ ਮੈਂ ਖਿਲਾਫ ਹਾਂ। ਜਿਹੜਾ ਵੀਰ ਵੀ ਗੱਲ ਕਰਦਾ ਉਹ ਬ੍ਰਾਹਮਣਾਂ ਦੀ, ਮਨੂਵਾਦ ਦੀ, ਤੇ ਉਹਨਾਂ ਦੇ ਉੱਪਰ ਸਿਰ ਦੇ ਉੱਪਰ ਸਿੱਟ ਕੇ ਤੇ ਆਪ ਸੁਰਖਰੂ ਹੋਣ ਦਾ ਯਤਨ ਕਰਦਾ ਹੈ। ਅਸੀਂ ਨਾ ਬ੍ਰਾਹਮਣਾਂ ਨੂੰ ਮਾੜਾ ਕਹਿਣਾ, ਨਾ ਮਨੂਵਾਦ ਨੂੰ ਮਾੜਾ ਕਹਿਣਾ। ਉਦੋਂ ਸਮਾਂ ਹੁੰਦਾ ਸੀ ਜਦੋਂ ਮਨੂਵਾਦ ਦਾ ਜ਼ੋਰ ਸੀ, ਉਦੋਂ ਸਮਾਂ ਹੁੰਦਾ ਸੀ ਬ੍ਰਾਹਮਣਾਂ ਦਾ ਜ਼ੋਰ ਸੀ। ਅੱਜ ਤਾਂ ਅਸੀਂ ਆਪ ਹੀ ਸਿੱਖ ਹੀ ਬ੍ਰਾਹਮਣ ਬਣੇ ਬੈਠੇ ਹਾਂ। ਗਲਤੀ ਸਾਡੇ ਆਪਣੇ ਚਾਹ ਸੋਧ ਅਸੀਂ ਆਪ ਨਹੀਂ ਕਰ ਰਹੇ। ਸਾਡੀ ਕੌਮ ਦੇ ਵਿੱਚ ਕੀ ਹੋਣਾ ਚਾਹੀਦਾ, ਕੀ ਲੋੜ ਹੈ, ਕੀ ਜ਼ਰੂਰਤ ਹੈ, ਜਾਣਾ ਤਾਂ ਇਸ ਪਾਸੇ ਸੀ। ਅੱਜ ਸਾਨੂੰ ਪੜ੍ਹੇ ਲਿਖੇ ਲੋਕਾਂ ਨੂੰ ਰਾਜਨੀਤੀ ਵਿੱਚ ਆਪ ਆਉਣਾ ਚਾਹੀਦਾ ਸੀ। MLA MP ਬਣ ਕੇ ਉਸ ਗੌਰਮੈਂਟ ਦੇ ਵਿੱਚ ਬੈਠ ਕੇ ਕੋਈ ਗੱਲ ਕਰਨੀ ਚਾਹੀਦੀ ਸੀ। ਪਰ ਅਸੀਂ ਆਪ ਦੂਸਰੇ ਦੇ ਸਿਰ ਦੇ ਉੱਪਰ ਸਿੱਟ ਕੇ ਉਹਨਾਂ ਨੂੰ, ਉਦੋਂ ਬ੍ਰਾਹਮਣਾਂ ਦਾ ਜ਼ੋਰ ਸੀ, ਉਦੋਂ ਮਨੂਵਾਦ ਦਾ ਜ਼ੋਰ ਸੀ, ਅੱਜ ਨਹੀਂ। ਅੱਜ ਅਸੀਂ ਆਪ ਹੀ ਜਾਣ ਕੇ, ਮੈਂ ਉਸ ਹਿੰਦੂ ਸੰਪਰਦਾ ਦਾ ਨਾਂ ਨਹੀਂ ਲੈਣਾ ਚਾਹੁੰਦਾ, ਕਿਉਂਕਿ ਜਦੋਂ ਨਾਂ ਲੈ ਲੈਂਦੇ ਹਾਂ ਅਸੀਂ ਕਿਸੇ ਨੂੰ ਪ੍ਰਮੋਟ ਕਰ ਦਿੰਦੇ ਹਾਂ ਵੀ ਇਹ ਸਾਡੇ ਮੂਹਰੇ ਖੜਾ, ਸਾਡਾ ਦੁਸ਼ਮਣ ਬਣਾ ਦਿੰਦੇ ਹਾਂ। ਨਹੀਂ, ਅੱਜ ਸਾਨੂੰ ਆਪ ਜਾਗਣ ਦੀ ਲੋੜ ਹੈ। ਅੱਜ ਸਾਨੂੰ ਆਪ ਜਾਗਣ ਦੀ ਲੋੜ ਹੈ। ਇੱਕ ਕੈਨੇਡਾ ਦੀ ਛੋਟੀ ਜਿਹੀ ਗੱਲ ਸੁਣਾ ਕੇ ਮੈਂ ਬੱਚਿਆਂ ਨੂੰ ਸੰਖੇਪ ਕਰ ਦੇਣਾ। ਕੈਨੇਡਾ ਦੇ ਵਿੱਚ ਮੈਨੂੰ ਕਿਸੇ ਵੀਰ ਨੇ ਗੱਲ ਸੁਣਾਈ ਵੀ ਉੱਥੋਂ ਦੇ ਪ੍ਰਾਈਮ ਮਿਨਿਸਟਰ ਨੇ ਆਖਿਆ ਵੀ ਜੇ ਕਿਸੇ ਸਰਦਾਰ ਦੀ ਪੱਗ ਉਤਾਰ ਦਿੱਤੀ ਗਈ ਤਾਂ ਉਹਨੂੰ ਇੰਨਾ ਜੁਰਮਾਨਾ ਹੋਏਗਾ, ਇੰਨੀ ਜੇਲ੍ਹ ਹੋਵੇਗੀ। ਇਹ ਗੱਲ ਦਾ ਸਿਧਾਂਤ ਉਹਨੇ ਆਪਦੇ ਵੱਲੋਂ ਕਹਿਤਾ ਕੈਨੇਡਾ ਦੀ ਧਰਤੀ 'ਚ। ਤੇ ਉਹਨੂੰ ਸੁਣਨ ਵਾਲੇ ਕੁਝ ਗੋਰਿਆਂ ਨੇ ਆਖਿਆ ਵੀ ਐਡੀ ਕਿਹੜੀ ਕੀਮਤੀ ਚੀਜ਼ ਆ, ਜੇ ਉਤਰ ਜਾਏ ਉਹਦੀ ਜੇਲ੍ਹ ਹੋਵੇਗੀ, ਉਹਦੀ ਇੰਨੀ ਸਜ਼ਾ, ਪੈਸੇ ਲੱਗ, ਡਾਲਰ ਵੀ ਇੰਨੇ ਉਹਨੂੰ ਦੇਣੇ ਪੈਣਗੇ। ਗੱਲ ਕੀ ਹੈ? ਉਹ ਗੋਰੇ ਅੰਗਰੇਜ਼ ਜਦੋਂ ਗੁਰਦੁਆਰੇ 'ਚ ਆਏ ਵੇਖਣ ਵਾਸਤੇ, ਕਿ ਕੀ ਵੇਖਦੇ ਨੇ ਕਿ ਇਹ ਸਰਦਾਰ ਆਪ ਹੀ ਕੇਵਲ 5-7% ਦਸਤਾਰਾਂ ਵਾਲੇ, ਬਾਕੀ ਸਾਰੇ ਮੋਨੇ ਆ। ਤੇ ਉਹਨਾਂ ਨੇ ਫਿਰ ਉਹ ਵਾਪਸ ਇੱਕ ਸਿਧਾਂਤ ਦਿੱਤਾ, ਕਹਿੰਦੇ ਵੀ ਜੇ ਦਾ ਕੋਈ ਸਰਦਾਰ ਦੀ ਪੱਗ ਲਾ ਦੇਵੇ ਤੇ ਤੁਸੀਂ ਉਹਨੂੰ ਇੰਨਾ ਜੁਰਮਾਨਾ ਕਰਨ ਵਾਸਤੇ ਕਹਿੰਦੇ ਆ, ਜੇਲ੍ਹ ਭੇਜਣ ਵਾਸਤੇ ਗੱਲ ਕਰਦੇ ਆ। ਤੇ ਜਿਹੜੇ ਸਰਦਾਰ ਆਪ ਹੀ ਦਸਤਾਰਾਂ ਪੱਗਾਂ ਲਾਈ ਫਿਰਦੇ ਆ, ਇਹਨਾਂ ਨੂੰ ਕੀ ਸਜ਼ਾ ਦਿਓਗੇ? ਹੈਗੇ ਸਿੱਖ ਤੇ ਪੱਗਾਂ ਲਾਈ ਫਿਰਦੇ ਨੇ, ਇਹਨਾਂ ਨੂੰ ਕੀ ਸਜ਼ਾ ਦਿਓਗੇ? ਬਸ ਆਹ ਗੱਲ ਨੂੰ ਅਸੀਂ ਸਮਝਣਾ ਵਾ, ਇਸ ਚੀਜ਼ ਨੂੰ ਅਸੀਂ ਸਮਝਣਾ, ਧਿਆਨ ਦੇਣਾ। ਅੱਜ ਸਾਡੇ ਵੀਰ ਅਸੀਂ ਆਪ ਹੀ ਥੱਲੇ ਨੂੰ ਰਸਾਤਲ ਨੂੰ ਜਾ ਰਹੇ ਹਾਂ। ਕੋਈ ਸਾਨੂੰ ਬਾਹਮਣਵਾਦ, ਕੋਈ ਸਾਨੂੰ ਮਨੂਵਾਦ, ਕੋਈ ਸਾਡੇ ਨਾਲ ਕੋਈ ਮਾੜਾ ਕਰਨ ਦੀ ਜਲਤ ਨਹੀਂ ਹੈ। ਮੀਰੀ ਤੇ ਪੀਰੀ। ਹਾਂਜੀ, ਥੈਂਕ ਯੂ। ਵੀ ਹੈਵ ਟੂ ਸਟਾਪ ਹੇਅਰ ਨਾਓ। ਗੁਰਪ੍ਰੀਤ ਸਿੰਘ, ਤੁਹਾਡਾ ਕੀ ਵਿਚਾਰ ਹੈ ਇਸ ਪਾਸੇ? ਬਿਲਕੁਲ ਸਹੀ ਗੱਲ ਕਹੀ ਹੈ ਜੀ ਇਹਨਾਂ ਨੇ, ਬਹੁਤ ਸੋਹਣਾ ਮਤਲਬ ਦੱਸਿਆ ਸਾਨੂੰ। ਅੱਜ ਦੇ ਸਮੇਂ ਦੇ ਵਿੱਚ ਬ੍ਰਾਹਮਣਵਾਦ ਸਾਡੇ ਤੇ ਭਾਰੂ ਨਹੀਂ, ਪਰ ਅਸੀਂ ਖੁਦ ਬ੍ਰਾਹਮਣ ਬਣ ਗਏ।
ਅਸੀਂ ਖੁਦ ਮਨੂਵਾਦ ਬਣ ਗਏ। ਅਸੀਂ ਉਹਨੂੰ ਦੋਸ਼ ਨਹੀਂ ਦੇ ਸਕਦੇ। ਸਾਡੇ ਕੋਲ ਲੋਕਤੰਤਰ ਹੁੰਦਿਆਂ ਹੋਇਆਂ, ਸਾਡੇ ਕੋਲੇ ਸਤਿਗੁਰਾਂ ਦੀ ਵਿਚਾਰ ਹੁੰਦਿਆਂ ਹੋਇਆਂ, ਸਾਡੇ ਕੋਲੇ ਮੀਰੀ ਪੀਰੀ ਦਾ ਸਿਧਾਂਤ ਹੁੰਦਿਆਂ ਹੋਇਆਂ ਅਸੀਂ ਆਪਣੀਆਂ ਜੜ੍ਹਾਂ ਆਪ ਹੀ ਪੱਟ ਰਹੇ ਹਾਂ। ਅਸੀਂ ਗੁਲਾਮ ਖੁਦ ਹੀ ਬਣ ਰਹੇ ਹਾਂ। ਧਰਮ ਤੇ ਰਾਜਨੀਤੀ, ਇਹੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਜੋ ਸਾਨੂੰ ਮੀਰੀ ਪੀਰੀ ਦਾ ਸਿਧਾਂਤ ਦਿੱਤਾ, ਉਹ ਇਹੀ ਸੀ ਕਿ ਜਿੱਥੇ ਤੁਸੀਂ ਧਾਰਮਿਕ ਤੌਰ ਤੇ ਆਪਣਾ ਜੀਵਨ ਵਧੀਆ ਬਣਾਉਣਾ, ਲੋਕਾਂ ਦਾ ਜੀਵਨ ਵਧੀਆ ਬਣਾਉਣਾ, ਉੱਥੇ ਤੁਸੀਂ ਰਾਜਨੀਤਿਕ ਤੌਰ ਤੇ ਹਰ ਇੱਕ ਸੁੱਖ ਸਹੂਲਤਾਂ, ਹਰ ਇੱਕ ਉਹ ਚੀਜ਼ਾਂ ਤੁਹਾਡੇ ਕੋਲ ਆਉਣੀਆਂ ਚਾਹੀਦੀਆਂ ਨੇ ਜਿਹਦੇ ਨਾਲ ਤੁਹਾਡਾ ਜੀਵਨ ਵਧੀਆ ਬਤੀਤ ਹੋਵੇ। ਗੁਰੂ ਹਰਗੋਬਿੰਦ ਸਾਹਿਬ ਮੈਨੂੰ ਇਹ ਦੱਸੋ ਗੁਰਪ੍ਰੀਤ ਸਿੰਘ ਕਿ ਇਹ ਫਿਰ ਲੋਕ ਕਿਉਂ ਖੇਰੂ ਹੋ ਰਹੇ ਆ? ਇਹ ਰਵਿਦਾਸੀਆਂ ਦਾ ਗੁਰਦੁਆਰਾ, ਇਹ ਰਾਮਗੜੀਆਂ ਦਾ ਗੁਰਦੁਆਰਾ, ਇਹ ਮਝਵੀਆਂ ਦਾ ਗੁਰਦੁਆਰਾ, ਇਸ ਤਰ੍ਹਾਂ ਅਲੱਗ-ਅਲੱਗ। ਅਸੀਂ ਤਾਂ ਜਿਹੜੇ ਪੰਡਤ ਤੇ ਬਾਹਮਣ ਜਿਹੜੇ ਵੰਡੀਆਂ ਪਾਉਂਦੇ ਸੀ, ਅਸੀਂ ਤਾਂ ਉਹਨਾਂ ਨੂੰ ਵੀ ਟੱਪ ਗਏ। ਅਸੀਂ ਹੋਰ ਵੀ ਵੰਡੀਆਂ ਤੋਂ ਵੰਡੀਆਂ ਪਾ ਰਹੇ ਹਾਂ, ਤੇ ਫਿਰ ਸਾਡੇ ਕਿੱਥੇ ਜਾ ਰਹੀ ਹੈ ਸਾਡੀ ਮੱਤ? ਉਹੀ ਗੱਲ ਕਹਿ ਰਹੇ ਆ ਨਾ ਜੀ, ਜਿਹੜਾ ਮਨੂਵਾਦ ਹੈ, ਬ੍ਰਾਹਮਣਵਾਦ ਹੈ, ਉਹ ਅਸੀਂ ਬਣ ਗਏ। ਉਹ ਪਹਿਲਾਂ ਬੋਧੀ ਵਾਲਾ ਹੁੰਦਾ ਸੀ, ਅੱਜ ਪੱਗ ਵਾਲਾ ਬਣ ਗਿਆ, ਜੂੜੇ ਵਾਲਾ ਬਣ ਗਿਆ। ਉਹ ਪਹਿਲਾਂ ਧੋਤੀ ਆ ਨਾ ਜੀ। ਗੁਰਪ੍ਰੀਤ ਸਿੰਘ ਜੀ, ਗਿਆਨੀ ਬੇਅੰਤ ਸਿੰਘ ਜੀ ਵਾਹਿਗੁਰੂ, ਆਵਾਜ਼ ਆ ਰਹੀ ਜੀ? ਹਾਂਜੀ ਆ ਰਹੀ ਆ ਰਹੀ। ਹਾਂ, ਕਰੋ ਗੱਲ। ਜੇ ਅਸੀਂ ਉਹਨਾਂ ਗੱਲਾਂ ਦੇ ਅਸੀਂ ਧਾਰਨੀ ਬਣ ਗਏ, ਫਿਰ ਉਹ ਭਾਰੂ ਹੋਇਆ ਨਾ ਸਾਡੇ ਤੇ ਟੌਪਿਕ ਤੇ। ਜੀ ਇਹੀ ਗੱਲ ਕਰ ਰਹੇ ਹਾਂ, ਕਰੋ। ਹਾਂ ਚਲੋ। ਕਹਿਣ ਦਾ ਇਹ ਆ ਵੀ ਇੱਕ ਹੁੰਦੀ ਹੈ ਜੀ ਧੱਕੇ ਨਾਲ ਤੁਹਾਡੇ ਸਿਰ ਦੇ ਉੱਪਰ ਕੁਝ ਮੜਿਆ ਜਾਵੇ, ਇੱਕ ਹੁੰਦਾ ਕਿਸੇ ਦਾ ਸਮਾਨ ਚੁੱਕ ਕੇ ਸਿਰ ਤੇ ਆਪ ਰੱਖ ਕੇ ਤੁਰ ਪੈਣਾ। ਇਹ ਦੋਨਾਂ ਗੱਲਾਂ 'ਚ ਫਰਕ ਹੈ। ਇੱਕ ਬੰਦਾ ਛਿੱਤਰ ਨਾਲ ਕਾਨੂੰਨ ਮਨਾਉਂਦਾ ਵਾ, ਇੱਕ ਬੰਦਾ ਛਿੱਤਰ ਤੋਂ ਬਿਨਾਂ ਹੀ ਆਪ ਕਾਨੂੰਨ ਮੰਨ ਕੇ ਉਹਦੇ 'ਚ ਤੁਰਦਾ ਵਾ। ਇਹ ਦੋਨਾਂ ਗੱਲਾਂ 'ਚ ਫਰਕ ਹੈ। ਇਸ ਵਾਸਤੇ ਅੱਜ ਦੇ ਸਾਡੀ ਜਿਹੜੀ ਡਿਬੇਟ ਵਿੱਚ ਅਸੀਂ ਜਿੰਨੇ ਵੀ ਵੀਰ ਬੈਠੇ ਆ, ਅੱਜ ਅਸੀਂ ਇਸ ਸਿਧਾਂਤ ਤੇ ਜ਼ੋਰ ਦੇਣਾ, ਗੁਰੂ ਕੇ ਸਿੱਖੋ ਸਾਰੇ ਮਿਲ ਕੇ ਸਾਂਝੀ ਵਾਲਤਾ ਦੇ ਨਾਲ ਜੋ ਸਾਡੇ ਅਲੱਗ-ਅਲੱਗ ਗੁਰਦੁਆਰੇ ਬਣੇ ਨੇ, ਰਵਿਦਾਸ ਟੈਂਪਲ ਹੋਰ ਬਣੇ ਨੇ, ਉਹਨਾਂ ਨੂੰ ਵੀ ਸਾਰਿਆਂ ਨੂੰ ਨਾਲ ਲੈ ਕੇ ਇੱਕ ਅਸੀਂ ਪਲੇਟਫਾਰਮ ਬਣਾਈਏ, ਇੱਕ ਅਸੀਂ ਜਗ੍ਹਾ ਤੇ ਇਕੱਠੇ ਹੋਈਏ। ਇਕੱਠੇ ਹੋ ਕੇ ਜਿਹੜਾ ਸਾਡੇ ਅੰਦਰ ਵਿਤਕਰੇ ਭੇਦਭਾਵ ਪਏ ਹੋਏ ਨੇ, ਇਹਨਾਂ ਤੋਂ ਅਸੀਂ ਦੂਰ ਹਟ ਗਏ। ਦੁਬਦਾ ਦੂਰ ਕਰੋ ਲਿਵ ਲਾਏ, ਦੁਬਦਾ ਦੂਰ ਕਰਕੇ ਸਾਰੇ ਇੱਕ ਥਾਂ ਤੇ ਊਚ ਨੀਚ ਭਿੰਨ ਭਾਵ ਦੇ ਸਾਰੇ ਵੇਰਵਿਆਂ ਨੂੰ ਛੱਡ ਕੇ ਅਸੀਂ ਆਪ ਜਾਗੀਏ, ਨਾ ਕਿ ਅਸੀਂ ਦੂਸਰੇ ਦੇ ਸਿਰ ਦੇ ਉੱਪਰ ਰੱਖ ਕੇ ਕੋਈ ਮਾੜਾ ਦੂਸਰੇ ਨੂੰ ਕਹਿਣ ਦਾ ਯਤਨ ਕਰੀਏ। ਆਪਣੇ ਆਪ ਨੂੰ ਜੇ ਸਵਾਰ ਲਿਆ, ਆਪ ਸਵਾਰੇ ਮੈਂ ਮਿਲੇ ਜੀ, ਆਪ ਸਵਾਰ ਲਿਆ ਤਾਂ ਸਭ ਕੁਝ ਸਵਰ ਜਾਣਗੇ। ਜੇ ਦੂਸਰਿਆਂ ਨੂੰ ਹੀ ਸਵਾਰਦੇ ਰਹੇ, ਦੂਸਰਿਆਂ ਦੇ ਉੱਤੇ ਜਦੋਂ ਇੱਥੇ ਮੈਂ ਨੈਟ ਦੇ ਉੱਪਰ ਕਈ ਸਾਰੇ ਵੀਰ ਸਾਨੂੰ ਇਸ ਤਰ੍ਹਾਂ ਦੀਆਂ ਸਿੱਖਾਂ ਦੇ ਪ੍ਰਤੀ ਉਹਨਾਂ ਦੀਆਂ ਪੱਗਾਂ ਲਾਉਂਦੇ ਹੋਰ ਕਰਦਿਆਂ ਦੀਆਂ ਵੀਡੀਓ ਭੇਜ ਦਿੰਦੇ ਆ, ਮੈਂ ਨਾਲ ਹੀ ਉਸ ਨੰਬਰ ਦੇ ਉੱਪਰ ਫੋਨ ਕਰਦਾ, ਮਿੱਤਰਾ ਤੂੰ ਕੀ ਕਰਨਾ ਚਾਹੁੰਦਾ? ਤੂੰ ਆਪ ਸਿੱਖ ਹੈ, ਜੇ ਤੂੰ ਆਪ ਸਿੱਖ ਹੈ ਤੇ ਤੂੰ ਪੱਗ ਲੈਂਦੀ ਕਿਵੇਂ ਵੇਖੀ? ਜੇ ਤੂੰ ਇਹ ਪੱਗ ਲੈਂਦੀ ਹੋਈ ਸੀ ਤੇ ਤੂੰ ਮੈਨੂੰ ਵੀਡੀਓ ਭੇਜਣ ਦੀ ਬਜਾਏ ਆਪ ਸਿੱਧਾ ਉੱਥੇ ਜਾਂਦਾ, ਜਾ ਕੇ ਉਹਨਾਂ ਨਾਲ ਗੱਲ ਕਰਦਾ। ਤੂੰ ਆਪ ਹੀ ਆਪ ਦੇ ਸਿਰ 'ਚ ਜੁੱਤੀਆਂ ਮਾਰਨੀਆਂ। ਇਹਨੂੰ ਛੱਡ ਗਏ। ਜਾਗਣਾ ਅਸੀਂ ਅੱਜ ਹੈਗਾ, ਅੱਜ ਸਮਾਂ, ਅੱਜ ਇੰਟਰਨੈਟ ਦਾ ਸਮਾਂ। ਮੈਂ ਇੰਡੀਆ 'ਚ ਬੈਠਾ ਬੋਲ ਰਿਹਾ, ਗਿਆਨੀ ਧਰਮ ਸਿੰਘ ਜੀ ਆਸਟ੍ਰੇਲੀਆ 'ਚ ਨੇ, ਗੁਰਪ੍ਰੀਤ ਸਿੰਘ ਜੀ ਦਾ ਮੈਨੂੰ ਨਹੀਂ ਪਤਾ, ਆਪ ਅਮਰੀਕਾ ਦੇ ਵਿੱਚੋਂ। ਇਹ ਸਾਰੇ ਦੂਰ ਦੂਰ ਬੈਠ ਕੇ ਅੱਜ ਅਸੀਂ ਇੱਕ ਪਲੇਟਫਾਰਮ ਤੇ ਇਕੱਠੇ ਹੋਏ ਬੈਠੇ ਆ। ਕਿੱਡੀ ਵੱਡੀ ਸੁਵਿਧਾ, ਇੰਨੀ ਚੰਗੀ ਸੁਵਿਧਾ ਦੇ ਵਿੱਚ ਵੀ ਅਸੀਂ ਆਪਣੀ ਕੌਮ ਨੂੰ ਸਹੀ ਮਾਰਗ ਨਾ ਦੇ ਸਕੇ। ਇਹ ਸਾਡੀ ਬਦਨਸੀਬੀ ਆ, ਕਿਸੇ ਹੋਰ ਦੀ ਨਹੀਂ। ਬਿਲਕੁਲ ਗੱਲ ਤੁਹਾਡੀ ਸਹੀ ਹੈ, ਪਰ ਸਾਨੂੰ ਇਹ ਵਿਚਾਰ ਕਰੋ ਹੁਣ ਕਿ ਇਹ ਸ਼ੁਰੂਆਤ ਕਿਵੇਂ ਕੀਤੀ ਜਾਵੇ ਇਹਦੀ। ਗੁਰਪ੍ਰੀਤ ਸਿੰਘ, ਦੇਖੋ ਜੀ, ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਬਾਣੀ ਦਾ ਬਹੁਤ ਪਿਆਰਾ ਸਿਧਾਂਤ ਹੈ। ਅਸਲ ਦੇ ਵਿੱਚ ਗੱਲ ਪਤਾ ਕੀ ਹੋਈ, ਅਸੀਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਵਿਚਾਰਧਾਰਾ ਨੂੰ ਖੁਦ ਪੜ੍ਹਿਆ ਨਹੀਂ, ਖੁਦ ਸਮਝਿਆ ਨਹੀਂ। ਜੋ ਸਾਨੂੰ ਪ੍ਰਚਾਰਕਾਂ ਨੇ, ਜੋ ਸਾਨੂੰ ਦੂਜੇ ਜਿਹੜੇ ਸਾਡੇ ਧਾਰਮਿਕ ਆਗੂ ਨੇ, ਉਹਨਾਂ ਨੇ ਅਰਥ ਦੱਸੇ, ਅਸੀਂ ਉਦਾਂ ਹੀ ਮੰਨ ਲਵੇ। ਅਸੀਂ ਖੁਦ ਬਾਣੀ ਨੂੰ ਪੜ੍ਹਨ ਦਾ, ਖੁਦ ਬਾਣੀ ਨੂੰ ਸਮਝਣ ਦਾ ਯਤਨ ਨਹੀਂ ਕੀਤਾ। ਮੈਂ ਸੰਗਤਾਂ ਨੂੰ ਇਹੀ ਰਿਕੁਐਸਟ ਕਰਨਾ ਚਾਹੁੰਦਾ, ਇਹੀ ਬੇਨਤੀ ਕਰਨਾ ਚਾਹੁੰਦਾ ਇਸ ਮਾਧਿਅਮ ਦਾ ਰਾਹੀਂ ਵੀ ਖੁਦ ਬਾਣੀ ਨੂੰ ਪੜ੍ਹੋ, ਖੁਦ ਸਮਝੋ। ਕਿਉਂਕਿ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਖੁਦ ਕਹਿ ਰਹੀ ਹੈ, ਸਤਿਗੁਰ ਕਹਿ ਰਹੇ ਨੇ ਵੀ ਨਿਰਗੁਣ ਆਪ ਸਰਗੁਣ ਵੀ ਉਹੀ, ਵੀ ਨਿਰਗੁਣ ਵੀ ਉਹੀ ਹੈ, ਸਰਗੁਣ ਵੀ ਉਹੀ ਹੈ। ਤੋਹੀ ਮੋਹੀ ਮੋਹੀ ਤੋਹੀ ਅੰਤਰ ਕੈਸਾ, ਕਨਕ ਕਟਕ ਜਲ ਤਰੰਗ ਜੈਸਾ। ਅਸੀਂ ਉਸ ਅਕਾਲ ਪੁਰਖ ਦਾ ਰੂਪ ਹਾਂ, ਰੱਬ ਦਾ ਰੂਪ ਹਾਂ। ਅਸੀਂ ਉਹਦਾ ਰੂਪ ਹੁੰਦੇ ਹੋਏ ਅਕਾਲ ਪੁਰਖ ਸਾਡੇ ਅੰਦਰ ਹੈ। ਅਸੀਂ ਆਪਣੇ ਅੰਦਰ ਦੀ ਪੜਚੋਲ ਕਰੀਏ, ਪਹਿਲਾਂ ਖੁਦ ਅਸੀਂ ਰੱਬ ਦਾ ਰੂਪ ਬਣੀਏ, ਫਿਰ ਪਰਿਵਾਰ ਨੂੰ ਬਣਾਈਏ, ਫਿਰ ਆਪਣੇ ਰਿਸ਼ਤੇਦਾਰਾਂ ਵੱਲ ਤੁਰੀਏ। ਜਦੋਂ ਅਸੀਂ ਜਿੰਨਾ ਤੱਕ ਖੁਦ ਨਹੀਂ ਬਣ ਸਕਦੇ, ਉਹਨਾਂ ਤੱਕ ਅਸੀਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਸਿਧਾਂਤ ਨੂੰ, ਬਾਣੀ ਨੂੰ ਪੜ੍ਹ ਕੇ
ਸਮਝ ਕੇ ਅਸੀਂ ਆਪਣਾ ਜੀਵਨ ਵਧੀਆ ਨਹੀਂ ਬਣਾ ਸਕਦੇ ਜਿੰਨਾ ਤੱਕ ਅਸੀਂ ਬਾਣੀ ਨੂੰ ਪੜ੍ਹਦੇ ਜਾਂ ਸਮਝਦੇ ਨਹੀਂ। ਮੈਂ ਤਾਂ ਇਹੀ ਰਿਕਵੈਸਟ ਇਹੀ ਬੇਨਤੀ ਕਰਨਾ ਚਾਹੁੰਦਾ ਕਿ ਗੁੱਡ ਖੁਦ ਪੁਆਇੰਟ। ਬਾਣੀ ਪਰ ਗੱਲ ਇਹ ਹੈ ਵੀ ਸਾਡੇ ਜਿਹੜੇ ਗੁਰਦੁਆਰਾ ਜਾਂ ਸਾਡੇ ਜਿਹੜੇ ਮਾਹੌਲ ਨੇ ਉਹਦੇ ਵਿੱਚ ਤਾਂ ਕੀਰਤਨ ਤੇ ਲੰਗਰ ਤੋਂ ਬਗੈਰ ਹੋਰ ਟਾਈਮ ਹੀ ਨਹੀਂ ਹੁੰਦਾ ਕਿਸੇ ਚੀਜ਼ ਦਾ। ਤੇ ਫਿਰ ਸਾਨੂੰ ਇਹਦਾ ਮਤਲਬ ਲੋੜ ਹੈ ਕਿ ਵੀ ਘਰਾਂ ਦੇ ਬਾਹਰ ਛੋਟੇ ਗਰੁੱਪ ਬਣਾ ਕੇ ਇਹਨਾਂ 'ਚ ਡਿਸਕਸ ਕੀਤੀਆਂ ਜਾਣ ਚੀਜ਼ਾਂ। ਹਾਂਜੀ, ਲੋੜ ਦੇ ਮੁਤਾਬਕ ਡਾਕਟਰ ਕਿਰਪਾਲ ਸਿੰਘ ਜੀ, ਲੋੜ ਦੇ ਮੁਤਾਬਕ ਹੀ ਸਰਦਾਰ ਮੇਘਰਾਜ ਸਿੰਘ ਜੀ ਹੁਣਾਂ ਨੇ ਜੋ ਵਾਇਸ ਆਫ ਮਾਨਵਤਾ ਦਾ ਚੈਨਲ ਇਹ ਖੋਲਿਆ ਵਾ, ਇਹ ਵੀ ਇੱਕ ਉਸ ਕਾਰਨ ਦੀ ਪਹਿਲ ਕਦਮੀ ਹੈ। ਅੱਜ ਇਹ ਮਾਨਵਤਾ ਸਾਰੀ ਨੂੰ ਇਕੱਠਾ ਕਰਨ ਵਾਸਤੇ, ਪੂਰੀ ਦੁਨੀਆ ਦੀ ਸਾਰੀ ਦੱਸਣ ਵਾਸਤੇ, ਸਿੱਖੀ ਸਿਧਾਂਤਾਂ ਨੂੰ ਅਸੀਂ ਉਭਾਰਨ ਵਾਸਤੇ, ਆਪੋ ਆਪਣੇ ਗੁਣਾਂ ਨੂੰ ਅੱਗੇ ਗੁਰੂ ਨਾਲ ਜੋ ਸਾਡੇ ਗੁਰੂ ਸਾਹਿਬ ਨੇ ਸਾਨੂੰ ਦਾਤਾਂ ਦਿੱਤੀਆਂ ਨੇ, ਇਹ ਪਹਿਲ ਕਦਮੀ ਡਾਕਟਰ ਕਿਰਪਾਲ ਸਿੰਘ ਜੀ ਨੇ ਔਰ ਸਰਦਾਰ ਮੇਘਰਾਜ ਸਿੰਘ ਜੀ ਹੁਣਾਂ ਨੇ ਇਹ ਕਰ ਦਿੱਤੀ ਹੈ। ਆਪਾਂ ਹੁਣ ਇਹਨੂੰ ਲੈ ਕੇ ਅੱਗੇ ਤੁਰਨਾ। ਇਹ ਪਹਿਲ ਕਦਮੀ ਸਾਡੀ ਪਿੱਛੇ ਨਾ ਰਹਿ ਜਾਵੇ, ਰੁਕ ਨਾ ਜਾਵੇ, ਕਿਸੇ ਵਜ੍ਹਾ ਕਰਕੇ ਅਸੀਂ ਪਿੱਛੇ ਨਾ ਰਹਿ ਜਾਈਏ। ਇਸੇ ਤਰ੍ਹਾਂ ਹੀ ਡਿਬੇਟਾਂ ਕਰਕੇ ਅਸੀਂ ਗੁਰਮਤ ਦਾ ਸਿਧਾਂਤ, ਮੀਰੀ ਪੀਰੀ ਜੋ ਸਾਡੇ ਗੁਰੂ ਨੇ ਸਾਨੂੰ ਦਿੱਤੀ ਹੈ, ਇਸ ਮੌਕੇ ਸਾਨੂੰ ਜਿਹੜਾ ਸ਼ਸਤਰ ਹੈ ਉਹ ਗਿਆਨ ਦਾ ਜ਼ਿਆਦਾ ਲੈਣਾ ਚਾਹੀਦਾ। ਜਿੰਨਾ ਜਾਂ ਕਿਸੇ ਸਮੇਂ ਸੀ ਵੀ ਗੁਰੂ ਗ੍ਰੰਥ ਸਾਹਿਬ ਜੀ ਦੀ ਪੂਜਾ ਤੇ ਫਿਰ ਕਰਦੇ ਸੀ ਅਸੀਂ ਗਿਆਨ, ਪਰ ਅੱਜ ਪੂਜਾ ਸਾਨੂੰ ਘਟਾ ਕੇ ਗਿਆਨ ਦੇ ਮਾਧਿਅਮ ਨਾਲ ਜ਼ਿਆਦਾ ਤੁਰਨਾ ਚਾਹੀਦਾ। ਸਾਡੇ ਕੋਲੇ ਵੱਡਾ ਇਤਿਹਾਸ ਹੈ, ਬਹੁਤ ਵੱਡਾ ਵਿਰਸਾ ਹੈ। ਮੈਂ ਹੁਣੇ ਕਿਤਾਬ ਲਿਖੀ ਜਾ ਰਿਹਾ ਜੈਦੇਵ ਜੀ ਦੇ ਪ੍ਰਤੀ, ਭਗਤ ਜੈਦੇਵ ਜੀ ਦੇ ਪ੍ਰਤੀ ਕਿਤਾਬ ਮੇਰੀ ਤੁਰੀ ਜਾ ਰਹੀ ਹੈ। ਉਹਨਾਂ ਦੇ ਮੈਂ ਜਦੋਂ ਜੀਵਨ ਲਕਸ਼ ਨੂੰ ਪੜ੍ਹਿਆ, ਮੇਰੇ ਮਨ ਅੰਦਰੋਂ ਗਦਗਦ ਹੋ ਗਿਆ ਕਿ ਜੇ ਇਸ ਤਰ੍ਹਾਂ ਦੇ ਸਿਧਾਂਤਕ ਸਾਡੇ ਕੋਲੇ ਬੰਗਾਲ 'ਚ ਬੈਠਾ ਹੋਇਆ ਇੱਕ ਬਹੁਤ ਵੱਡਾ ਪ੍ਰਚਾਰਕ ਸੀ, ਅਸੀਂ ਅੱਜ ਤੱਕ ਉਹਨੂੰ ਪ੍ਰਚਾਰ ਹੀ ਨਹੀਂ ਸਕੇ, ਦੱਸ ਹੀ ਨਹੀਂ ਸਕੇ। ਆਹ ਸਾਡੇ 'ਚ ਨਾ ਕਿਸੇ ਹੋਰ ਦੀ, ਨਾ ਧਨ ਦੀ, ਨਾ ਦੌਲਤ ਦੀ। ਜਿਹੜੇ ਪ੍ਰਚਾਰਕ ਵੀ ਹੈਗੇ ਬਣਦੇ ਆ ਜਾਂ ਅਸੀਂ ਸਿੱਖ ਇਤਿਹਾਸ ਨੂੰ ਕਥਾਵਾਚਕ ਬਣ ਜਾਂਦੇ ਆ, ਉਹ ਕੇਵਲ ਥੋੜੀਆਂ ਜਿਹੀਆਂ ਕਥਾਵਾਂ ਜਵਾਨੀ ਯਾਦ ਕਰਕੇ ਉਹੀ ਨਿਤ ਗੁਰਦੁਆਰਿਆਂ 'ਚ ਸੁਣਾਈ ਜਾਂਦੇ ਆ। ਨਵੀਂ ਕਥਾ ਦੀ ਖੋਜ ਹੀ ਨਹੀਂ ਕਰਦੇ, ਨਵੇਂ ਇਤਿਹਾਸ ਨੂੰ ਵੇਖਦੇ ਹੀ ਨਹੀਂ। ਐਡਾ ਵੱਡਾ ਕੀਮਤੀ ਸਾਡੇ ਪਿਤਾ ਦਾਦੇ ਨੇ ਗੁਰੂ ਗ੍ਰੰਥ ਸਾਹਿਬ ਜੀ ਪਿਓ ਦਾਦੇ ਦਾ ਖੋਲ ਡਿੱਠਾ ਖਜ਼ਾਨਾ ਸੀ। ਅਸੀਂ ਅਰਬਾਂ ਖਰਬਾਂ ਦੇ ਮਾਲਕ ਸੀ, ਪਰ ਅਸੀਂ ਕੰਗਾਲ ਬਣੇ ਬੈਠੇ ਹਾਂ। ਕਿਉਂ? ਨਾ ਇਤਿਹਾਸ ਵੱਲ ਜਾਂਦੇ ਆ, ਨਾ ਗੁਰਬਾਣੀ ਵੱਲ ਜਾਂਦੇ ਆ, ਨਾ ਉਸ ਨੂੰ ਖੋਜ ਕੇ ਸਹੀ ਸਿਧਾਂਤ ਲੈਂਦੇ ਆ। ਉਹੀ ਜਿਹੜੀਆਂ ਰਟੇ ਰਟਾਏ ਸਾਡੇ ਕੋਲੇ ਸਪੀਚਾਂ ਹੁੰਦੀਆਂ, ਉਹੀ ਬੋਲ ਕੇ ਅਸੀਂ ਸੰਗਤਾਂ ਵਿੱਚ ਆ ਜਾਂਦੇ ਆ। ਪਰ ਨਹੀਂ, ਇੱਕ ਇੱਕ ਪ੍ਰਚਾਰਕ ਸਾਡੇ ਕੋਲੇ, ਸਾਡੇ ਗੁਰੂਆਂ ਨੇ ਕੋਈ ਇਹ ਨਹੀਂ ਸੀ ਵੀ ਇੱਕ ਗ੍ਰੰਥ ਤਿਆਰ ਕਰਨਾ ਸੀਗਾ ਵੀ ਉਹ 'ਚ ਅਲੱਗ-ਅਲੱਗ ਕਵੀ ਇਕੱਠੇ ਕਰਕੇ ਕਿਤਾਬ ਲਿਖਤੀ। ਨਹੀਂ, ਅਲੱਗ-ਅਲੱਗ ਗੁਰੂ ਸਾਹਿਬ ਜੇ ਜੈਦੇਵ ਜੀ ਨੂੰ ਫੜਿਆ ਤੇ ਬੰਗਾਲ ਦੀ ਧਰਤੀ ਦੇ ਵਿੱਚੋਂ ਉੱਥੋਂ ਇੱਕ ਪ੍ਰਚਾਰ ਦਾ ਸੋਮਾ ਕੱਢਿਆ। ਅਸੀਂ ਅੱਜ ਤੱਕ ਉਹਨਾਂ ਦੇ ਪਦਿਆਂ ਬਾਰੇ ਵੀ ਕਿਸੇ ਨੂੰ ਦੱਸ ਨਾ ਸਕੇ ਵੀ ਕਿੱਡੀ ਵੱਡੀ ਇਨਸਾਨੀਅਤ ਦਾ ਫਲਸਫਾ ਦਿੱਤਾ ਸੀ। ਬਾਬਾ ਫਰੀਦ ਸਾਹਿਬ ਜੀ ਜੇ ਪਾਕਪਟਨ ਤੋਂ ਫੜੇ, ਇਹ ਵੀ ਸਾਡੇ ਸਿਧਾਂਤ ਨੇ, ਸਾਡੇ ਇਕੱਠੇ ਹੋਣ ਦੇ ਸਿਧਾਂਤ ਨੇ। ਕੇਵਲ ਅਸੀਂ ਇਸ ਚੀਜ਼ ਤੇ ਹੀ ਨਹੀਂ ਧਾਰਨੀ ਰਹਿਣਾ ਵੀ ਅਸੀਂ ਕੇਵਲ ਇਹ ਗੱਲਾਂ ਕਰਕੇ ਹੀ ਉਰਜ ਗਏ। ਅਸੀਂ ਜਿਵੇਂ ਮਾਨਵਤਾ ਇਹ ਚੈਨਲ ਸਾਡਾ ਆਰੰਭ ਹੋਇਆ, ਇਹਦੇ ਨਾਲ ਸਾਰੀ ਮਾਨਵਤਾ ਨੂੰ ਇੱਕ ਸੁੱਚਾ ਗਿਆਨ ਤੇ ਮੀਰੀ ਔਰ ਪੀਰੀ ਦੇ ਵਿੱਚ ਅਸੀਂ ਲਿਆ ਕੇ ਇਹ ਦੱਸਣਾ ਵੀ ਗੁਰੂ ਕੇ ਸਿੱਖ ਗਿਆਨ ਵੀ ਰੱਖਦੇ ਨੇ ਤੇ ਨਾਲ ਤਾਕਤ ਵੀ ਰੱਖਦੇ ਨੇ। ਤੁਹਾਡੇ ਕੋਲੇ ਤਾਕਤ ਤਾਂ ਇਸ ਮੌਕੇ ਭਰਪੂਰ ਹੈ, ਗਿਆਨ ਵੀ ਬਹੁਤ ਜ਼ਰੂਰੀ ਹੈ, ਜਿਹਦੇ ਨਾਲ ਅਸੀਂ ਸਾਰੇ ਇਕੱਠੇ ਹੋ ਕੇ ਇੱਕ ਮੰਚ ਤੇ ਇੱਕ ਦੂਸਰੇ ਨਾਲ ਦੁੱਖ ਸੁੱਖ ਕਰ ਸਕੀਏ। ਥੈਂਕ ਯੂ ਗੁਰਪ੍ਰੀਤ ਸਿੰਘ। ਤੁਹਾਡਾ ਕੀ ਵਿਚਾਰ ਹੈ? ਜਿਵੇਂ ਸਾਡੇ ਲੋਕ ਨੇ, ਸਿੱਖਲੀਗਰ ਬੜੇ ਨੇ, ਗਰੀਬ ਲੋਕ ਹੈਗੇ ਨੇ, ਇਸੇ ਤਰ੍ਹਾਂ ਹੋਰ ਬੜੇ ਹੈ ਜਿਨ੍ਹਾਂ ਨੂੰ ਸਾਨੂੰ ਨਾਲ ਜੋੜਨ ਦੀ ਲੋੜ ਹੈ ਗੁਰਬਾਣੀ ਦੇ ਆਧਾਰ ਤੇ ਕਿ ਅਸੀਂ ਰਲ ਮਿਲ ਕੇ ਇੱਕ ਦੂਜੇ ਨੂੰ, ਜਿਵੇਂ ਆਪਣੀ ਰਹਿਤ ਮਰਿਆਦਾ ਵੀ ਕਹਿੰਦੀ ਹੈ ਵੀ ਇੱਕ ਸਿੱਖ ਦੂਜੇ ਨੂੰ ਗੁਰਮੁਖੀ ਪੜ੍ਹਨੀ ਸਿਖਾਵੇ, ਜਾਂ ਇੱਕ ਸਿੱਖ ਜਿਹੜਾ ਦੂਜੇ ਨੂੰ ਸਕਿੱਲ ਸਿਖਾਵੇ ਜਿਹੜੀ ਆਪ ਨੂੰ ਆਉਂਦੀ ਹੈ, ਤਾਂ ਕਿ ਸਾਡਾ ਜਿਹੜਾ ਸਮਾਜ ਆ ਸਾਂਝੇ ਤੌਰ ਤੇ ਤਰੱਕੀ ਕਰ ਸਕੇ। ਇਹ ਨਹੀਂ ਹੈ ਕਿ ਵੀ ਇੱਕ ਦੂਜੇ ਤੋਂ ਦੂਰ ਹੋ ਕੇ ਅਸੀਂ ਜਿਹੜੇ ਆਪਣੇ ਗੁਣ ਹੈ ਉਹਨਾਂ ਨੂੰ ਲੁਕੋ ਕੇ ਹੀ ਰੱਖੀਏ। ਕੀ ਖਿਆਲ ਹੈ ਤੁਹਾਡਾ? ਜਿਵੇਂ ਜੀ ਵੌਇਸ ਆਫ ਮਾਨਵਤਾ ਬਹੁਤ ਵਧੀਆ ਚੈਨਲ ਦਾ ਨਾਮ ਤੋਂ ਹੀ ਪਤਾ ਲੱਗ ਜਾਂਦਾ ਵੀ ਜਿਹੜੀ ਮਾਨਵਤਾ ਅਸਲ ਦੇ ਵਿੱਚ ਮਨੁੱਖਤਾ ਹੀ ਸਭ ਤੋਂ ਵੱਡਾ ਧਰਮ ਹੈ। ਜਦੋਂ ਅਸੀਂ ਲੋਕਾਂ ਨੂੰ ਇਹ ਸਮਝਾ ਦਿੱਤਾ ਵੀ ਮਨੁੱਖਤਾ ਹੀ ਸਭ ਤੋਂ ਵੱਡਾ ਧਰਮ ਹੈ, ਸਭ ਤੋਂ ਉੱਤਮ ਇਹ ਕਰਮ, ਸਗਲ ਧਰਮ ਸਰਬ ਧਰਮ ਕੋ ਸ੍ਰੇਸ਼ਟ ਧਰਮ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਵੀ ਆਖਦੇ ਨੇ, ਸਗਲ ਧਰਮ ਹੈ ਸ੍ਰੇਸ਼ਟ ਧਰਮ, ਹਰ ਕੋ ਨਾਮ ਜਪ ਨਿਰਮਲ ਕਰਮ। ਚੰਗੇ ਕਰਮ ਕਰਨੇ, ਹਰੀ ਦਾ ਨਾਮ ਜਪਣਾ, ਉਹਦੇ ਗੁਣਾਂ ਨੂੰ ਯਾਦ ਕਰਨਾ, ਹਰ ਇੱਕ ਮਨੁੱਖਤਾ ਦੇ ਵਿੱਚੋਂ ਉਸ ਨੂੰ ਵੇਖਣਾ
ਉਸ ਅਕਾਲ ਪੁਰਖ ਨੂੰ ਵੇਖਣਾ ਉਹ ਉਹਨਾਂ ਤੱਕ ਨਹੀਂ ਦਿਸ ਸਕਦਾ ਜਿੰਨਾ ਤੱਕ ਅਸੀਂ ਆਪਣੇ ਅੰਦਰੋਂ ਨਹੀਂ ਵੇਖਦੇ। ਸਾਨੂੰ ਤਾਂ ਹਰ ਇੱਕ ਦੇ ਵਿੱਚੋਂ ਰੱਬ ਦਿਸਣਾ ਚਾਹੀਦਾ। ਜਿਵੇਂ ਸਿਕਲੀਗਰ ਹੋ ਗਏ, ਇਹ ਵੀ ਆਪਣਾ ਭਾਈਚਾਰਾ, ਬ੍ਰਾਹਮਣ ਵੀ ਆਪਣਾ ਭਾਈਚਾਰਾ। ਬ੍ਰਾਹਮਣ ਸਾਡਾ ਕੋਈ ਦੁਸ਼ਮਣ ਨਹੀਂ, ਬ੍ਰਾਹਮਣਵਾਦ ਨਾਲ ਦੁਸ਼ਮਣ ਹੈ, ਬ੍ਰਾਹਮਣ ਨਾਲ ਦੁਸ਼ਮਣ ਨਹੀਂ। ਹੁਣ ਜੇ ਬ੍ਰਾਹਮਣ ਦੁਸ਼ਮਣ ਹੋਵੇਗਾ ਤਾਂ ਸਤਿਗੁਰੂ ਰਾਮਾਨੰਦ ਜੀ ਬ੍ਰਾਹਮਣ ਨਹੀਂ ਜਾਤ ਦੇ, ਉਹਨਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਦਰਜ ਹੈ। ਜਿਵੇਂ ਭਾਈ ਸਾਹਿਬ ਜੀ ਨੇ ਦੱਸਿਆ, ਸਤਿਗੁਰੂ ਜੈਦੇਵ ਜੀ ਬੰਗਾਲ ਤੋਂ, ਉਹ ਵੀ ਬ੍ਰਾਹਮਣ ਨੇ ਜਾਤ ਦੇ, ਉਹਨਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਵਿੱਚ ਦਰਜ ਆ। ਮੈਂ ਪੂਰੀ ਮਨੁੱਖਤਾ ਨੂੰ ਇਸ ਮਾਧਿਅਮ ਰਾਹੀਂ ਦੱਸਣਾ ਚਾਹੁੰਦਾ, ਇਸ ਚੈਨਲ ਰਾਹੀਂ ਦੱਸਣਾ ਚਾਹੁੰਦਾ ਵੀ ਜਿਹੜੀ ਇਨਸਾਨੀਅਤ ਆ ਉਹੀ ਰੱਬ ਹੈ, ਭਾਵੇਂ ਕੋਈ ਸਿਗਲੀਗਰ ਹੈ। ਕਿਉਂਕਿ ਇਹ ਜਿਹੜੀਆਂ ਅੱਗੇ ਅੱਗੇ ਜਾਤਾਂ ਬਣੀਆਂ ਨੇ, ਕਾਸਟਿਜ਼ਮ ਬਣੇ ਨੇ, ਇਹਦੇ ਵਿੱਚ ਸਿਗਲੀਗਰ ਵੀ ਆ ਜਾਂਦੇ ਨੇ। ਸਾਡਾ ਵਾਲਮੀਕ ਭਾਈਚਾਰਾ, ਰਵਿਦਾਸੀਆ ਭਾਈਚਾਰਾ, ਸੈਣ ਭਾਈਚਾਰਾ, ਨਾਈ ਭਾਈਚਾਰਾ, ਜਿੰਨੇ ਵੀ ਭਾਈਚਾਰੇ ਆ ਜਾਂਦੇ ਨੇ। ਜਿਵੇਂ 6743 ਜਾਤਾਂ ਨੇ। ਜੇਕਰ ਅਸੀਂ ਇਕੱਲੇ ਸਿੱਖ, ਜੇਕਰ ਗਰੀਬ ਸਿੱਖਾਂ ਦੀ ਬਾਂਹ ਫੜੀਏ, ਉਹਨਾਂ ਨੂੰ ਆਰਥਿਕ ਤੌਰ ਤੇ, ਸਮਾਜਿਕ ਤੌਰ ਤੇ ਉਹਨਾਂ ਦਾ ਅਸੀਂ ਸਾਥ ਦਈਏ, ਉਹਨਾਂ ਨੂੰ ਗਰੀਬੀ ਦੇ ਵਿੱਚੋਂ ਕੱਢੀਏ, ਤਾਂ ਉਹ ਜਦੋਂ ਅਸੀਂ ਬਾਕੀਆਂ ਨੂੰ ਅਸੀਂ ਹਿੰਦੂ, ਮੁਸਲਮਾਨ, ਸਿੱਖ, ਈਸਾਈ, ਜੈਨੀ, ਬੋਧੀ ਸਾਰਿਆਂ ਨੂੰ ਗਰੀਬੀ ਦੇ ਵਿੱਚੋਂ ਕੱਢ ਕੇ ਮਾਨਸਿਕ ਤੌਰ ਤੇ ਜਿਹੜੀ ਸਾਡੇ ਅੰਦਰ ਗਰੀਬੀ ਹੈ ਵੀ ਅਸੀਂ ਇਸ ਦੇਸ਼ ਦੇ ਸ਼ਾਸਕ ਨਹੀਂ ਬਣ ਸਕਦੇ। ਜਿਵੇਂ ਭਾਈ ਸਾਹਿਬ ਜੀ ਨੇ ਆਖੀ ਸੀ ਗੱਲ ਵੀ ਅਸੀਂ ਇੱਥੋਂ PN ਤੋਂ ਲੈ ਕੇ PM ਦੀਆਂ ਡਿਗਰੀਆਂ ਤੇ ਜਦੋਂ ਖੁਦ ਬੈਠਾਂਗੇ ਨਾ, ਫਿਰ ਅਸੀਂ ਇੱਥੇ ਜਿਉਂਦੇ ਜੀ ਸੱਚਖੰਡ ਬਣਵਾ ਸਕਦੇ ਹਾਂ। ਸਾਨੂੰ ਉਹ ਗਰੀਬ ਸਿੱਖਾਂ ਦੀ ਬਾਂਹ ਫੜਨੀ ਚਾਹੀਦੀ ਹੈ, ਮਦਦ ਕਰਨੀ ਚਾਹੀਦੀ ਹੈ। ਜੇ ਅਸੀਂ ਉਹਨਾਂ ਦੀ ਆਰਥਿਕ ਤੌਰ ਤੇ, ਜੇ ਮੇਰੇ ਵਰਗਾ ਆਰਥਿਕ ਤੌਰ ਤੇ ਮਦਦ ਨਹੀਂ ਕਰਨਾ ਚਾਹੀਦਾ, ਤਾਂ ਉਹਨਾਂ ਦੇ ਵਿੱਚ ਗੁਰਬਾਣੀ ਦੀ ਉਹ ਸਪਿਰਿਟ ਭਰੋ ਜਿੱਥੇ ਸਤਿਗੁਰ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ, ਕਹਿੰਦੇ ਹੇ ਮਨੁੱਖ ਤੂੰ ਕੀੜੀ ਤੋਂ ਲੈ ਕੇ ਬਾਦਸ਼ਾਹ ਤੱਕ ਪਹੁੰਚ ਸਕਦਾ। ਅਸੀਂ ਮਿਹਨਤ ਤਾਂ ਕਰੀਏ, ਅਸੀਂ ਸ਼ੁਰੂਆਤ ਤਾਂ ਕਰੀਏ। ਵੈਰੀ ਟਰੂ। ਦੇਖੋ ਗੁਰਬਾਣੀ ਦੇ ਵਿੱਚ ਤੱਕ ਇੱਕ ਤਾਂ ਸ਼ਬਦ ਆਉਂਦਾ ਹੈ ਕਿ ਵੀ ਦੇਖੋ ਜਿੰਨੇ ਨਦੀਆਂ ਨਾਲੇ ਨੇ ਨਾ, ਜਦੋਂ ਗੰਗਾ ਦੇ ਵਿੱਚ ਜਾ ਪੈਂਦੇ ਨੇ ਉਹ ਗੰਗਾ ਜਲ ਬਣ ਜਾਂਦੇ ਨੇ। ਹਾਂਜੀ ਜੀ। ਇਸੇ ਤਰ੍ਹਾਂ ਸਿੱਖ ਦੇ ਵਿੱਚ ਵੀ, ਸਿੱਖੀ ਦੇ ਵਿੱਚ ਵੀ ਜਿਹੜਾ ਵੀ ਰਲ ਗਿਆ, ਕਿਤੋਂ ਵੀ ਆ ਗਿਆ, ਕੋਈ ਜਾਤ ਪਾਤ ਹੋਈ, ਕੋਈ ਪ੍ਰੇਸ ਹੋਈ, ਕੋਈ ਕਿਤੋਂ ਵੀ ਹੋਇਆ, ਉਹਦਾ ਇੱਕ ਬਣ ਗਿਆ। ਇਹੀ ਤਾਂ ਮਹਾਰਾਜ ਦਾ ਅੰਮ੍ਰਿਤ ਛਕਾਉਣ ਦਾ ਜਿਹੜਾ ਸੀਗਾ, ਬਰੋਬਰਤਾ ਦਾ ਜਿਹੜਾ ਸਿਧਾਂਤ ਸੀਗਾ, ਉਹਨੂੰ ਫੁੱਲ ਚੜਾਏ ਨੇ। ਤੇ ਇਹੀ ਸਿਧਾਂਤ ਜਿਹੜਾ ਗੁਰੂ ਨਾਨਕ ਸਾਹਿਬ ਨੇ ਦੱਸਿਆ ਸੀਗਾ ਕਿ ਬਈ ਆਈ ਪੰਥੀ ਸਗਲ ਜਮਾਤੀ ਮੰਜੀ, ਆਪਣੇ ਮਨ ਨੂੰ ਜਿੱਤੋ ਤੇ ਆਲੇ ਦੁਆਲੇ ਨਾਲ ਮਿਲ ਜੁਲ ਕੇ ਰਵੋ ਤੇ ਉਹ ਸਾਰਿਆਂ ਨੂੰ। ਤੇ ਜਾਣੀ ਥਾਂ ਥਾਂ ਤੇ ਗੁਰਬਾਣੀ ਦੇ ਵਿੱਚ ਤਾਂ ਇਹੀ ਹੁੰਦੀਆਂ ਨੇ ਚੀਜ਼ਾਂ ਬਈ ਆ ਜਿਹੜੀਆਂ ਸੁਪਰਫਿਸ਼ਲ ਡਿਵੀਜ਼ਨ ਨੇ ਨਾ, ਇਹਨਾਂ ਤੋਂ ਤੁਸੀਂ ਉੱਪਰ ਉੱਠ ਕੇ ਇੱਕ ਬਣੋ। ਕੀ ਖਿਆਲ ਹੈ ਗਿਆਨੀ ਬਿਆਨ ਸਿੰਘ ਜੀ? ਜੀ ਜੀ ਜੀ, ਸਾਨੂੰ ਸਤਿਗੁਰੂ ਜੀ ਕੇਵਲ ਗੁਰਬਾਣੀ ਹੀ ਨਹੀਂ, ਥੋੜਾ ਜਿਹਾ ਅੱਗੇ ਵੀ ਲੰਘਣਾ ਪਵੇਗਾ। ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਸਾਨੂੰ ਸਾਫ਼ ਬਚਨਾਂ ਕਿਹਾ, ਕੋਉ ਭਇਓ ਮੁੰਡਿਆ ਸੰਨਿਆਸੀ, ਕੋਉ ਜੋਗੀ ਭਇਓ, ਕੋਉ ਬ੍ਰਹਮਚਾਰੀ, ਕੋਉ ਜਤੀ ਅਨਮਾਨਵੋ, ਹਿੰਦੂ ਤੁਰਕ ਕੋਉ ਰਾਫ ਜੀ ਇਮਾਮ ਸਾਫੀ, ਮਾਨਸ ਕੀ ਜਾਤ ਸਭਾ ਇੱਕ ਹੈ ਪਹਿਚਾਨ। ਜਿਹੜੀ ਸਾਡੀ ਵੱਡੀ ਦਾਤ ਹੈ ਸਾਡੇ ਕੋਲੇ, ਅਸੀਂ ਇਸ ਗੱਲ ਨੂੰ ਪ੍ਰਚਾਰ ਨਹੀਂ ਸਕੇ। ਸਰਦਾਰ ਸਾਹਿਬ ਡਾਕਟਰ ਕਿਰਪਾਲ ਸਿੰਘ ਜੀ, ਸਾਡੀ ਜਿਹੜੀ ਵਜ਼ਨ ਸੀਬੀ ਆ ਨਾ, ਜਿਸ ਇੱਕ ਜਿਹੜਾ ਜਾਗਣ ਦੀ ਸਾਨੂੰ ਅੱਜ ਲੋੜ ਹੈ, ਉਹ ਇਹ ਜਾਗਣ ਦੀ ਲੋੜ ਹੈ ਵੀ ਅਸੀਂ ਲੰਗਰ ਤਾਂ ਹੁਣ ਲਾ ਲਿਆ ਬਹੁਤ ਵੱਡੇ, ਗੁਰਦੁਆਰੇ ਵੀ ਬਣਾਤੇ ਆ ਬਹੁਤ ਵੱਡੇ, ਅਸੀਂ ਹੋਰ ਵੀ ਹਸਪਤਾਲ ਵੀ ਬਹੁਤ ਵੱਡੇ ਵੱਡੇ ਬਣੀ ਜਾਂਦੇ ਨੇ, ਪਰ ਜਿਹੜਾ ਉਹਦੇ ਵਿੱਚ ਸਮਝਦਾਰੀ ਹੈ, ਗਿਆਨ ਆ, ਉਹ ਗੁਰਮਤ ਨਹੀਂ ਰਿਹਾ। ਉਹ ਗੁਰਮਤ ਦਾ ਮਤਲਬ ਇਹ ਨਹੀਂ ਵੀ ਕਿਰਪਾਨਾਂ ਪਾ ਲੀਆਂ, ਦਸਤਾਰਾਂ ਸਜਾ ਲੀਆਂ ਤੇ ਅਸੀਂ ਭੇਖ ਬਣਾ ਲਿਆ, ਭੇਖ ਦਿਖਾਵਾ, ਇਹ ਕੰਮ ਨਹੀਂ ਕਰਨਾ। ਭੇਖ ਨਾਲ ਨਹੀਂ, ਉਹਦੇ ਵਿੱਚੋਂ ਸਿੱਖੀ ਦੀ ਖੁਸ਼ਬੂ ਆਵੇ, ਉਹਦੇ ਵਿੱਚੋਂ ਅੰਦਰੋਂ ਇਹ ਨਾ ਹੋਵੇ ਵੀ ਗੰਗੂ ਤੇ ਚੰਦੂ ਦਿਖਾਈ ਦੇਵੇ ਤੇ ਉੱਪਰ ਬਾਣਾ ਪਾਈ ਫਿਰਦਾ ਹੋਵੇ, ਇਹ ਨਾ ਦਿਖਾਈ ਦੇਵੇ। ਉਹਦੇ ਅੰਦਰੋਂ ਜਿਹੜੀ ਗੁਰੂ ਨੇ ਸਾਨੂੰ ਸਿਧਾਂਤ ਦਿੱਤਾ ਸੀ, ਉਹ ਸਿਧਾਂਤ ਸਾਡੇ ਕੋਲੇ ਮੀਰੀ ਔਰ ਪੀਰੀ, ਉਹ ਦੋਨੇ ਚੀਜ਼ਾਂ ਸਾਡੇ ਅੱਖਾਂ ਮੂਹਰੇ ਆਉਣੀਆਂ ਚਾਹੀਦੀਆਂ। ਨਾ ਕਿ ਅਸੀਂ ਇਹ ਚੀਜ਼ਾਂ ਤੇ ਲੰਗਰ ਲਾ ਲਾ ਕੇ ਸਾਡਾ ਇਹੀ ਵੱਡਾ ਸਿਧਾਂਤ ਹੈ, ਇਹੀ ਸਾਡੀ ਗੁਰੂ ਘਰ ਵਿੱਚ ਚਮਟੇ ਵਜਾ ਲਏ, ਢੋਲਕੀਆਂ ਵਜਾ ਲਈਆਂ। ਇਹ ਸਾਧਨ ਤਾਂ ਸਿਰਫ ਸੀ ਪਬਲਿਕ ਨੂੰ ਇਕੱਠਾ ਕਰਨ ਦਾ, ਸੰਗਤ ਨੂੰ ਇੱਕ ਪਲੇਟਫਾਰਮ ਤੇ ਇਕੱਠਾ ਕਰਨ ਦਾ ਇੱਕ ਤਰੀਕਾ ਸੀ, ਢੰਗ ਸੀ। ਪਰ ਉਸ ਢੰਗ ਦੇ ਜ਼ਰੀਏ ਅਸੀਂ ਹੋਰ ਪਾਸੇ ਨੂੰ, ਸਾਡੀ ਜਿਹੜੀ ਮਾਇਆ ਵਾ, ਜਿਵੇਂ ਤੁਸੀਂ ਸਿਗਲੀਗਰਾਂ ਵੀਰਾਂ ਦੀ ਵੀ ਗੱਲ ਕੀਤੀ ਆ, ਜੇ ਅੱਜ ਵਿਦੇਸ਼ਾਂ ਵਿੱਚ ਵਸਦੇ ਸਾਰੇ ਵੀਰ ਆ ਜਿਹੜੇ ਸੰਤ, ਸਾਧੂ, ਮਹਾਤਮਾ, ਡੇਰਾਦਾਰ, ਹੋਰ ਆਦਿਕ ਜਿਹੜੀਆਂ ਵੱਡੀਆਂ ਵੱਡੀਆਂ ਸੰਸਥਾਵਾਂ ਨੂੰ ਕਰੋੜਾਂ ਰੁਪਈਆ ਵਿਦੇਸ਼ਾਂ ਤੋਂ ਆ ਰਿਹਾ ਵਾ, ਜੇ ਇਹੀ ਮਾਇਆ ਜਿਹੜੀ ਵਿਦੇਸ਼ਾਂ ਤੋਂ ਗੁਰੂ ਕੇ ਸਿੱਖ ਭੇਜਦੇ ਨੇ, ਜੇ ਕਿਤੇ ਇਹਨਾਂ ਦਾ ਇੱਥੇ ਬਹੁਤ ਵੱਡੀਆ ਕੋਈ ਇਹ ਕਹਿ ਲਈਏ ਵੀ ਯੂਨੀਵਰਸਿਟੀ ਤਿਆਰ ਕੀਤੀ ਜਾਵੇ, ਜਿਹੜੀ ਕੇਵਲ ਗੁਰਮਤ ਨੂੰ ਪੜ੍ਹਾਉਣ ਵਾਲੀ ਯੂਨੀਵਰਸਿਟੀ ਹੋਵੇ,
ਉਹੋ ਜਿਹੀ ਤਿਆਰ ਕਰਕੇ ਜੇ ਦਿੱਤੀ ਜਾਵੇ ਤੇ ਅੱਜ ਸਾਡੀ ਕੌਮ ਦੀ ਕੁਛ ਨੁਹਾਰ ਹੋਰ ਹੀ ਹੋਵੇਗੀ, ਉਹਦਾ ਰੂਪ ਕੁਝ ਹੋਰ ਹੋਵੇਗਾ। ਸਿਰਫ ਅਸੀਂ ਇਸ ਚੀਜ਼ ਨੂੰ ਯਾਦ ਵਿੱਚ ਰੱਖੀਏ ਕਿ ਸਾਡੇ ਆਪਸ ਵਿੱਚ ਅਸੀਂ ਸਾਰੇ ਰਲ ਕੇ ਮਿਲ ਕੇ ਇਨਸਾਨੀਅਤ ਧਰਮ ਦੇ ਨਾਲ ਤੁਰ ਕੇ ਜੀਵਨ ਨੂੰ ਅੱਗੇ ਤੋਰੀਏ, ਤਾਂ ਮੀਰੀ ਅਤੇ ਪੀਰੀ ਦਾ ਸਿਧਾਂਤ ਸਾਡਾ ਪੂਰਾ ਹੋਵੇਗਾ। ਗਿਆਨੀ ਜੀ ਤੁਸੀਂ ਦੇਖੋ ਹੁਣ ਆਪਾਂ ਤਾਂ ਜਿਹੜੀਆਂ ਯੂਨੀਵਰਸਿਟੀਆਂ, ਗੁਰੂ ਨਾਨਕ ਦੇਵ ਯੂਨੀਵਰਸਿਟੀ ਆ, ਪੰਜਾਬੀ ਯੂਨੀਵਰਸਿਟੀ ਆ, ਤੇ ਸਾਡੇ ਆਪਣੇ ਕਹਿੰਦੇ ਆ ਤਲਵੰਡੀ ਸਾਬੋ ਜਿਹੜੀ ਹੈ ਯੂਨੀਵਰਸਿਟੀ ਹੈਗੀ ਆ, ਇੱਧਰ ਹੈਗੀਆਂ ਨੇ ਖਾਲਸਾ ਕਾਲਜ ਹੈ, ਤੇ ਦੂਜੇ ਪਾਸੇ ਆਪਣੇ ਕਲਗੀਧਰ ਸੁਸਾਇਟੀ ਹੈਗੀ ਆ ਜਿਹੜੀ ਹਿਮਾਚਲ ਪ੍ਰਦੇਸ਼ ਦੇ ਵਿੱਚ ਕਰ ਰਹੀ ਹੈ, ਤੇ ਇੰਨੀਆਂ ਹੈਗੀਆਂ ਨੇ ਸੰਸਥਾਵਾਂ ਜਿਹੜੀਆਂ ਵਿਦਿਆ ਦਾ ਪ੍ਰਚਾਰ ਕਰਨ ਜਾਂ ਵਧਾਉਣ ਦੀ ਕੋਸ਼ਿਸ਼ ਕਰ ਰਹੀਆਂ, ਉਹਨਾਂ ਦਾ ਨਤੀਜਾ ਕੁਝ ਨਹੀਂ ਨਿਕਲ ਰਿਹਾ। ਨਹੀਂ ਇੱਥੇ ਤੁਸੀਂ ਥੋੜਾ ਜਿਹਾ ਛੋਟਾ ਜਿਹਾ ਬ੍ਰੇਕ, ਇੱਥੇ ਛੋਟਾ ਜਿਹਾ ਬ੍ਰੇਕ, ਮੈਂ ਇੱਕ ਦੋ ਵਚਨਾਂ 'ਚ ਗੱਲ ਪੂਰੀ ਕਰ ਦਿਆਂ। ਅੱਜ ਸਾਨੂੰ ਸੰਸਾਰ ਵਿੱਚ ਗੁਰੂ ਨਾਨਕ ਸਾਹਿਬ ਜੀ ਦਾ 550 ਸਾਲਾ ਮਨਾਇਆ ਸੀ, ਤੇ ਸਰਦਾਰ ਕਿਰਪਾਲ ਸਿੰਘ ਜੀ 550 ਸਾਲ ਦੇ ਵਿੱਚ ਆਲ ਵਰਲਡ 'ਚ ਦੁਨੀਆ ਦੇ ਵਿੱਚ ਸਿੱਖ ਦਾ ਝੰਡਾ ਲਹਿਰਾ ਰਿਹਾ ਵਾ। ਕੋਈ ਜਗ੍ਹਾ ਦੇ ਉੱਪਰ ਸਾਡਾ ਨਿਸ਼ਾਨ ਸਾਹਿਬ ਐਸੀ ਨਹੀਂ ਜਿੱਥੇ ਨਹੀਂ ਝੰਡਾ ਲਹਿਰਾ ਰਿਹਾ। ਅਸੀਂ ਬਹੁਤ ਅੱਗੇ ਆ ਬਾਕੀ ਸਾਰੀਆਂ ਕੌਮਾਂ ਨਾਲੋਂ, ਪਰ ਅਸੀਂ ਹੋਰ ਅੱਗੇ ਤੁਰਨਾ ਵਾ, ਇੱਥੇ ਖੜਨਾ ਨਹੀਂ, ਰੁਕਣਾ ਨਹੀਂ। ਜੇ ਸੰਸਥਾਵਾਂ ਕੰਮ ਕਰ ਰਹੀਆਂ ਨੇ ਤਾਂ ਹੀ ਅੱਜ ਸਿੱਖ ਦੀ ਪਹਿਚਾਣ ਆ ਦੂਰ ਤੱਕ। ਐਸਾ ਨਹੀਂ ਕਿ ਦੂਸਰੇ ਮੁਲਕਾਂ ਦੇ ਵਿੱਚ ਵੀ ਕਿਹੜੇ ਮਰਜ਼ੀ, ਮੈਂ 40 ਮੁਲਕਾਂ 'ਚ ਗਿਆ, 40 ਮੁਲਕਾਂ ਦੇ ਵਿੱਚ ਗੁਰਸਿੱਖੀ ਦੇ ਝੰਡੇ ਗੰਡੇ ਹੋਏ, ਸਾਡਾ ਇਹ ਨਿਸ਼ਾਨ ਸਾਹਿਬ ਹਰ ਇੱਕ ਥਾਂ ਤੇ ਝੂਲ ਰਿਹਾ। ਕਿਸੇ ਵੀ ਵੱਡੇ ਤੋਂ ਵੱਡੇ ਜਿਨ੍ਹਾਂ ਨੂੰ 5000 ਸਾਲ ਹੋ ਗਿਆ, ਕਿਸੇ ਨੂੰ 10,000 ਸਾਲ ਹੋ ਗਿਆ, ਕਿਸੇ ਧਰਮ ਦੀ ਕੋਈ ਗੱਲ ਨਹੀਂ ਚੱਲ ਰਹੀ। ਸਿੱਖਾਂ ਨੇ 550 ਸਾਲ ਦੇ ਵਿੱਚ ਐਡੀ ਵੱਡੀ ਮੱਲ ਮਾਰੀ ਆ, ਦੁਨੀਆ ਨੂੰ ਹਿਲਾਇਆ ਪਿਆ ਵਾ। ਇਹ ਕੋਈ ਛੋਟੀ ਮੋਟੀ ਗੱਲ ਨਹੀਂ। ਇਹ ਤੁਹਾਡੇ ਸਾਡੇ ਜਿਹੜੇ ਵੀਰ ਜਿੰਨੇ ਸੰਸਥਾ ਵਾਲੇ ਕੰਮ ਕਰ ਰਹੇ ਨੇ ਇਸ ਪਾਸੇ ਨੂੰ, ਇਹ ਉਹਨਾਂ ਦੇ ਸਿਰ ਦੇ ਤਾਜ ਹੀ ਹੈ। ਅੱਜ ਅਸੀਂ ਇਸ ਜਗ੍ਹਾ ਤੇ ਪਹੁੰਚੇ ਹਾਂ। ਗਿਆਨੀ ਧਰਮ ਸਿੰਘ ਜੀ ਕੁਝ ਕਹਿਣਾ ਚਾਹੁੰਦੇ ਆ, ਸੁਣ ਲਈਏ। ਹਾਂਜੀ ਗਿਆਨੀ ਜੀ ਆਓ। ਗਿਆਨੀ ਧਰਮ ਸਿੰਘ ਜੀ। ਹਾਂਜੀ, ਮੈਂ ਇਹਨਾਂ ਸਾਰਿਆਂ ਦਾ ਧੰਨਵਾਦ। ਗੱਲਾਂ ਸਾਰੀਆਂ ਬੜੀਆਂ ਵਧੀਆ, ਪਰ ਜਿਹੜਾ ਆਪ ਜੀ ਨੇ ਪੁੱਛਿਆ ਸੀ, ਗੁਰਪ੍ਰੀਤ ਸਿੰਘ ਤੁਸੀਂ ਦੱਸੋ ਆਪਣੇ ਵਿਚਾਰ ਇਸ ਬਾਬਤ। ਹਾਂਜੀ, ਇੰਨੀਆਂ ਜਿਹੜੀਆਂ ਬਣੀਆਂ ਹੋਈਆਂ ਨੇ ਇੰਸਟੀਟਿਊਸ਼ਨਸ, ਡਾਕਟਰ ਸਾਹਿਬ ਮੇਰੀ ਆਵਾਜ਼ ਨਹੀਂ ਆ ਰਹੀ? ਹੋ ਰਿਹਾ ਇੰਪੈਕਟ ਪੰਜਾਬ ਦੇ ਵਿੱਚ, ਇਹਨਾਂ ਨੂੰ ਆਵਾਜ਼ ਨਹੀਂ ਪਹੁੰਚ ਰਹੀ ਮੇਰੇ ਖਿਆਲ। ਯੂਨੀਵਰਸਿਟੀਆਂ ਬਣੀਆਂ ਹੋਈਆਂ ਨੇ, ਲੱਗਦਾ ਹੈ ਡਾਕਟਰ ਸਾਹਿਬ ਜੀ ਆਪਣੇ ਭਾਈ ਧਰਮ ਸਿੰਘ ਜੀ ਕੁਝ ਕਹਿਣਾ ਚਾਹੁੰਦੇ ਸੀ। ਡਾਕਟਰ ਸਾਹਿਬ ਆਪ ਜੀ ਦੇ ਕੋਲੇ ਸਰਦਾਰ ਧਰਮ ਸਿੰਘ ਜੀ ਉਹਨਾਂ ਦੀ ਆਵਾਜ਼ ਨਹੀਂ ਆ ਰਹੀ, ਉਹ ਗੱਲ ਸ਼ੁਰੂ ਕਰਤੀ ਸੀ ਉਹਨਾਂ ਨੇ। ਅੱਛਾ ਚਲੋ ਗੱਲ ਕਰਨ ਹੋ ਫਿਰ, ਜੇ ਨਹੀਂ ਵੀ ਹਾਂਜੀ ਤੁਸੀਂ ਗੱਲ ਹਾਂਜੀ ਕਰਨ ਆਪਣੀ ਗੱਲ, ਕੋਈ ਨਾ ਤੁਸੀਂ ਆਪਦੀ ਗੱਲ ਸ਼ੁਰੂ ਕਰ ਦਿਓ ਜੀ। ਉਹਨਾਂ ਦੇ ਕੋਲੇ ਆਵਾਜ਼ ਨਹੀਂ ਜਾ ਰਹੀ, ਪਰ ਬਾਕੀ ਸਾਡੇ ਕੋਲੇ ਆ ਰਹੀ, ਸਾਡੇ ਕੋਲ ਆਵਾਜ਼ ਤੁਹਾਡੀ। ਹਾਂਜੀ ਗਿਆਨੀ ਧਰਮ ਸਿੰਘ ਜੀ ਜੋ ਵਿਚਾਰ ਹੈ ਕਰੋ ਕਲੀਅਰ। ਮੇਰੇ ਖਿਆਲ ਨਾਲ ਲੈਫਟ ਹੋ ਗਏ ਜੀ, ਉਹ ਸ਼ੋ ਨਹੀਂ ਕਰ ਰਹੇ। ਮੈਂ ਬੇਨਤੀ ਇਹ ਕਰਨਾ ਚਾਹੁੰਦਾ ਸੀਗਾ ਜੀ, ਜਿਵੇਂ ਧਾਰਮਿਕ ਤੁਸੀਂ ਅਦਾਰੇ ਬਣਾ ਲਓ, ਸਿੰਘ ਸੰਸਥਾਵਾਂ ਜਿੰਨੀਆਂ ਮਰਜ਼ੀ ਬਣਾ ਲਓ, ਉੱਥੇ ਬੱਚੇ ਪੜ੍ਹ ਵੀ ਜਾਣਗੇ, ਗੁਰਮਤਿ ਹਾਸਲ ਕਰ ਵੀ ਲੈਣਗੇ, ਫਿਰ ਉਹਨਾਂ ਨੂੰ ਨੌਕਰੀਆਂ ਕੌਣ ਦੇਗਾ? ਗੁਰਦੁਆਰਿਆਂ ਦੇ ਵਿੱਚ ਜੇ ਉਹ ਜਾਣਗੇ 3500 4000 ਤੋਂ ਵੱਧ ਉਹਨਾਂ ਨੂੰ ਕਿਸੇ ਨੇ ਦੇਣਾ ਨਹੀਂ। ਵੀਰ ਜੀ ਆਹ ਗੱਲ ਜਿਹੜੀ ਤੁਸੀਂ ਕਹਿ ਦਿੰਦੇ ਨਾ, ਸਾਰੇ ਇਹ ਗੱਲ ਆਖਦੇ ਆ ਵੀ ਤੁਸੀਂ ਗੁਰਬਾਣੀ ਪੜ੍ਹ ਲਓ ਜੀ, ਬਾਜੇ ਸਿੱਖ ਲਓ, ਤਬਲੇ ਸਿੱਖ ਲਓ, ਤੁਹਾਨੂੰ 4000 500। ਉਹ ਨਹੀਂ, ਇਸ ਤਰ੍ਹਾਂ ਦੀ ਖੇਡ ਹੀ ਹੈ ਨੀ ਗੀ। ਸਾਡੇ ਗੁਰੂ ਘਰ ਵਿੱਚ ਜਿਹੜਾ 4000 ਬੰਦੇ ਨੂੰ ਮਿਲਦਾ ਨਾ, ਉਹ ਘੱਟੋ ਘੱਟ 15 ਤੋਂ 20,000 ਰੁਪਇਆ ਲੈ ਕੇ ਜਾਂਦਾ। 4000 ਚ ਤੁਸੀਂ ਮੈਨੂੰ ਦਿਖਾਓ, ਸਾਡੇ ਦੁੱਧ ਦਾ ਬਿੱਲ ਆ ਜਾਂਦਾ 7-8,000 ਰੁਪਇਆ। ਮੈਂ ਵੀ ਇੱਕ ਕੀਰਤਨ ਕਰਨ ਵਾਲਾ ਬੰਦਾ, ਗੁਰਦੁਆਰੇ ਵਿੱਚ ਅਸੀਂ ਕੀਰਤਨ ਕਰਦੇ ਹਾਂ। ਇਹ ਗੱਲਾਂ ਅਸੀਂ ਉਂਝ ਕਹਿਣ ਨੂੰ ਵਧੀਆ ਨੇ ਵੀ 3000 4000 5000, ਪਰ ਸਾਨੂੰ ਗੁਰੂ ਦੀਆਂ ਸੰਗਤਾਂ ਬਹੁਤ ਪਿਆਰ ਕਰਦੀਆਂ ਨੇ, ਉਹ ਅਲੱਗ ਤੋਂ ਵੀ ਦੇਖਦੀਆਂ ਨੇ। ਜੇ ਗੁਰੂ ਦਾ ਸਿੱਖ ਠੀਕ ਹੋਵੇ, ਕੋਈ ਗ੍ਰੰਥੀ ਜਾਂ ਰਾਗੀ ਆਪਣੇ ਕਿਰਦਾਰ ਦਾ ਬਹੁਤ ਵਧੀਆ ਹੋਵੇ, ਚੰਗਾ ਹੋਵੇ, ਨੇਕ ਹੋਵੇ, ਉਹਨੂੰ ਹਰ ਤਰ੍ਹਾਂ ਨਾਲ ਸੰਗਤ ਸੰਭਾਲਦੀ ਆ। ਅਗਲੀ ਗੱਲ, ਜੇ ਤੁਹਾਡੀ ਲਿਆਕਤ ਡਾਕਟਰ ਕਿਰਪਾਲ ਸਿੰਘ ਜੀ, ਜੇ ਤੁਹਾਡੀ ਲਿਆਕਤ ਬਹੁਤ ਉੱਚੀ ਆ ਤਾਂ ਤੁਹਾਨੂੰ ਨੌਕਰੀਆਂ ਦੀ ਕੋਈ ਘਾਟ ਨਹੀਂ ਹੈ। ਜੇ ਲਿਆਕਤ ਹੀ ਅਸੀਂ ਜੋੜੇ ਖਾਨੇ ਚ ਲਿਆਕਤ ਹੀ ਅਸੀਂ ਥੱਲੇ ਸਿੱਟੀ ਬੈਠੇ ਆ ਤੇ ਭਾਲਦੇ ਆ ਅਸੀਂ ਵੀ ਰਾਸ਼ਟਰਪਤੀ ਵਾਲਾ ਸਤਿਕਾਰ ਮਿਲ ਜੇ, ਇਹ ਨਹੀਂ ਮਿਲ ਸਕਣਾ। ਹਾਂਜੀ ਇੱਕ ਵਾਰੀ ਗਿਆਨੀ ਧਰਮ ਸਿੰਘ ਹਾਂਜੀ ਕਰੂਗਾ। ਹਾਂਜੀ, ਗੱਲਾਂ ਸਾਰੀਆਂ ਜਿਹੜੀਆਂ ਨਾ ਇਹ ਸਾਰੇ ਪੱਖ ਨੇ। ਜਿਹੜੀ ਗੱਲ ਭਾਈ ਬੇਅੰਤ ਸਿੰਘ ਜੀ ਕਹਿ ਰਹੇ ਨੇ ਵੀ
ਗੁਰਦੁਆਰਿਆਂ ਦੇ ਵਿੱਚ ਮਾਇਆ ਦੀ ਘਾਟ ਨਹੀਂ ਰਹਿੰਦੀ। ਇਹ ਵੀ ਕਿਸੇ ਹੱਦ ਤੱਕ ਠੀਕ ਆ ਵੀ ਬਹੁਤ ਸਾਰੇ ਗੁਰਦੁਆਰਿਆਂ ਦੇ ਵਿੱਚ ਆਮਦਨੀ ਹੋਊਗੀ ਰਾਗੀ ਗ੍ਰੰਥੀ ਸਿੰਘਾਂ ਨੂੰ। ਤੇ ਦੂਸਰਾ ਪੱਖ ਵੀ ਹੈ ਆ ਵੀ ਜਿੱਥੇ ਬੜੀ ਮੁਸ਼ਕਲ ਦੇ ਨਾਲ ਵੀ ਦਿਨ ਕੱਟਦੇ ਨੇ ਪਿੰਡਾਂ ਦੇ ਗ੍ਰੰਥੀਆਂ ਨੂੰ, ਰਾਗੀਆਂ ਨੂੰ ਪੁੱਛ ਕੇ ਵੇਖ ਲਓ। ਦੂਸਰੀ ਗੱਲ ਜਿਹੜੀ ਹੈਗੀ ਆ ਵੀ ਲਿਆਕਤ ਦੇ ਹਿਸਾਬ ਨਾਲ, ਮੈਂ ਭਾਈ ਬੇਅੰਤ ਸਿੰਘ ਜੀ ਆਪ ਇਸੇ ਮਹਿਕਮੇ 'ਚ ਜ਼ਿੰਦਗੀ ਕੱਟੀ ਆ, ਲਿਆਕਤ ਵਾਲਿਆਂ ਨੂੰ ਜ਼ਿਆਦਾ ਜੁੱਤੀਆਂ ਪੈਂਦੀਆਂ ਨੇ। ਤੁਸੀਂ ਮੈਨੂੰ ਦੱਸੋ, ਅਕਾਲ ਤਖਤ ਦਾ ਜਥੇਦਾਰ ਜਿਹੜਾ ਆ, ਜੇ ਉਹਦੀ ਲਿਆਕਤ ਕਿਸੇ ਕੰਮ ਨਹੀਂ ਆਉਂਦੀ ਤੇ ਫਿਰ ਬਾਕੀ ਬੰਦਿਆਂ ਦੀ ਕੀ ਗੱਲ ਕਰੋਗੇ ਤੁਸੀਂ? IAS ਆ ਸਰਦਾਰ ਗੁਰਤੇਜ ਸਿੰਘ, ਉਸੇ ਸ਼੍ਰੋਮਣੀ ਕਮੇਟੀ ਨੇ ਉਹਨਾਂ ਨੂੰ ਨੈਸ਼ਨਲ ਪ੍ਰੋਫੈਸਰ ਆਫ ਸਿੱਖੀਜ਼ਮ ਦਾ ਦਿੱਤਾ ਅਵਾਰਡ, ਉਹਨਾਂ ਨੂੰ ਪਦਵੀ, ਤੇ ਉਹਨਾਂ ਨੇ ਲਾ ਕੇ ਪਰੇ ਮਾਰਿਆ ਕਿਉਂਕਿ ਜਦੋਂ ਉਹਨਾਂ ਦੇ ਅਨੁਸਾਰ ਨਹੀਂ ਚੱਲਿਆ। ਇਹੋ ਹਾਲ ਸਾਰੇ ਗੁਰਦੁਆਰਿਆਂ ਦੇ ਵਿੱਚ ਆ। ਜਦੋਂ ਤੱਕ ਕਮੇਟੀ ਵਾਲਿਆਂ ਦੇ ਵਿੱਚ ਗਿਆਨ ਵਾਲੇ ਬੰਦੇ ਨਹੀਂ ਆ ਤੇ ਉੱਥੇ ਤੁਸੀਂ ਗੱਲ ਉਹਨਾਂ ਦੇ ਅਨੁਕੂਲ ਨਹੀਂ ਕਰਦੇ ਤੇ ਉਹ 1 ਮਿੰਟ ਨਹੀਂ ਲਾਉਂਦੇ। ਜੇ ਮੈਂ ਝੂਠ ਬੋਲਦਾ ਤੇ ਦੱਸੋ। ਨਹੀਂ, ਇਹ ਹੈਗਾ ਜੋ ਤੁਸੀਂ ਕਹਿ ਰਹੇ ਹੈਗਾ ਠੀਕ ਆ, ਪਰ ਇੱਥੇ ਮੈਂ ਇੱਕ ਗੱਲ ਥੋੜੀ ਜਿਹੀ ਤੁਹਾਡੇ ਨਾਲ ਜੋੜਨੀ ਚਾਹੁੰਦਾ, ਦੱਸਣੀ ਚਾਹੁੰਦਾ, ਜਿਹੜੀ ਮੈਂ ਆਪ ਉਹਦੇ ਵਿੱਚ ਦੀ ਲੰਘਿਆ ਵਾਂ। ਕਿਉਂਕਿ ਜਿਹੜਾ ਬੰਦਾ ਹੱਡੀ ਹਢਾ ਕੇ ਗੁਰਦੁਆਰੇ ਵਿੱਚ ਦੀ ਅੱਗੇ ਲੰਘਦਾ ਨਾ, ਉਹਨੂੰ ਪਤਾ ਹੁੰਦਾ। ਜਿਹੜੇ ਅਸੀਂ ਗੁਰਦੁਆਰਿਆਂ 'ਚ, ਤੁਸੀਂ ਪਿੰਡਾਂ ਵਿੱਚ ਵੀ ਗੱਲ ਕਰਦੇ ਨਾ, ਪਿੰਡਾਂ ਵਿੱਚ ਅਸੀਂ ਪਿੰਡਾਂ ਦੀ ਰਹਿਣ ਵਾਲੇ ਆ। ਮੇਰਾ ਪਿੰਡ ਵੀ ਨਾਨਕਸਰ ਕਲੇਰਾ ਵਾ, ਮੈਂ ਪਿੰਡ ਦਾ ਹੀ ਰਹਿਣ ਵਾਲਾ, ਪਿੰਡ ਦਾ ਹੀ ਜੰਮਪਲ ਆ। ਪਰ ਜਿਹੜੇ ਸਾਡੇ ਗੁਰਦੁਆਰਿਆਂ 'ਚ ਗੁਣੀ ਗਿਆਨੀ ਗ੍ਰੰਥੀ ਬਣ ਜਾਂਦੇ ਨਾ, ਜੇ ਉਸ ਨੂੰ ਅਰਦਾਸ, ਹੁਕਮਨਾਮਾ ਤੇ ਪ੍ਰਸ਼ਾਦ ਵਰਤਾਉਣਾ ਆ ਗਿਆ, ਉਦੋਂ ਅੱਗੇ ਉਹ ਤੁਰਦਾ ਹੀ ਨਹੀਂ, ਤਾਂ ਹੀ ਭੁੱਖਾ ਮਰਦਾ। ਜੇ ਉਹ ਗੁਰਦੁਆਰਾ ਸਾਹਿਬ ਦੇ ਵਿੱਚ ਛੋਟੇ ਬੱਚਿਆਂ ਨੂੰ ਇਕੱਠੇ ਕਰਕੇ ਪਾਠ ਦੀ ਸੰਥਿਆ ਦੇਵੇ, ਉਹਨਾਂ ਨੂੰ ਇਤਿਹਾਸ ਦੀ ਸੰਥਿਆ ਦੇਵੇ। ਪਿੰਡਾਂ ਦੇ ਵਿੱਚ ਤਾਂ, ਸਾਡੇ ਸ਼ਹਿਰਾਂ ਵਿੱਚ ਤਾਂ ਹੈ ਹੀ ਨਹੀਂ ਪੈਸਾ ਜਿੰਨਾ ਪੈਸਾ ਪਿੰਡਾਂ ਵਾਲੇ ਦਿੰਦੇ ਆ। ਹੁਣ ਵੀਰ ਜੀ, ਕੈਨੇਡਾ ਤੋਂ ਕਈ ਲੋਕਾਂ ਨੇ ਆਪਦੇ ਪਿੰਡ ਹੀ ਪੂਰੇ ਦੇ ਕਰ ਲਏ ਆ। ਉਹ ਕਹਿੰਦੇ ਗੁਰੂ ਕੇ ਗ੍ਰੰਥੀ ਵਧੀਆ ਤੋਂ ਵਧੀਆ ਰੱਖੋ, 10,000 20,000 ਤਨਖਾਹ। ਮੇਰੇ ਆਪਣੇ ਕੰਟੈਕਟ 'ਚ ਆ, ਕਹਿੰਦੇ 50,000 ਤਨਖਾਹ ਗ੍ਰੰਥੀ ਨੂੰ ਦੇਵਾਂਗੇ, ਸਾਨੂੰ ਇਸ ਤਰ੍ਹਾਂ ਦਾ ਗ੍ਰੰਥੀ ਦੇ ਦਿਓ ਜਿਹੜਾ ਇਸ ਤਰ੍ਹਾਂ ਦੀ ਪੂਰੀ ਲਿਆਕਤ ਰੱਖਦਾ ਹੋਵੇ। ਹੁਣ ਜਿੰਨੀਆਂ ਲਿਆਕਤਾਂ ਦਸੀਆਂ, ਉਨੀਆਂ ਲਿਆਕਤਾਂ ਵਾਲੇ ਗ੍ਰੰਥੀ ਨਹੀਂ ਲੱਭਦੇ। ਕਹਿੰਦਾ ਜੀ ਹੁਕਮਨਾਮਾ ਲੈ ਲੈਣਾ, ਅਰਦਾਸ ਕਰ ਲੈਣਾ ਤੇ ਕੜਾਹ ਪ੍ਰਸ਼ਾਦ। ਉਹ ਭਾਈ ਇੱਥੇ ਪ੍ਰਸ਼ਾਦਾ ਹੀ ਚੱਲਣਾ, ਪ੍ਰਸ਼ਾਦਾ ਛਕ ਲਿਆ, ਆਰਾਮ ਨਾਲ ਸੌਂ ਗਏ, ਸਵੇਰੇ ਸ਼ਾਮੀ ਨਿਤਨੇਮ ਕਰ ਲਿਆ। ਇੰਨਾ ਕੰਮ ਅਸੀਂ ਕਰਦੇ ਹਾਂ। ਸੱਚਾਈ ਇਹ ਹੈ, ਤਾਂ ਹੀ ਪ੍ਰਬੰਧਕ ਸਾਡੇ ਤੇ ਹੈਵੀ ਹੁੰਦੇ ਨੇ। ਜੇ ਕੋਈ ਨਿਤਨੇਮ ਵਾਲਾ ਬੰਦਾ, ਗੁਰਸਿੱਖ, ਕੋਈ ਗੱਲ ਕਰਨ ਵਾਲਾ ਬੰਦਾ ਹੋਵੇ, ਤੁਸੀਂ ਆਸਟ੍ਰੇਲੀਆ ਦੀ ਧਰਤੀ ਦੇ ਉੱਪਰ ਬਹੁਤ ਅੱਛਾ ਮੁਕਾਮ ਹਾਸਲ ਕੀਤਾ। ਕਿਉਂ ਕਿ ਗਿਆਨੀ ਧਰਮ ਸਿੰਘ ਜੀ ਨੇ ਉਸ ਇਲਾਕੇ ਦੇ ਵਿੱਚ ਦੱਸਿਆ ਵੀ ਗਿਆਨੀ ਧਰਮ ਸਿੰਘ ਜੀ ਰਹਿੰਦੇ ਨੇ ਜਿਹੜੇ ਸੱਚਾਈ ਦੀ, ਸੱਚ ਦੀ, ਨੇਕੀ ਦੀ ਗੱਲ ਕਰਦੇ ਨੇ। ਤੁਹਾਡਾ ਨਾਜ ਤਾਂ ਉਸੇ ਤੁਹਾਡੇ ਗੁਰਦੁਆਰੇ ਵਿੱਚ ਹੋਰ ਕਿੰਨੇ ਗ੍ਰੰਥੀ ਜਿਹੜੇ ਖਾ ਕੇ ਆਰਾਮ ਨਾਲ ਪ੍ਰਸ਼ਾਦਾ ਲੰਗਰ ਛਕਿਆ ਤੇ ਉੱਠੇ ਹੋ ਗਏ, ਸੌਂ ਗਏ, ਉੱਥੇ ਆ ਕੇ ਖੜ ਗਏ। ਉਹ ਜਿਹੜਾ ਸਾਨੂੰ ਜੀਵਨ ਦਾ ਪੜ੍ਹਾਈਆਂ ਦੇ ਨਾਲ ਅੱਗੇ ਵਧਣਾ ਜ਼ਰੂਰੀ ਆ। ਇੱਕ ਮਿੰਟ, ਜੇ ਅਸੀਂ ਅੱਗੇ ਨਹੀਂ ਨਾ ਵੱਧਦੇ ਤਾਂ ਫਿਰ ਅਸੀਂ ਇਹੀ ਸਾਡੇ ਨਾਲ ਹੋਏਗਾ। ਕਿਉਂਕਿ ਟਾਈਮ ਮੇਰੇ ਖਿਆਲ 'ਚ ਮੁੱਕਣ ਵਾਲਾ ਆ। ਤੇ ਮੈਂ ਜਿਹੜੀ ਗੱਲ ਡਾਕਟਰ ਸਾਹਿਬ ਜੀ ਨੇ ਕਿਹਾ ਹੈਗਾ ਵੀ ਅੱਜ ਸਾਡਾ ਇਹਦੇ 'ਚ ਕੀ ਸੰਦਰਭ ਵਾ ਤੇ ਕੀ ਹੋਣਾ ਚਾਹੀਦਾ, ਉਹਦੇ ਵਾਸਤੇ ਮੈਂ 2 ਬੇਨਤੀਆਂ ਕਰਨੀਆਂ ਚਾਹੁੰਦਾ। ਹਾਂਜੀ, ਇੱਕ ਤੇ ਇਹ ਆਪੇ ਹੀ ਗੁਰੂ ਸਾਹਿਬ ਜੀ ਨੇ ਜਿਹੜਾ ਮੀਰੀ ਪੀਰੀ ਦਾ ਸਿਧਾਂਤ ਬਖਸ਼ਿਸ਼ ਕੀਤਾ ਸੀਗਾ, ਉਹ ਮਨੁੱਖਤਾ ਦੀ ਸੇਵਾ ਵਾਸਤੇ ਸੀ। ਉਦੋਂ ਇਹ ਹੈਗਾ ਵੀ ਜੇ ਕਿਸੇ ਬੀਬੀ ਦੀ ਕੋਈ ਬੇਪੱਤੀ ਕਰਦਾ ਤੇ ਭਾਵੇਂ ਹਾਕਮ ਵੀ ਆ ਉਹਦੇ ਨਾਲ ਜਾ ਕੇ ਤੇ ਸਿੱਖ ਆਡਾ ਲੈਂਦੇ ਸੀ, ਉਹ ਬੀਬੀਆਂ ਨੂੰ ਬਾਇਜ਼ਤ ਲਿਆ ਕੇ ਤੇ ਘਰ ਪਹੁੰਚਾਉਂਦੇ ਸੀਗੇ। ਅੱਜ ਸਾਡੇ ਪਿੰਡਾਂ ਦੇ ਵਿੱਚ ਥਾਂ ਥਾਂ ਤੇ ਜਿਹੜੇ ਮਹਾਤੜ ਲੋਕ ਨੇ, ਕਿੰਨਾ ਕੁਛ ਹੋ ਰਿਹਾ ਵਾ ਕਿ ਅੱਗਾਂ ਲਾਈਆਂ ਜਾ ਰਹੀਆਂ, ਰੇਪ ਕੀਤੇ ਜਾ ਰਹੇ, ਕਿੰਨਾ ਕੁਛ ਹੋ ਰਿਹਾ ਤੇ ਕੋਈ ਜਥੇਬੰਦੀ ਉੱਠ ਨਹੀਂ ਰਹੀ ਕਿ ਜਿਹੜਾ ਅੱਜ ਸੁਣਦਾ। ਉਹਦੇ ਵਾਸਤੇ ਸਾਨੂੰ ਪਿੰਡ ਪੱਧਰ ਤੇ 2 4 10 ਸਿੱਖਾਂ ਦਾ ਗਰੁੱਪ ਬਣਾ ਕੇ ਉਹਨਾਂ ਨੂੰ ਫਿਰ ਵੱਡੇ ਰੂਪ 'ਚ ਕਰਕੇ ਤੇ ਉਹਨਾਂ ਲੋਕਾਂ ਦੀ ਜਿਹੜੀ ਮਦਦ ਵਾਸਤੇ ਉੱਠਣਾ ਚਾਹੀਦਾ ਆ ਕਿ ਜਿਹੜਾ ਬੰਦਾ ਇਹੋ ਜਿਹੀ ਕੋਈ ਹਰਕਤ ਕਰਦਾ ਆ ਤੇ ਉਹਨੂੰ ਸਜ਼ਾ ਦਿੱਤੀ ਜਾਵੇ। ਕਿਉਂਕਿ ਸਰਕਾਰਾਂ ਦਾ ਤੇ ਹਾਲ ਤੁਹਾਨੂੰ ਪਤਾ ਪੁਲਿਸ ਦਾ। ਦੂਸਰੀ ਗੱਲ ਜਿਹੜੀ ਪਿੰਡਾਂ ਦੇ ਵਿੱਚ ਜਾਂ ਆਮ ਗਰੀਬ ਬੰਦੇ ਦੇ ਧੱਕੇ ਦੇ ਨਾਲ ਹੀ ਜਿਹੜੇ ਰਾਜਨੀਤਿਕ ਲੋਕ ਆ ਜਾਂ ਜਿਨ੍ਹਾਂ ਦੀ ਉੱਥੇ ਤੱਕ ਪਹੁੰਚ ਆ, ਜ਼ਮੀਨਾਂ ਦੱਬਣ ਤੱਕ ਘਰਾਂ ਦੇ ਆ। ਮੈਂ ਪਿੱਛੇ ਜੇ ਕੁਝ ਸੁਣ ਰਿਹਾ ਸੀਗਾ, ਘਰ ਦੁਕਾਨ ਸੀਗੀ ਤੇ ਲੋਕਡਾਊਨ 'ਚ ਘਰ ਰਹੇ ਤੇ ਉਹ ਦੁਕਾਨ ਤੇ ਹੀ ਕਬਜ਼ਾ ਕਰ ਲਿਆ ਤੇ ਘਰ ਬਣਾ ਲਿਆ। ਇਹੋ ਜਿਹੇ ਜਿਹੜੇ ਨੇ ਇਹ ਸਿੱਖ ਦਾ ਫਰਜ਼ ਆ ਵੀ ਆਵਾਜ਼ ਉਠਾਏ। ਗੁਰਦੁਆਰਿਆਂ ਦੇ ਵਿੱਚ ਜਿੱਥੇ ਅਸੀਂ ਹੋਰ ਸਾਰਾ ਕੁਝ ਕਰਦੇ ਆ
ਚਾਹੀਦਾ ਕਿ ਕਮੇਟੀਆਂ ਵਾਲੇ 2 4 10 ਬੰਦੇ ਆਵਾਜ਼ ਦੇਣ। ਬਹੁਤ ਲੋਕ ਉੱਠ ਪੈਂਦੇ ਨੇ ਤੇ ਸਾਨੂੰ ਜਿਹੜੀ ਲੀਡਰਸ਼ਿਪ ਆ ਉਹਨੂੰ ਸੁਧਾਰਨ ਦੀ ਲੋੜ ਆ, ਉਹਦੇ ਵਿੱਚ ਬੰਦੇ ਚੰਗੇ ਲਿਆਂਦੇ ਜਾਣ। ਮੈਂ ਇੰਨਾ ਕੁ ਸਮਝਦਾ, ਬਾਕੀ ਤੁਸੀਂ ਕਰੋ ਗੱਲ। ਥੈਂਕ ਯੂ ਗਿਆਨੀ ਜੀ। ਗੁਰਪ੍ਰੀਤ ਸਿੰਘ। ਸਰ ਜੀ ਜਿਵੇਂ ਬਹੁਤ ਸੋਹਣੀ ਗੱਲ ਕਹੀ ਹੈ ਜੀ, ਮੈਂ ਇਹ ਵੀ ਨਾਲ ਇੱਕ ਇਹਨਾਂ ਦੀ ਗੱਲ ਐਡ ਕਰਨਾ ਚਾਹੁੰਦਾ। ਬਹੁਤ ਸੋਹਣੀ ਗੱਲ ਕਹੀ ਆ ਵੀ ਸਾਡੇ ਪੰਜਾਬ ਦੇ ਵਿੱਚ ਜਿੰਨੇ ਵੀ ਇਸ ਦਰਦ ਨੂੰ ਸਮਝਣ ਵਾਲੇ ਨੇ ਵੀ ਲੋਕਾਂ ਤੇ ਅਤਿਆਚਾਰ ਹੋ ਰਿਹਾ, ਜ਼ੁਲਮ ਹੋ ਰਿਹਾ, ਉਹਨਾਂ ਦੇ ਵਿੱਚੋਂ ਮੈਂ ਉਹ ਗੁਰਸਿੱਖਾਂ ਨੂੰ ਬੇਨਤੀ ਕਰਨਾ ਚਾਹੁੰਦਾ ਜਿਹੜੇ ਅੱਜ ਗੁਰੂ ਸਾਹਿਬ ਦੀ ਕਿਰਪਾ ਨਾਲ, ਭਾਰਤੀ ਸੰਵਿਧਾਨ ਦੀ ਕਿਰਪਾ ਨਾਲ ਅੱਜ ਵਕੀਲ ਬਣੇ ਬੈਠੇ ਨੇ, ਜੱਜ ਸਾਹਿਬਾਨ ਬਣੇ ਬੈਠੇ ਨੇ। ਉਹ 50 ਜਾਂ 60 ਜਾਂ 100 ਜਾਣੇ ਇੱਕ ਕਮੇਟੀ ਬਣਾਉਣ, ਇੱਕ ਦਫ਼ਤਰ ਬਣਾਉਣ। ਜਿਹੜੇ ਵੀ ਪਿੰਡ ਦੇ ਵਿੱਚ ਜ਼ੁਲਮ ਹੁੰਦਾ, ਜਿੱਥੇ ਵੀ ਤਸ਼ੱਦਦ ਹੁੰਦਾ, ਉੱਥੇ ਉਹ ਨੂੰ ਨਾਲ ਲੈ ਕੇ ਜਾਂ ਉੱਥੇ ਮੋਹਦਵਾਰ ਬੰਦਿਆਂ ਨੂੰ ਲੈ ਕੇ ਉੱਥੇ ਕਾਰਵਾਈ ਕਰੋ, ਨਾਲੇ ਕਾਨੂੰਨੀ ਸਜ਼ਾ ਮਿਲੇ ਉਹਨੂੰ, ਨਾਲੇ ਉਹਨੂੰ ਜੇਲ੍ਹ ਹੋਵੇ ਜਿਹੇ ਜਿਹਾ ਵੀ ਉਹ ਬੰਦੇ ਨੇ ਅਤਿਆਚਾਰ ਕੀਤਾ ਹੋਏਗਾ। ਮੈਂ ਕਹਿੰਦਾ ਵੀ ਇਹੋ ਜਿਹੇ ਸਾਡੇ ਸਿੱਖ ਸਮਾਜ ਦੇ ਗੁਰਸਿੱਖ ਵਕੀਲ ਸਾਹਿਬਾਨਾਂ ਨੂੰ, ਜੱਜ ਸਾਹਿਬਾਨਾਂ ਨੂੰ ਵੀ ਅੱਗੇ ਆਉਣਾ ਚਾਹੀਦਾ। ਜਿਵੇਂ ਗੁਰਸਿੱਖ ਕਮੇਟੀਆਂ ਬਣਨੀਆਂ ਚਾਹੀਦੀਆਂ ਨੇ ਵੀ ਇਹ ਅਤਿਆਚਾਰ ਖਤਮ ਕਰਨ ਲਈ। ਮੈਂ ਇਹੀ ਬੇਨਤੀ ਕਰਨਾ ਚਾਹੁੰਦਾ ਵੀ ਜੱਜ ਸਾਹਿਬਾਨ ਵੀ ਅੱਗੇ ਆਉਣ। ਇੱਥੇ ਡਾਕਟਰ ਕਿਰਪਾਲ ਸਿੰਘ ਜੀ, ਮੈਂ ਇਹਨਾਂ ਦੀ ਗੱਲ ਨਾਲ ਇੱਕ ਗੱਲ ਜੋੜਨ ਦੀ ਇੱਛਾ ਰੱਖਦਾ, ਬੇਨਤੀ ਦੱਸਣ ਦੀ ਇੱਛਾ ਰੱਖਦਾ ਬਈ ਇਸ ਤਰ੍ਹਾਂ ਦੀਆਂ ਸੰਸਥਾਵਾਂ ਪੰਜਾਬ ਦੇ ਵਿੱਚ ਬਹੁਤ ਬਣੀਆਂ ਨੇ ਤੇ ਬਣੀਆਂ ਸਾਰੀਆਂ ਬਣੀ ਜਾਂਦੀਆਂ ਨੇ, ਐਸਾ ਨਹੀਂ ਕਿ ਬਣਦੀਆਂ ਨਹੀਂ। ਪਰ ਜਦੋਂ ਕੋਈ ਸੰਸਥਾ ਕਾਮਯਾਬ ਹੋ ਜਾਂਦੀ ਹੈ, ਆਪਣੇ ਪੈਰਾਂ ਤੇ ਖੜ ਜਾਂਦੀ ਹੈ, 4 ਲੋਕ ਉਹਨਾਂ ਦੇ ਮਗਰ ਹੋ ਜਾਂਦੇ ਆ, ਉਹ ਕੀ ਕਰਦੇ ਨੇ, ਉਹ ਜਿਹੜਾ ਦੂਜਾ ਕੰਮ ਕਰਦੇ ਸੀ ਨਾ, ਲੋਕ ਜਿਹੜੇ ਦੂਜਿਆਂ ਤੇ ਤਸ਼ੱਦਦ ਕਰਦੇ ਸੀਗੇ, ਉਹੀ ਕੰਮ ਉਹ ਕਰਨ ਲੱਗ ਪੈਂਦੇ ਨੇ ਆਪ। ਆਹ ਵੱਡੀ ਬਦਨਸੀਬੀ ਆ, ਗੱਲ ਸਮਝਣ ਦਾ ਯਤਨ ਕਰੋ। ਇੱਕ ਸਾਡੀ ਧਰਮ ਪ੍ਰਚਾਰ, ਮੈਂ ਉਹਦਾ ਕਮੇਟੀ ਦਾ ਨਾਂ ਲਿਆ ਤਾਂ ਚੰਗਾ ਨਹੀਂ ਲੱਗਣਾ, ਸਾਡਾ ਚੈਨਲ ਇੰਟਰਨੈਸ਼ਨਲ ਆ, ਉਹਨਾਂ ਨੇ ਹੋਰ ਕਰਦਿਆਂ ਜਿਹੜੇ ਗੁਰੂ ਕੇ ਪਾਠੀ ਸੀਗੇ ਉਹਨਾਂ ਨੇ ਮਗਰੋਂ ਪੈਸਿਆਂ ਦੀ ਲੋੜ ਸੀ, ਜ਼ਰੂਰਤ ਸੀ, ਉਹ ਪਾਠੀਆਂ ਨੇ ਵਿਚਾਰਿਆਂ ਨੇ ਕਿਤੇ ਉਹ ਜਠੇਰਿਆਂ ਤੇ ਪਾਠ ਕਰ ਦਿੱਤਾ। ਉਹਨਾਂ ਨੇ ਕੀ ਕੀਤਾ, ਉਸ ਮੌਕੇ ਨੂੰ ਜਿਨ੍ਹਾਂ ਨੇ ਕਰਾਇਆ ਜਾਂ ਜਿਨ੍ਹਾਂ ਨੇ ਕੁਛ ਹੋਇਆ ਉਹਨਾਂ ਦੇ ਮਗਰ ਨਹੀਂ ਲੜੇ, ਉਹ ਪਾਠੀਆਂ ਦੇ ਡੰਡੇ ਠੋਕਣ ਲੱਗ ਪਏ, ਪਾਠੀਆਂ ਨੂੰ ਪੁੱਠੇ ਪਾ ਕੇ ਕੁੱਟਣ ਲੱਗ ਪਏ। ਇਹ ਵੀ ਸਾਡੀ ਸਿਧਾਂਤ ਨਹੀਂ ਹੈ। ਗੌਰਮੈਂਟੀ ਕਾਨੂੰਨ ਆਪਣੇ ਹੱਥ ਵਿੱਚ ਲੈਣਾ, ਕਿਸੇ ਵੀ ਦੇਸ਼ ਵਿੱਚ, ਤੁਸੀਂ ਅਮਰੀਕਾ ਦੇ ਵਿੱਚ ਬੈਠੇ ਹੋ, ਉੱਥੋਂ ਦਾ ਕਾਨੂੰਨ ਹੱਥ ਵਿੱਚ ਲੈਣਾ ਬਹੁਤ ਵੱਡਾ ਗੁਨਾਹ ਆ। ਅਸੀਂ ਇਹ ਗੱਲ ਕਰ ਸਕਦੇ ਵੀ ਆਹ ਕੰਮ ਮਾੜਾ ਹੋਇਆ, ਉਹ ਕੰਮ ਮੌਕੇ ਦੀ ਗੌਰਮੈਂਟ ਨੂੰ ਕਿਹਾ ਜਾਵੇ, ਗੌਰਮੈਂਟ ਕਰੇ, ਨਾ ਕਿ ਅਸੀਂ ਕਾਨੂੰਨ ਨੂੰ ਆਪਣੇ ਹੱਥ ਵਿੱਚ ਲੈ ਕੇ ਪਾਠੀਆਂ ਵਿਚਾਰਿਆਂ ਨੂੰ ਪੁੱਠੇ ਪਾ ਕੇ ਕੁੱਟਣ ਲੱਗ ਪਏ। ਇਹੋ ਜਿਹਾ ਕੰਮ ਬਣੀਆਂ ਸਾਰੀਆਂ ਬਣ ਜਾਂਦੀਆਂ ਨੇ, ਪਰ ਉਹ ਕਮੇਟੀਆਂ ਗਲਤ ਇਸਤੇਮਾਲ ਕਰੀਆਂ ਜਾਂਦੀਆਂ। ਇਸ ਕਰਕੇ ਮੈਂ ਇੱਥੇ ਕਮੇਟੀਆਂ ਦੇ ਖਿਲਾਫ ਗੱਲ ਬੋਲਣ ਦਾ ਯਤਨ ਕਰ ਰਿਹਾ। ਕਮੇਟੀਆਂ ਨਹੀਂ, ਹਰ ਗੁਰਸਿੱਖ ਹੀ ਕਮੇਟੀ ਆ। ਜਿੱਥੇ ਤੁਸੀਂ ਬੈਠੇ ਹੋ ਉੱਥੇ ਤੁਸੀਂ ਸੱਚ ਦੀ ਆਵਾਜ਼, ਉਸ ਜਿਸ ਦੇਸ਼ ਵਿੱਚ ਵੀ ਹੋ, ਉੱਥੋਂ ਦੇ ਕਾਨੂੰਨ ਦੀ ਸਹਾਇਤਾ ਲੈ ਕੇ ਕਾਨੂੰਨ ਉਹ ਕੰਮ ਕਰਾਓ। ਕਾਨੂੰਨ ਦੇ ਵਿੱਚ ਤੁਹਾਡੇ MLA ਨੇ, MP ਨੇ, DSP ਹੈ, SSP ਹੈ, ਉਹਦੇ ਕੋਲੇ ਜਾ ਕੇ ਰਿਪੋਰਟ ਲਗਾਓ ਜੀ ਆਹ ਕੰਮ ਗਲਤ ਹੋਇਆ, ਦੇਖੋ ਇਹਨੂੰ ਠੀਕ ਕਰ ਸਕਦੇ ਆ। ਜੇ ਉਹ ਨਾ ਕਰੇ ਫਿਰ ਤੁਸੀਂ ਦੂਜੇ ਅਫਸਰ ਕੋਲੇ ਲਗਾਓ, ਲੇਕਿਨ ਇਹ ਨਹੀਂ ਕਰਨਾ ਚਾਹੀਦਾ। ਸੰਸਥਾ ਬਣਾ ਕੇ ਅਸੀਂ ਕਿਸੇ ਨੂੰ ਕੁੱਟਣ ਲੱਗ ਪਈਏ, ਸੰਸਥਾ ਬਣਾ ਕੇ ਅਸੀਂ ਅਗਲੇ ਦੇ ਘਰੇ ਜਾ ਕੇ ਕੈਮਰੇ ਲਿਜਾ ਕੇ ਬੇਇੱਜ਼ਤੀਆਂ ਕਰਨ ਲੱਗ ਪਈਏ, ਇਹ ਸੰਸਥਾ ਦੇ ਜਿਹੜੇ ਰਿਜ਼ਲਟ ਹੈ ਉਹ ਗਲਤ ਆਉਂਦੇ ਆ ਜੀ। So ਗੱਲ ਬੜੀ ਠੀਕ ਹੈ। I agree with what all of you have said, but I want to add ਕਿ ਵੀ ਸਾਡੇ ਜਿਹੜੇ ਸਿਆਣਪ ਵਾਲੇ ਲੋਕ ਨੇ, ਹੋਰ ਜਿਵੇਂ ਫਰਜ਼ ਕਰੋ ਕੋਈ ਕੰਪਿਊਟਰ ਦਾ ਕੰਮ ਜਾਣਦਾ, ਕੋਈ ਪਲੰਬਿੰਗ ਦਾ ਕੰਮ ਜਾਣਦਾ, ਕੋਈ ਸਿਲਾਈ ਦਾ ਕੰਮ ਜਾਣਦਾ, ਕੋਈ ਮੋਟਰਸਾਈਕਲ ਦਰੁਸਤ, ਕਾਰ ਰਿਪੇਅਰ ਕਰਨਾ ਚਾਹੁੰਦਾ, ਇਹ ਵੀ ਲੋਕ ਜਿਹੜੇ ਨੇ ਇਹ ਜੇ ਇੱਕ ਦੂਜੇ ਦੇ ਨਾਲ ਸ਼ੇਅਰ ਕਰਨ ਆਪਣੇ ਗੁਣ ਜਿਹੜੇ ਨੇ, ਉਹਦੇ ਨਾਲ ਸਾਡੀ ਜਿਹੜੀ ਕੌਮ ਆ ਬੜੀ ਤਰੱਕੀ ਕਰ ਸਕਦੀ ਹੈ। ਕਿਉਂ ਜਿਹੜੇ ਜੋਬ ਆ ਉਹ ਸਮਾਨੋਂ ਨਹੀਂ ਡਿੱਗਦੇ, ਉਹ ਜੋਬ ਜਿਹੜੇ ਕ੍ਰੀਏਟ ਕੀਤੇ ਜਾਂਦੇ ਨੇ, ਉਹ ਕ੍ਰੀਏਟ ਤਾਂ ਹੀ ਹੁੰਦੇ ਆ ਜੇ ਅਸੀਂ ਆਪਣੇ ਗੁਣਾਂ ਦੀ ਸਾਂਝ ਕਰੀਏ। ਦੇਖੋ ਗੁਰੂ ਰਾਮਦਾਸ ਜੀ ਨੇ ਜਦੋਂ ਸ਼ਹਿਰ ਬਸਾਇਆ ਆਪਣੇ ਮਾਈ ਸੇਵਾ ਬਾਜ਼ਾਰ ਜਿੱਥੇ ਹੈ ਸੀ, ਕਿਵੇਂ ਵੱਖੋ ਵੱਖਰੇ ਕਿੱਤਿਆਂ ਵਾਲੇ ਲੋਕਾਂ ਨੂੰ ਲਿਆ ਕੇ ਇਕੱਠਾ ਕੀਤਾ। ਐਸੇ ਤਰ੍ਹਾਂ ਹੀ ਇਹ ਆ ਕਿ ਵੀ ਕੋਈ ਵੀ ਚੀਜ਼ ਆ, ਕਿਸੇ ਮੁਲਕ ਦੀ ਵੀ ਹਿਸਟਰੀ ਦੇਖ ਲਓ ਪੜ੍ਹ ਕੇ, ਉੱਥੇ ਚੀਜ਼ਾਂ ਆਈਆਂ, ਉੱਥੇ ਦੇ ਲੋਕਾਂ ਨੇ ਮਿਹਨਤ ਕਰਕੇ ਗਾਂ ਦੀ ਗਾਂ ਜਿਹੜੀਆਂ ਚੀਜ਼ਾਂ ਨੂੰ ਵਧਾਇਆ ਫੈਲਾਇਆ, ਇੱਕ ਦੂਜੇ ਨੂੰ ਅਪ੍ਰੈਂਟਿਸ ਬਣਾ ਕੇ ਉਹਨਾਂ ਨੂੰ ਅਗਾਂਹ ਤੋਰਨ ਦੀ ਕੋਸ਼ਿਸ਼ ਕੀਤੀ ਹੈ। ਤੇ ਅਸੀਂ ਕਹਿੰਦੇ ਹਾਂ ਕਿ ਸਾਨੂੰ ਦੂਜੇ ਪਾਸਿਓਂ ਕੋਈ ਚੀਜ਼ ਪਲੇਟ ਤੇ ਰੱਖ ਕੇ ਆ ਜਾਏ, ਇਸ ਤਰ੍ਹਾਂ ਨਹੀਂ ਕੰਮ ਚੱਲਦਾ ਹੈ। ਇੱਕ ਚਾਈਨੀਜ਼ ਪ੍ਰੋਵਰਬ ਹੈ, ਉਹਦੇ ਵਿੱਚ ਉਹ ਕਹਿੰਦੇ ਨੇ ਇੱਕ ਬੰਦਾ ਉਹਨੂੰ ਫਿਸ਼ ਦੇ ਦਿਓ ਖਾਣ ਨੂੰ, ਇੱਕ ਵਾਰੀ ਉਹ ਖਾ ਲੂਗਾ। ਜੇ ਉਹਨੂੰ ਦੱਸ ਦਿਓ ਬਈ ਫਿਸ਼ ਕਿਵੇਂ ਫੜਨੀ ਆ
ਤਾਂ ਸਾਰੀ ਉਮਰ ਖਾਈ ਜਾਊਗਾ। ਭਾਵ ਕਹਿਣ ਦਾ ਜਿਹੜੇ ਗੁਣ ਨੇ ਨਾ, ਇਹ ਜਿਹੜੇ ਗੁਣ ਜਿਹੜੇ ਕ੍ਰੀਏਟ ਕਰਨੇ, ਸਿਰਫ ਧਾਰਮਿਕ ਗੁਰਬਾਣੀ ਦੇ ਨਹੀਂ ਮੈਂ ਗੱਲ ਕਰ ਰਿਹਾ, ਮੈਂ ਦੂਜੇ ਕੰਮਾਂ ਕਰਨ ਦੀ ਵੀ ਗੱਲ ਕਰ ਰਿਹਾ। ਉਹ ਵੀ ਸਾਨੂੰ ਕ੍ਰੀਏਟ ਕਰਨ ਦੀ ਵੋਕੇਸ਼ਨਲ ਸਕੂਲ ਨੇ ਜਿਹੜੇ ਸਾਡੇ ਗੁਰਦੁਆਰਿਆਂ ਦਾ ਹਿੱਸਾ ਹੋਣੇ ਚਾਹੀਦੇ ਨੇ, ਉਹ ਸਾਡੇ ਬਿਜ਼ਨਸ ਦਾ ਹਿੱਸਾ ਹੋਣਾ ਚਾਹੀਦਾ, ਜਿੱਥੇ ਰਲ ਮਿਲ ਕੇ ਅਸੀਂ ਉਹ ਗੁਣ ਜਿਹੜੇ ਨੇ ਉਹਨਾਂ ਨੂੰ ਵਧਾਈਏ ਫੈਲਾਈਏ। ਕਿਰਤ ਤੇ ਕਰਤਾ ਦੋਨੇ ਇਕੱਠੇ ਕਰ ਦਈਏ ਤਾਂ ਦੋਨੇ ਚੀਜ਼ਾਂ ਬਰੋਬਰ ਸਾਨੂੰ ਸਹੀ ਸਿਧਾਂਤ ਦੇ ਸਕਦੀਆਂ। ਜੇ 52 ਤਰ੍ਹਾਂ ਦੀਆਂ ਲਿਆ ਕੇ ਲੋਕਾਂ ਨੂੰ ਵਸਾਇਆ ਗੁਰੂ ਰਾਮਦਾਸ ਮਹਾਰਾਜ ਜੀ ਨੇ, ਅੱਜ ਵੀ ਅਸੀਂ ਇੱਕ ਗੁਰਸਿੱਖ ਦੂਸਰੇ ਗੁਰਸਿੱਖ ਨੂੰ ਇੱਥੇ, ਫਿਰ ਮੈਂ ਤੁਹਾਡਾ ਧਿਆਨ ਮੀਰੀ ਤੇ ਪੀਰੀ ਦੇ ਵੱਲ ਹੀ ਲਿਆਉਣ ਦੀ ਇੱਛਾ ਰੱਖਦਾ ਹਾਂ ਵੀ ਜਿਹੜਾ ਸਾਡਾ ਸਿਧਾਂਤ ਸਾਡੇ ਗੁਰੂ ਸਾਹਿਬ ਨੇ ਦਿੱਤਾ ਸੀ, ਅਸੀਂ ਠੀਕ ਹੈ ਮਾਨਵਤਾ ਨੂੰ ਵੀ ਨਾਲ ਲੈ ਕੇ ਚੱਲਣਾ, ਸਾਰੀ ਦੁਨੀਆ ਨੂੰ ਨਾਲ ਲੈ ਕੇ ਚੱਲਣਾ, ਪਰ ਇਸ ਮੌਕੇ ਸਿੱਖ ਹੀ ਸਿੱਖ ਦਾ ਵਿਰੋਧੀ ਬਣਿਆ ਖੜਾ ਵਾ। ਜਿਹੜੀ ਆਪਸ ਵਿੱਚ ਹੀ ਅਸੀਂ ਇੱਕ ਦੂਸਰੇ ਦੇ ਕੱਪੜੇ ਉਤਾਰਨ ਨੂੰ ਤਿਆਰ ਹੋਏ ਬੈਠੇ ਹਾਂ, ਇਹ ਗੱਲ ਥੋੜਾ ਜਿਹਾ ਸਮਝਣਾ। ਮੀਰੀ ਤੇ ਪੀਰੀ ਦਾ ਦੋਸ਼ ਸਾਨੂੰ ਅੱਜ ਅਸੀਂ ਇਸ ਸੰਦਰਭ ਵਿੱਚ ਗੱਲ ਕਰ ਰਹੇ ਹਾਂ, ਉਹ ਸਾਡਾ ਸੰਦਰਭ ਇਹ ਹੈ। ਹਾਂਜੀ, ਤੁਸੀਂ ਕੁਝ ਕਹਿਣਾ? out of time now. Let's continue this discussion next time. ਜਿਹੜਾ ਹੈਗਾ ਮਤਲਬ next Wednesday ਪ੍ਰੋਗਰਾਮ ਹੋਏਗਾ, we will continue the discussion ਇਸ ਤੇ, ਕਿਉਂਕਿ this is very important point ਕਿ ਅਸੀਂ ਕਿਵੇਂ ਗਾਂ ਦੀ ਗਾਂ ਲੈ ਕੇ ਆਪਣੇ ਆਪ ਨੂੰ ਤੋਰੀਏ, ਕਿਵੇਂ ਅਸੀਂ ਤਰੱਕੀ ਕਰੀਏ ਇਸ ਫੀਲਡ ਦੇ ਵਿੱਚ। ਇਹ ਨਾ ਹੋ ਜਾਏ ਕਿ ਵੀ ਅਸੀਂ ਗੱਲਾਂ ਬਾਤਾਂ 'ਚ ਹੀ ਰਹਿ ਜਾਈਏ। ਸੋ ਇਹਨੇ ਕਹਿੰਦਾ ਭੁੱਲ ਚੁੱਕ ਮਾਫ ਕਰਨੀ, ਤੇ ਸਰੋਤਿਆਂ ਦਾ ਤੇ ਪਾਰਟਿਸਪੈਂਟ ਦਾ ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।